गल शुरू की सी मैं गुरु ग्रंथ सरੂਪ चोरी होने की ਜਿਹੜੇ 267 ਸਰੂਪ ਚੋਰੀ ਹੋਏ ਆ ਜਾਂ ਘਟੇ ਆ, ਤੁਸੀਂ ਇੱਕ ਅਹਿਮ ਅਹੁਦੇ 'ਤੇ ਰਹੇ ਹੋ, ਇਹ ਇੱਦਾਂ ਦੀ ਪੋਸੀਬਿਲਿਟੀ ਹੋ ਸਕਦੀ ਆ? ਮੁੜ ਕੇ ਗੱਲ ਉੱਥੇ ਹੈ, ਸਾਡੇ ਸਿਸਟਮ ਇੰਨੇ ਵੀਕ ਨੇ ਵੀ ਜਿਹੜਾ ਸਾਡਾ ਉੱਥੇ ਇੱਕ ਵੱਖਰਾ ਡਿਪਾਰਟਮੈਂਟ ਹੈ ਜੀ ਪ੍ਰਿੰਟਿੰਗ ਸਟੇਸ਼ਨਰੀ ਪਬਲੀਕੇਸ਼ਨ ਦਾ। ਜੇ ਅਸੀਂ ਐਕਸਪ੍ਰੈਸ ਵਰਗੀ ਅਖਬਾਰ ਹੈ ਜਿਹਦਾ 17 ਸੈਂਟਰ 'ਚ ਅਖਬਾਰ ਛਪਦੀ ਹੈ, ਜੇ ਅਸੀਂ ਉਹਨਾਂ ਦੇ ਕਾਗਜ਼ ਦੀ ਚੈਕਿੰਗ ਕਰ ਸਕਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਦੇ ਕਿੰਨੇ ਨੇ ਸਾਲ 'ਚ? 5 7,000 10,000 ਤੇ ਆਇਆ ਇਹਦੀ ਇਨਵੈਂਟਰੀ ਨਹੀਂ ਰੱਖੀ ਸੰਭਾਲੀ ਜਾ ਸਕਦੀ। ਇਹਦਾ ਮਤਲਬ ਡਿਪਾਰਟਮੈਂਟ ਦੀ ਮੂਰਖਤਾ ਹੀ ਹੈ। ਸਿਸਟਮ ਪੂਰ ਸਿਸਟਮ ਹੈਗੇ, ਇੰਪਲੀਮੈਂਟੇਸ਼ਨ ਕੋਈ ਨਹੀਂ। ਸਾਡਾ ਚਾਰਟਰਡ ਅਕਾਊਂਟੈਂਟ ਉੱਥੇ ਕੀ ਕਰਦਾ ਪਿਆ? ਇਹਨੂੰ ਮਿਸਾਲ ਕਰੋੜ ਰੁਪਏ ਤੋਂ ਉੱਪਰ ਦੇ ਜਾਣ ਤਨਖਾਹ ਅਸੀਂ, ਉਹ ਕੀ ਕਰਦਾ ਉੱਥੇ ਚਾਰਟਰਡ ਅਕਾਊਂਟੈਂਟ ਨੂੰ? ਹਾਂਜੀ। ਹੁੰਦਾ ਕੀ ਹੈ ਜੀ, ਜਿਹੜੇ ਮਹਾਰਾਜ ਦੇ ਸਰੂਪ ਦਿੱਤੇ ਜਾਂਦੇ ਨੇ ਉਹ ਪ੍ਰਧਾਨ ਪਾਸ ਕਰਦਾ ਜਾਂ ਚੀਫ ਸੈਕਟਰੀ ਪਾਸ ਕਰਦਾ। ਉਹ ਵੈਰੀਫਾਈ ਕਰਦੇ ਨੇ ਕਿ ਘਰ ਤੁਹਾਡੇ ਠੀਕ ਸਥਾਨ ਹੈ, ਇੱਥੇ ਮਹਾਰਾਜ ਦਾ ਸਥਾਨ ਨੂੰ ਸੁਸ਼ੋਭਿਤ ਕੀਤਾ ਜਾ ਸਕਦਾ। ਠੀਕ ਹੈ ਜੀ। ਬੰਦਾ ਸਾਨੂੰ ਸਰੂਪ ਚਾਹੀਦਾ। ਉਹਨੇ ਮੈਨੂੰ ਕਿਹਾ, ਮੈਂ ਕਿਹਾ ਲਓ ਜੀ, ਮੈਂ ਬੰਦੇ ਨੂੰ ਕਿਹਾ ਬੰਦਾ ਸਾਹਿਬ ਘਰ ਸਰੂਪ ਦੇ ਦਿਆਂਗੇ, ਬੜੇ ਅੱਛੇ ਦੋਸਤ ਨੇ ਜੀ। ਤੁਸੀਂ ਗਏ ਜੀ ਮਹਾਰਾਜ 500 ਰੁਪਈਆ ਰੋਟੀ ਪਾਣੀ ਖਾਓ, ਚਾਹ ਪਾਣੀ ਰਾਹ 'ਚ ਪੀਣਾ ਹੋਣਾ, ਇਹ 1500 ਸਰੂਪਾਂ ਦੀ ਭੇਟਾ ਵੀ ਲੈ ਲਓ, ਅਤੇ ਜੇ ਤੁਸੀਂ ਉਹਦੀ ਰਸੀਦ ਨਹੀਂ ਮੰਗਣੀ, ਅਤੇ ਜੇ ਉਹ ਸਰੂਪ ਦੀ ਉਹਨਾਂ ਨੇ ਪੈਸੇ ਜੇਬ 'ਚ ਪਾ ਲੈਣੇ ਤਾਂ ਉੱਥੇ ਐਂਟਰੀ ਵੀ ਨਹੀਂ ਕੀਤੀ, ਨਾ ਘਟਾਇਆ, ਸਰੂਪ ਘਟਿਆ ਇੱਕ, ਨਾ ਪੈਸੇ ਜਮ੍ਹਾਂ ਕਰਾਏ, ਤਾਂ ਫਿਰ ਤੁਸੀਂ ਕੀ ਕਰੋਗੇ? ਮੇਰਾ ਅਲਟੀਮੇਟਲੀ ਪੋਜੀਸ਼ਨ ਇਹ ਹੈ, ਇਹਦੇ 'ਚ ਕੁਛ ਬੰਦਿਆਂ ਦੀ ਨੀਅਤ ਸਾਫ਼ ਨਹੀਂ, ਪੈਸੇ ਖਾ ਖੂ ਗਿਆ ਹੋਣੇ ਨੇ। ਬਾਕੀ जो इंक्वायरी रिपोर्ट है, मैं मेरी हंच है, मेरे मन की आवाज़ है। सर मेरे क्वेश्चन मेरे थोड़ा मन से काल पई हुई है भी जो ਜਿਹੜੇ ਉੱਥੇ ਰਹਿੰਦੇ ਆ ਪਬਲੀਕੇਸ਼ਨ ਵਿਭਾਗ ਵਿੱਚ, ਹੈ ਨਾ, ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੇ ਮਨ 'ਚ ਇੰਨਾ ਕੁ ਡਰ ਭਾਉ ਨਹੀਂ ਹੈਗਾ ਕਿ ਉਹ ਗੁਰੂ ਗ੍ਰੰਥ ਸਾਹਿਬ ਵੇਚ ਕੇ ਵੀ ਪੈਸੇ ਜੇਬ ਪਾ ਲੈਂਦੇ ਆ? ਡਰ ਭਾਉ ਨਹੀਂ ਹੈ ਨਾ? ਤੁਸੀਂ ਤਾਂ ਰਹੇ ਹੋ ਨਾ ਜੀ। ਮੈਂ ਇੱਕ ਲਾਈਨ ਹੋਰ ਐਡ ਕਰਦਾ, ਸਤਿਕਾਰ ਵੀ ਹੈ ਨਹੀਂ ਗਾ, ਡਰ ਬਹੁਤ ਬੜੀ ਛੋਟੀ ਜਿਹੀ ਗੱਲ ਪਰੇ ਦੀ ਗੱਲ ਹੈ। ਅੱਛਾ ਜੀ। ਤੁਸੀਂ ਕੋ ਮਹਾਰਾਜ ਦੇ ਸਰੂਪ ਛਪਦੇ ਸੀ, ਮੈਂ ਇੱਕ ਵਾਰੀ ਗਿਆ, 2 ਵਾਰੀ ਗਿਆ ਉਸ ਡਿਪਾਰਟਮੈਂਟ 'ਚ, ਮੈਂ ਕਿਹਾ ਆਹ ਤੁਹਾਡਾ ਇਹ ਸਫਾਈ ਹੈ ਤੁਹਾਡੀ, ਇੱਥੇ ਕਾਤਰਾਂ ਪਈਆਂ ਨੇ, ਇੱਥੇ ਤੁਹਾਡੀ ਬਾਈਂਡਿੰਗ ਹੁੰਦੀ ਪਈ ਹੈ, ਇੱਥੇ ਮੱਥਾ ਟੇਕ ਕੇ ਰਗੜ ਕੇ ਬੀਬੀਆਂ ਪੂੰਝਦੀ ਫਰਸ਼ ਪੂੰਝਦੇ ਰਹੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਹੁੰਦਾ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਇੱਦਾਂ ਤੁਸੀਂ ਮਹਾਰਾਜ ਦੀ ਬਾਈਂਡਿੰਗ ਕਰਦੇ ਪਏ ਉੱਥੇ। ਆਪਾਂ ਇੱਕ ਮੋਟੇ ਜਿਹੇ ਅੰਦਾਜ਼ੇ ਨਾਲ ਕਹਿ ਲਈਏ ਵੀ ਸੱਚਮੁੱਚ ਸ਼੍ਰੋਮਣੀ ਕਮੇਟੀ 'ਚ ਕਾਫੀ ਭ੍ਰਿਸ਼ਟਾਚਾਰ ਹੈਗਾ ਆ, ਜਾਂ ਕਿੰਨੇ ਕੁ % ਜਿਹੜੀ ਉਹ ਲੀਫਰੇਜ ਦੀ? ਇਹ ਦੇਖੋ ਮੇਰੀ ਗੱਲ ਸਮਝ ਲਓ, ਬੰਦੇ ਮਾੜੇ ਹੁੰਦੇ ਨੇ ਹਰ ਥਾਂ 'ਤੇ। ਹਾਂਜੀ ਹਾਂਜੀ। ਲੰਗਰ ਦੇ ਵਿੱਚੋਂ ਘਿਓ ਲੋਕ ਚੁੱਕ ਕੇ ਜਾਂਦੇ ਵੀ ਫੜੇ ਗਏ ਨੇ ਮੁਲਾਜ਼ਮ। ਅੱਛਾ ਜੀ। ਬਿਲਡਿੰਗਾਂ ਵਿੱਚ ਵੀ ਹੇਰਾ ਫੇਰੀ ਹੁੰਦੀ ਪਈ ਹੈ। ਚਰਚਾ ਹੁੰਦੀ ਆਮ ਕਰਕੇ ਵੀ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਜਿਹੜੇ ਆ ਉਹ ਬਾਦਲ ਕਿਆਂ ਦੇ ਕਹਿਣ 'ਤੇ ਚੱਲਦੇ ਆ, ਜੋ ਉਹ ਚਾਹੁੰਦੇ ਆ ਉਹੀ ਕੁਛ ਹੁੰਦਾ ਆ। ਇਹ 'ਚ ਕੋਈ ਸੱਚਮੁੱਚ ਸੱਚਾਈ ਹੈ ਕਾਫੀ? ਇਹ ਸਵਾਲ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੀਦਾ, ਮੈਂ ਤਾਂ ਤੁਸੀਂ ਮੈਨੂੰ ਕਿਉਂ ਪੁੱਛਦੇ? ਇਹ ਤਾਂ 100% ਹੀ ਠੀਕ ਹੈ, ਇਹ 'ਚ ਕੀ ਰੌਲਾ? ਕੋਈ ਜਥੇਦਾਰ ਸਾਹਿਬ ਪਾਰਟੀ ਪ੍ਰਧਾਨ ਤੋਂ ਬਿਨਾਂ ਅੱਖ ਪਾਸੇ ਨਹੀਂ ਹੁੰਦਾ ਹੈਗਾ। ਉਹ ਰਾਮ ਰਹੀਮ ਨੂੰ ਮਾਫੀ ਕਿਵੇਂ ਦਿੱਤੀ ਹੈ? ਮੈਂ ਇੱਕ ਚੈਪਟਰ ਲਿਖਦਾ ਕਿਤਾਬ ਦੇ ਵਿੱਚ, ਕਿਤਾਬ ਪੜ੍ਹ ਲਓ ਪੂਰੀ। ਸ਼੍ਰੋਮਣੀ ਕਮੇਟੀ ਦੀ ਪ੍ਰੋਬਲਮ ਕੀ ਹੈ? ਬੜੀ ਸ਼੍ਰੋਮਣੀ ਕਮੇਟੀ ਦੀ ਪ੍ਰੋਬਲਮ ਇਹ ਹੈ ਜੀ ਕਿ ਸਿਆਸਤ ਧਰਮ ਵਿੱਚ ਵੜ ਗਈ ਹੈ। ਤੇ ਕਹਿੰਦੇ ਇੱਕ ਪੋਇਮ ਆਉਂਦੀ ਹੈ ਕਿ ਵੜੀ ਸਿਆਸਤ ਧਰਮ ਤੇ ਮੀਰ ਬਣੇ ਹੁਣ ਪੀਰ, ਤੇ ਟੁੱਟੇ ਹੋਏ ਪੰਜਾਬ ਦੇ ਸਿੱਖੀ ਲੀਰੋ ਲੀਰ। ਘੈਂਟ ਪੰਜਾਬ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਪਿਆਰ ਕਰਨ ਵਾਲੇ ਦੋਸਤੋ, ਸਾਡੇ ਹਫ਼ਤਾਵਾਰੀ ਸ਼ੋਅ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਹੈ। ਮੈਂ ਹੋਸਟ ਕਮਲਜੀਤ ਸਿੰਘ ਬਨਵੈਦ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ, खुश आमदीद जी आया नूं कहंदा हाँ। किरदार देख कर मुरीद हो जाते हैं लोग, ज़बरदस्ती दिलों पे कब्जा नहीं होता। जिस शख्स की अज मैं तुहाडे नाल गल करन जा रहा हाँ, उस शख्स ने अद्धा पंजाब अपने कलावे विच लिया होया है। अद्धे पंजाबियों के दिलों ते उसका कब्जा है। पंजाबी उसके दिल ते कब्जा करन विच कामयाब रहे कि नहीं, यदी मैनू सार नहीं। इहो वजह है कि रलदा मिलदा सवाल जिहड़ा वो मेरे अपने बारे भी खड़ा रहिंदा है। सरदार हरचरण सिंह ने अपना जिहड़ा जीवन आ ओह एक बैंकर तो शुरू किया,
ਬਾਅਦ ਵਿੱਚ ਉਹ ਇੰਡੀਅਨ ਐਕਸਪ੍ਰੈਸ ਗਰੁੱਪ ਦੇ ਡਾਇਰੈਕਟਰ ਬਣੇ ਅਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਦੀ ਅਹਿਮ ਜ਼ਿੰਮੇਵਾਰੀ ਵੀ ਨਿਭਾਈ ਹੈ। ਆਪਣੀ ਜ਼ਿੰਦਗੀ ਦੇ ਜਿਹੜੇ ਢਲਦੇ ਦਿਨ ਆ ਉਹ ਸਾਰਾ ਜਿਹੜੀ ਜੀਵਨ ਆਪਣਾ ਉਹਨਾਂ ਨੇ ਲੋਕ ਸੇਵਾ ਨੂੰ ਸਮਰਪਿਤ ਕਰ ਦਿੱਤਾ। ਹੁਣ ਤੁਹਾਨੂੰ ਅਸੀਂ ਮਿਲਾ ਰਹੇ ਹਾਂ ਸਰਦਾਰ ਹਰਚਰਨ ਸਿੰਘ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਲਵੰਤ ਸਾਹਿਬ। ਪ੍ਰੋਗਰਾਮ 'ਚ ਤੁਹਾਡਾ ਤਹਿ ਦਿਲੋਂ ਸਵਾਗਤ ਹੈ। ਸਰਦਾਰ ਜੀ, ਤੁਸੀਂ ਬੈਂਕਰ ਵੀ ਰਹੇ ਹੋ, ਐਕਸਪ੍ਰੈਸ ਗਰੁੱਪ ਦੇ ਡਾਇਰੈਕਟਰ ਵੀ ਰਹੇ ਹੋ, ਤੁਸੀਂ ਸ਼੍ਰੋਮਣੀ ਕਮੇਟੀ ਵਿੱਚ ਵੀ ਬੜੀ ਵੱਡੀ ਸੇਵਾ ਨਿਭਾਈ ਆ। ਪਰ ਮੈਂ ਜਿਹੜੀ ਗੱਲ ਸ਼ੁਰੂਆਤ ਕਰਨਾ ਚਾਹੁੰਦਾ ਉਹ ਤੁਹਾਡੇ ਬਚਪਨ ਤੋਂ। ਤੁਹਾਡੇ ਵੀ ਕਿਤਾਬਾਂ ਪੜ੍ਹੀਆਂ, ਪਰ ਜਿਹੜੇ ਤੁਹਾਡੇ ਬਚਪਨ ਕਿਵੇਂ ਬੀਤਿਆ, ਜਨਮ ਕਿੱਥੇ ਹੋਇਆ, ਥੋੜ੍ਹੀ ਸਾਨੂੰ ਆਪਣੀ ਜਾਣ ਪਛਾਣ। ਮੈਨੂੰ ਐਸਾ ਗੱਲ ਹੈ ਕਿ ਮੇਰਾ ਤਾਂ ਜਨਮ ਹੋਇਆ ਦਸੰਬਰ 1944 ਦੇ ਵਿੱਚ ਹੀ, ਅਤੇ ਪੌਣੇ 3 ਸਾਲ ਦੀ ਮੇਰੀ ਉਮਰ ਸੀ ਜਦੋਂ ਪਾਕਿਸਤਾਨ 'ਚੋਂ ਅਸੀਂ ਸ਼ਿਫਟ ਕੀਤਾ ਇੱਥੇ ਜੀ। ਅੱਛਾ ਜੀ। ਘਰ 'ਚ ਬਦਕਿਸਮਤੀ ਹੋਈ ਕਿ ਮੇਰੇ ਫਾਦਰ ਦਾ ਮਰਡਰ ਹੋ ਗਿਆ ਜਦੋਂ ਮਾਈਗ੍ਰੇਸ਼ਨ ਕਰ ਰਹੇ ਸੀ ਜੀ, ਮਤਲਬ 47 ਪਾਕਿਸਤਾਨ ਵਿੱਚ ਵੰਡ ਵੇਲੇ। ਹਾਂਜੀ। ਤੁਹਾਡੇ ਪਿਤਾ ਜੀ ਆਪਾਂ ਕਹਿ ਦਈਏ ਮੇਰੇ ਪਿਤਾ ਜੀ ਡਾਕਟਰ ਸੀਗੇ। ਅੱਛਾ ਜੀ। ਅਤੇ ਉਹਨਾਂ ਨੂੰ ਧੋਖੇ ਨਾਲ ਕੋਈ ਲੈ ਗਿਆ ਵੀ ਸਾਡੇ ਘਰੇ ਮਰੀਜ਼ ਹੈ। ਅੱਛਾ ਜੀ। ਅਤੇ ਉੱਥੇ ਫਿਰ ਬੰਦੇ ਮੁਸਲਮਾਨ ਸੀਗੇ, ਕੁਛ ਬਦਮਾਸ਼ ਲੋਕ ਸੀ, ਉਹਨਾਂ ਨੇ ਵੱਢ ਦਿੱਤਾ ਜੀ, ਕਤਲ ਕਰ ਦਿੱਤਾ ਜੀ। 1947 ਦੇ ਰੌਲਿਆਂ ਵੇਲੇ ਤੁਹਾਡੇ ਪਿਤਾ ਜੀ ਮਾਰੇ ਗਏ। ਸਤੰਬਰ ਦੇ ਵਿੱਚ ਹੀ, ਅਗਸਤ ਖਤਮ ਹੋ ਗਈ ਸੀ ਜੀ। ਅੱਛਾ ਜੀ। ਉਦੋਂ ਮਾਈਗ੍ਰੇਸ਼ਨ ਦੀ ਤਿਆਰੀ ਹੋ ਰਹੀ ਸੀ ਜੀ। ਜੀ। ਸੋ ਅਸੀਂ 4 ਭੈਣ ਭਰਾ ਅਤੇ ਮੈਂ ਸਭ ਤੋਂ ਛੋਟਾ। ਅੱਛਾ ਜੀ। ਅਤੇ ਇਮੈਜਿਨ ਕਰੋ ਕਿ ਮੇਰੇ ਮਦਰ ਦੀ ਉਮਰ 30 ਸਾਲ ਸੀ ਸਾਰੀ ਉਸ ਵੇਲੇ। ਅੱਛਾ ਜੀ। ਅਤੇ 30 ਸਾਲ ਦੀ ਉਮਰ ਅਤੇ 4 ਬੱਚੇ, ਉਹਨਾਂ ਨੂੰ ਕਲਾਵੇ 'ਚ ਲੈ ਕੇ ਪਹਾੜ ਜਿੱਡੀ ਜ਼ਿੰਦਗੀ ਮੂਹਰੇ। ਅਤੇ ਤੁਸੀਂ ਵੇਖ ਲਓ ਵੀ ਕੀ ਹੋਣਾ ਜੀ। ਜੀ। ਮੇਰੇ ਮਦਰ ਪੜ੍ਹੇ ਲਿਖੇ ਸੀ ਜੀ। ਜੀ। ਤਾਂ ਉੱਥੋਂ ਮਿਲਟਰੀ ਟਰੱਕਾਂ 'ਚ ਬੈਠ ਕੇ ਅਤੇ ਉਸ ਤੋਂ ਬਾਅਦ ਫਿਰ ਟ੍ਰੇਨ ਦੀਆਂ ਛੱਤਾਂ 'ਤੇ ਬੈਠ ਕੇ ਅੰਮ੍ਰਿਤਸਰ ਪਹੁੰਚੇ ਜੀ। ਫਿਰ ਅੰਮ੍ਰਿਤਸਰ ਤੋਂ ਬਾਅਦ ਫਿਰ ਅੰਬਾਲੇ ਪਹੁੰਚੇ ਜੀ ਅਸੀਂ। ਅਤੇ ਉਮਰ ਮੇਰੀ ਪੌਣੇ 3 ਸਾਲ। ਮੇਰੀ ਵੱਡੀ ਭੈਣ ਸੀ ਮੇਰੇ ਤੋਂ 1.5 ਪੌਣੇ 2 ਸਾਲ ਵੱਡੀ ਜੀ। ਅੱਛਾ ਜੀ। ਸੋ ਇਹ ਜ਼ਿੰਦਗੀ ਦਾ ਸ਼ੁਰੂਆਤ ਸੀ। ਬੜੀ ਔਖੀ ਜ਼ਿੰਦਗੀ ਕੱਟੀ ਗਈ, ਇਨ ਦਾ ਸੈਂਸ ਬਾਪ ਦਾ ਸਿਰ 'ਤੇ ਸਾਇਆ ਨਾ ਹੋਵੇ ਜੀ। ਮਾਂ ਪੜ੍ਹੀ ਲਿਖੀ ਸੀ ਵੀ ਜੀ, ਸਕੂਲ 'ਚ ਟੀਚਰ ਲੱਗੇ ਅਤੇ 85 ਰੁਪਏ ਤਨਖਾਹ ਮਿਲਦੀ ਸੀ 1947 ਵਿੱਚ। ਜੀ। ਜੀ। ਅਤੇ ਉਸ ਨਾਲ ਹੀ ਬੱਚੇ ਪੜ੍ਹਨੇ, ਪੜ੍ਹਾਉਣੇ, ਪਾਲਣਾ, ਪੋਸਣਾ, ਅਤੇ ਬੜੀ ਵੱਡੀ ਜ਼ਿੰਮੇਵਾਰੀ ਸੀ ਮਾਂ ਦੀ ਜੀ। ਪਰ ਮੇਰਾ ਖਿਆਲ ਹੈ ਕਿ ਇਹ ਮਹਾਰਾਜ ਦਾ ਸਹਾਰਾ ਨਾ ਲਿਆਵੇ ਤਾਂ ਗੁਰੂ ਬੜੀ ਮਦਦ ਕਰਦਾ ਜੀ। 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 ਇਹੀ ਹਾਲ ਸਾਡੇ ਪਰਿਵਾਰ 'ਚ ਹੋਇਆ ਜੀ। ਜੀ। ਬਾਣੀ ਦਾ ਰਸ ਸੀ ਪਰਿਵਾਰ ਵਿੱਚ, ਅਤੇ ਅਸੀਂ ਸਾਰੇ ਹੀ ਭਰਾ ਪੜ੍ਹਾਈ 'ਚ ਚੰਗੇ ਸੀ ਜੀ। ਜੀ। ਮੇਰੇ ਵੱਡੇ ਭਰਾ ਜਿਹੜੇ ਬਾਅਦ ਵਿੱਚ ਆਰਮੀ ਜੁਆਇਨ ਕੀਤਾ, ਉਹ ਵੀ 10ਵੀਂ ਸਕੂਲ 'ਚ ਫਸਟ ਆਇਆ। ਮੇਰਾ ਦੂਜਾ ਭਰਾ ਵੀ ਫਸਟ ਆਇਆ, ਮੈਂ ਵੀ ਫਸਟ ਆਇਆ ਸਕੂਲ ਵਿੱਚ। ਉਹਨਾਂ ਦਿਹਾੜਿਆਂ ਵਿੱਚ ਡਿਸਟ੍ਰਿਕਟ 'ਚ ਫਸਟ ਆਉਣਾ, ਸਕੂਲ 'ਚ ਫਸਟ ਆਉਣਾ ਬੜੀਆਂ ਵੱਡੀਆਂ ਗੱਲਾਂ ਹੁੰਦੀਆਂ ਸੀ। ਹਾਂਜੀ। ਹੁਣ ਮੈਂ ਤਾਂ 76ਵੇਂ ਸਾਲ ਚੱਲਦਾ ਪਿਆ ਜੀ। ਹਾਂਜੀ। ਅਤੇ ਮੈਨੇ ਲੁੱਕ ਬੈਕ ਕਿ ਪੁਰਾਣੀ ਗੱਲ ਯਾਦ ਕਰਕੇ ਵੇਖੀਦਾ ਜੀ। ਅਤੇ ਮੈਂ ਹਾਇਰ ਸੈਕੰਡਰੀ ਖਾਲਸਾ ਹਾਇਰ ਸੈਕੰਡਰੀ ਸਕੂਲ ਅੰਬਾਲਾ ਸ਼ਹਿਰ ਤੋਂ ਕੀਤੀ ਜੀ। ਪਰ ਮੈਨੂੰ ਨਾ ਤਾਂ ਕੈਮਿਸਟਰੀ ਚੰਗੀ ਲੱਗਦੀ ਸੀ, ਨਾ ਮੈਥਮੈਟਿਕਸ ਚੰਗਾ ਲੱਗਦਾ ਸੀ। ਮੈਂ ਤੁਹਾਨੂੰ ਇੱਕ ਗੱਲ ਪਿੱਛੇ ਟੋਕਦਾ, ਮਤਲਬ ਤੁਸੀਂ ਪਾਕਿਸਤਾਨ ਤੋਂ ਆ ਕੇ ਅੰਬਾਲੇ ਆਪਣੇ ਪੈਰ ਟਿਕਾਏ। ਅੰਬਾਲੇ ਉਹ ਵੀ ਬਲਵੰਤ ਸਾਹਿਬ ਤਾਂ ਅੰਬਾਲੇ ਪੈਰ ਲਾਏ ਕਿ ਜਿਹੜੀਆਂ ਸਾਡੀਆਂ ਜ਼ਮੀਨਾਂ ਸੀ ਨਾ ਪਾਕਿਸਤਾਨ ਦੇ ਵੱਟੇ, ਸਾਨੂੰ ਇੱਥੇ ਆ ਕੇ ਮਿਲੀਆਂ ਜੀ ਆ ਕੇ। ਅੱਛਾ ਜੀ। ਸੋ ਜ਼ਮੀਨਾਂ ਦੇ ਕੋਲ ਹੀ ਰਹਿਣਾ ਸੀ ਆ ਕੇ। ਅੰਬਾਲੇ ਦੇ ਕੋਲ ਪਿੰਡਾਂ ਜਾ ਕੇ ਜ਼ਮੀਨ ਮਿਲੀ ਜੀ। ਫਿਰ ਇੱਥੇ ਪੈਰ ਟਿਕਾਉਣੇ ਮਾਤਾ ਜੀ ਦੀ ਇਕੱਲਿਆਂ ਹੁੰਦਿਆਂ ਬਹੁਤ ਮੁਸ਼ਕਲ ਬੜੀ ਮਿਹਨਤ ਸੀ, ਬੜੀ ਮਿਹਨਤ ਸੀ। ਤੁਹਾਡੇ ਯਾਦ ਵਿੱਚ ਕੋਈ ਚੇਤੇ 'ਚ ਕੋਈ ਇਹੀ ਗੱਲ ਵਸੀ ਹੋਈ ਹੈ ਜਦੋਂ ਨਵੇਂ ਥਾਂ ਕੇ ਪੈਰ ਟਿਕਾਏ ਅਤੇ ਮਾਤਾ ਜੀ ਨੇ ਸਟਰਗਲ ਕੀਤਾ ਫਿਰ ਉਸ ਵੇਲੇ? ਸਟਰਗਲ ਤਾਂ ਤੁਹਾਨੂੰ ਦੱਸੀ ਇਹ ਗੱਲ ਵੀ 1.5 ਕਮਰੇ ਸੀ, ਇੱਕ ਕਿਚਨ ਸੀ, ਛੋਟਾ ਜਿਹਾ ਬਾਥਰੂਮ ਸੀਗਾ ਜੀ। ਉਹਦੇ ਵਿੱਚ ਸਾਰੇ ਪਰਿਵਾਰ ਨੇ ਬਹਿਣਾ, ਉੱਥੇ ਹੀ ਰਹਿਣਾ, ਉੱਥੇ ਹੀ ਸੌਣਾ, ਉੱਥੇ ਹੀ ਖਾਣਾ। ਉਹੀ ਡਰਾਇੰਗ ਰੂਮ ਹੈ, ਉਹੀ ਡਾਈਨਿੰਗ ਰੂਮ ਹੈ ਜੀ, ਅਤੇ ਉਹੀ ਤੁਹਾਡਾ ਸਟੱਡੀ ਰੂਮ ਹੈ ਸੋ ਕਾਲਡ। ਅਤੇ ਤੁਸੀਂ ਜਿਸ ਬਾਪ ਦੇ ਬੇਟੇ ਹੋ, ਬਾਪ ਤੁਹਾਡਾ ਡਾਕਟਰ ਹੋਵੇ ਅਤੇ ਤੁਸੀਂ ਆ ਕੇ ਇੰਝ ਡਿੱਗ ਪਵੋ, ਅਤੇ ਫਿਰ ਤੁਹਾਡੇ ਵਾਸਤੇ ਸਟਰਗਲ ਤਾਂ ਮਾਂ ਦੀ ਹੈ ਹੀ ਹੈ ਜੀ। ਬਿਲਕੁਲ ਜੀ, ਬਿਲਕੁਲ। ਪਰ ਬੜੀ ਕਮਾਲ ਦੀ ਗੱਲ ਹੈ ਬਲਵੰਤ ਸਾਹਿਬ, ਕਿਉਂਕਿ ਅਸੀਂ ਘਰੋਗੀ ਗੱਲ ਪੁੱਛ ਲਈ ਹੈ। ਹਾਂਜੀ। ਅਤੇ ਮਾਂ ਦੇ ਵਿੱਚ ਇੱਕ ਤਾਂ ਹੌਸਲਾ ਬੜਾ ਸੀ ਜੀ। ਅੱਛਾ ਜੀ। ਦਲੇਰ ਵੀ, ਅਤੇ ਗੁਰੂ 'ਤੇ ਬੜਾ ਭਰੋਸਾ ਜੀ। ਜੀ। ਬੜੀ ਭਰੋਸਾ ਜੀ। ਉਹਨੇ ਕਹਿੰਦੇ ਮਹਾਰਾਜ ਨੇ ਕੋਈ ਨਹੀਂ, ਇਸੇ ਕਰਕੇ ਜਿਹੜਾ ਉਹਨਾਂ ਦਾ ਬਾਗ ਹੈ ਇਸ ਵੇਲੇ ਹਰਾ ਭਰਾ। ਚਲੋ ਤਾਂ ਜੋ ਮਹਾਰਾਜ ਦੀ ਕਿਰਪਾ ਹੀ ਹੈ ਤਾਂ ਜੀ। ਜੀ। ਸੋ ਅਸੀਂ ਇਸ ਤਰ੍ਹਾਂ ਫਿਰ ਸਕੂਲ 'ਚ ਦਾਖਲ ਹੋ ਗਏ ਜੀ। ਫਾਰਚੂਨੇਟਲੀ ਜਿਹੜਾ ਮੇਰਾ ਵੱਡਾ ਬ੍ਰਦਰ ਸੀ ਜੀ, ਉਹ 1954 ਦੇ ਵਿੱਚ ND ਚਲੇ ਗਏ ਜੀ। ਅੱਛਾ ਜੀ। ਮਤਲਬ ਪਾਰਟੀਸ਼ਨ ਤੋਂ 7-8 ਸਾਲਾਂ ਬਾਅਦ ਹੀ ਉਹ ਬੰਦਾ ND ਜੁਆਇਨ ਕਰ ਗਿਆ ਜੀ। ਜੀ। ਉਹਨਾਂ ਦੇ ਵਿੱਚ NDA ਜਾਣਾ ਐਂ ਸੀ ਜਿਵੇਂ ਅੱਜ ਮੁੰਡਾ ਘਰ ਪਰਿਵਾਰ 'ਚ IAS ਮੁੰਡਾ ਹੁੰਦਾ ਜੀ। ਬਿਲਕੁਲ ਜੀ, ਬਿਲਕੁਲ ਜੀ। ਪੁਰਾਣੀਆਂ ਗੱਲਾਂ ਕਰਦਾ ਮੈਂ। ਹਾਂਜੀ। ਸੋ 1958 ਤੋਂ ਕਮਿਸ਼ਨ ਮਿਲ ਗਈ ਜੀ। ਸੋ ਦੂਜਾ ਭਰਾ ਸੀ ਉਹ ਮਰਚੈਂਟ ਨੇਵੀ ਚਲਾ ਗਿਆ ਜੀ। ਅੱਛਾ ਜੀ।
ਤੇ ਮੈਂ ਰਹਿ ਗਿਆ ਘਰ ਜੀ। ਵੈਸੇ ਤਾਂ ਜਿਹੜੀ 1947 ਦੀ ਵੰਡ ਆ ਨਾ, ਉਹਦਾ ਦੁਖਾਂਤ ਆ, ਉਹਦੇ ਬਾਰੇ ਬਹੁਤ ਗੱਲਾਂ ਸੁਣੀਆਂ ਹੋਈਆਂ, ਜਿਹੜੇ ਦਰਦਨਾਕ ਹਾਦਸੇ ਆ। ਕੋਈ ਤੁਹਾਡੇ ਹਮੇਸ਼ਾ ਕੋਈ ਚੇਤਿਆਂ 'ਚ ਹੈਗਾ ਕਿ ਵਸਿਆ ਹੋਇਆ ਜਿਹੜਾ ਤੁਸੀਂ ਅੱਖੀਂ ਦੇਖਿਆ ਹੋਵੇ? ਵੈਸੇ 3 ਸਾਲ ਦੀ ਬੱਚੇ ਦੀ ਉਮਰ ਮੈਨੂੰ ਤਾਂ ਮੈਂ ਤਾਂ ਨਹੀਂ ਦੇਖਿਆ, ਮੈਂ ਆਪਣੇ ਮਦਰ ਕੋਲ ਬਹੁਤ ਸੁਣਿਆ, ਕਿਉਂਕਿ ਮੈਂ ਹੀ ਘਰ 'ਚ ਇਕੱਲਾ ਰਹਿ ਗਿਆ। ਬਾਕੀ ਭਰਾ ਬਾਹਰ ਚਲੇ ਗਏ, ਇੱਕ ਮਰਚੈਂਟ ਨੇਵੀ ਚਲਾ ਗਿਆ ਬਾਹਰ, ਇੱਕ ਆਰਮੀ ਚਲਾ ਗਿਆ, ਫੌਜ 'ਚ। ਸੋ ਸਾਰੀਆਂ ਗੱਲਾਂ ਮਾਂ ਨੇ ਪਿਤਾ ਜੀ ਦੀਆਂ ਵੀ ਸਾਂਝੀਆਂ ਕੀਤੀਆਂ, ਪਰਿਵਾਰ ਦੀਆਂ ਵੀ ਸਾਂਝੀਆਂ ਕੀਤੀਆਂ, ਅਤੇ ਇੱਕ ਮੈਨੂੰ ਗੱਲਾਂ ਦਾ ਸ਼ੌਂਕ ਵੀ ਸੀਗਾ ਜੀ। ਅਤੇ ਉਹਨੇ ਫਿਰ ਮੈਨੂੰ ਬੜੀਆਂ ਗੱਲਾਂ ਸੁਣਾਈਆਂ ਜੀ, ਵੀ ਅਸੀਂ ਪਾਕਿਸਤਾਨ 'ਚੋਂ ਕਿਵੇਂ ਨਿਕਲੇ ਜੀ। ਇੱਕ ਟਰੰਕ ਛੋਟਾ ਜਿਹਾ, ਟਰੰਕ ਹੀ ਕਹੀਦਾ ਸੀ ਉਹਨਾਂ ਦੇ, ਲੋਹੇ ਦਾ ਟਰੰਕ ਹੀ ਹੁੰਦੇ ਸੀ ਜੀ, ਟੈਚੂ ਟੂਚੀ ਤਾਂ ਹੁੰਦੇ ਨਹੀਂ ਸੀਗੇ, ਉਹਦੇ 'ਚ ਹੀ ਕੱਪੜੇ ਪਾਏ। ਅਤੇ ਇੰਨੇ ਸਿਆਣੇ ਸੀ, ਕਹਿੰਦੇ ਕਿ ਮੈਂ ਸੋਚਿਆ ਵੀ ਸਰਦੀਆਂ ਆਉਣ ਵਾਲੀਆਂ ਅੱਗੋਂ, ਅਤੇ ਬੱਚਿਆਂ ਵਾਸਤੇ ਇੱਕ ਕੰਬਲ ਤਾਂ ਕੋਲ ਹੋਵੇ ਆਪਣਾ, ਅਤੇ ਵੱਡੇ ਭਰਾਵਾਂ ਦੇ ਛੋਟੇ ਛੋਟੇ ਕੋਟ ਸੀ, ਕਿਉਂਕਿ ਚੰਗੇ ਘਰਾਂ 'ਚ ਸੀਗੇ, ਪੜ੍ਹਿਆ ਲਿਖਿਆ ਸੀ। ਉਹਨਾਂ ਦਿਹਾੜਿਆਂ 'ਚ ਸਕੂਲ ਜਾਣ ਲੱਗੇ ਕੋਟ ਪਾ ਕੇ ਜਾਂਦੇ ਸੀ ਬੱਚੇ। ਮਤਲਬ ਉਹ ਵੇਲੇ ਦੀ। ਸੋ ਕੋਟ ਵੀ ਨਾਲ ਚੁੱਕ ਕੇ ਲਿਆ ਜੀ। ਉਹ ਫਿਰ ਜੇ ਵੱਡੇ ਭਰਾ ਦੇ ਛੋਟੇ ਭਰਾ ਕੱਪੜੇ ਪਾਉਂਦੇ, ਫਿਰ ਮੈਂ ਉਹ ਸਾਰੇ ਕੋਟ ਪਾਏ ਨੇ ਹੌਲੀ ਹੌਲੀ ਕਰਕੇ, ਜਦੋਂ ਮੈਂ ਵੀ ਥੋੜ੍ਹਾ ਵੱਡਾ ਹੋ ਗਿਆ ਤਾਂ ਜੀ। ਸੋ ਤਕਲੀਫ ਦੀਆਂ ਗੱਲਾਂ ਸੀਗੀਆਂ ਜੀ। ਅਤੇ ਪਰ ਨਾ ਮਤਲਬ ਜੀ ਗੁਰੂ ਦਾ ਲੜ ਨਹੀਂ ਛੱਡਿਆ ਉਹਨਾਂ ਨੇ ਜੀ, ਉਹੀ ਲੜ ਦਾ ਸਾਡੇ ਲਈ ਰੱਖਿਆ ਜੀ। ਤੁਸੀਂ ਫਿਰ ਜਦੋਂ ਮਾਤਾ ਜੀ ਇੱਕ ਚਲੋ ਸੰਘਰਸ਼ ਦੀ ਜ਼ਿੰਦਗੀ ਜੀ ਰਹੇ ਸੀਗੇ, ਤੁਸੀਂ ਸਕੂਲ ਤੋਂ ਲੈ ਕੇ ਫਿਰ ਬੈਂਕ ਦੀ ਨੌਕਰੀ ਤੱਕ ਪੜ੍ਹਾਈ ਕਿੱਥੇ ਕੀਤੀ? ਇੰਝ ਜੀ 11ਵੀਂ ਤਾਂ ਮੈਂ ਕੀਤੀ ਜੀ ਹਾਇਰ ਸੈਕੰਡਰੀ ਸਕੂਲ ਖਾਲਸਾ ਹਾਈ ਸਕੂਲ ਅੰਬਾਲੇ ਤੋਂ ਜੀ। ਅਤੇ ਮੈਨੂੰ ਨਾ ਕੈਮਿਸਟਰੀ ਚੰਗੀ ਨਹੀਂ ਸੀ ਲੱਗਦੀ ਜੀ। ਮੈਂ ਸਿਆਣਾ ਸਾਂ, ਲਾਇਕ ਸਾਂ, ਬੜੇ ਨੰਬਰ ਸੀਗੇ। ਮੈਂ ਚਲੋ ਆਰਟਸ ਹੀ ਲੈ ਲਈ ਜੀ। ਸੋ ਮੈਂ ਜੀ ਆਰਟਸ ਹਿਸਟਰੀ ਅਤੇ ਇਕਨੋਮਿਕਸ ਲੈ ਲਈ। ਅਤੇ ਮੈਨੂੰ ਵੀ ਸਿਵਾਏ ਇਕਨੋਮਿਕਸ ਅਤੇ ਸਪੈਲਿੰਗ ਤੋਂ ਮੈਨੂੰ ਹੋਰ ਕੁਛ ਨਹੀਂ ਸੀ ਆਉਂਦਾ। ਪਰ ਲਗਨ ਸੀਗੀ ਜਿਵੇਂ, ਅਤੇ ਮੈਂ ਲੱਗ ਪਿਆ ਜੀ। ਮੈਂ 3 ਸਾਲ ਆਪਣੇ DAV ਕਾਲਜ ਫਸਟ ਆਇਆ ਜੀ, ਪਾਰਟ 1, ਪਾਰਟ 2, BA ਪਾਰਟ 3 'ਚ। ਔਰ BA ਫਾਈਨਲ ਵਿੱਚ ਮੈਂ ਯੂਨੀਵਰਸਿਟੀ ਦਾ ਡਿਸਟਿੰਕਸ਼ਨ ਹੋਲਡਰ ਹਾਂ ਜੀ ਇਕਨੋਮਿਕਸ ਦਾ। ਮੇਰਾ ਕਈ ਸਾਲ ਰਿਕਾਰਡ ਰਿਹਾ ਇਕਨੋਮਿਕਸ ਦਾ ਜੀ। 76% ਨੰਬਰ ਸੀ BA 'ਚ ਮੇਰੇ ਜੀ ਇਕਨੋਮਿਕਸ 'ਚ। ਨਾਰਮਲੀ ਕਿੱਥੇ ਆਉਂਦੇ ਨੇ ਦਿਹਾੜਿਆਂ 'ਚ? ਹੁਣ ਤਾਂ ਅੱਜ ਕੱਲ੍ਹ ਕੁਐਸਚਨ ਆਨਸਰ ਸੌਖੇ ਹੈਗੇ, ਉਹਨਾਂ ਜ਼ਮਾਨੇ ਤਾਂ 60 ਨੰਬਰ ਆ ਜਾਣ ਤਾਂ ਬੜੇ ਨੰਬਰ ਜ਼ਿਲ੍ਹੇ 'ਚ। ਸੋ ਫਿਰ ਮੈਂ BA ਉੱਥੋਂ ਕੀਤੀ ਜੀ, DAV ਕਾਲਜ ਅੰਬਾਲੇ ਤੋਂ ਜੀ। ਫਿਰ MA ਕੀਤੀ ਮੈਂ ਇੰਗਲਿਸ਼ ਲਿਟਰੇਚਰ ਦੀ, ਉਹ ਵੀ ਬੜੀ ਕਹਾਣੀ ਹੈ ਜੀ। ਇਕਨੋਮਿਕਸ ਤੁਹਾਡੇ ਇੰਨੇ ਨੰਬਰ ਆਏ, ਹੁਣ ਤਾਂ ਅੰਗਰੇਜ਼ੀ ਕੀ ਕਰਨ ਜਾ ਵਜੇ। ਸਮਝ ਇੰਨੀ ਸੀ, ਭਰਾ ਬਾਹਰ ਸੀਗੇ, ਕੋਈ ਗਾਈਡ ਕਰਨ ਵਾਲਾ ਹੈ ਨਹੀਂ ਸੀ। ਸੋਚਿਆ ਵੀ DAV ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਤਾਂ ਬੜੇ ਨੇ, ਇਕਨੋਮਿਕਸ ਦਾ ਇੱਕੋ ਹੀ ਹੈ। ਅਤੇ ਜੇ ਪ੍ਰੋਫੈਸਰ ਬਣਨਾ ਹੋਵੇ ਤਾਂ ਅੰਗਰੇਜ਼ੀ ਹੋਣੀ ਚਾਹੀਦੀ, ਤਾਂ ਕਿ ਨੌਕਰੀ ਸੌਖੀ ਮਿਲ ਜਾਏਗੀ। ਐਨੀਵੇ ਉੱਥੇ ਚਲਾ ਗਿਆ ਜੀ। MA ਕਰਨ ਤੋਂ ਬਾਅਦ ਫਿਰ ਮੈਂ ਸੋਚਿਆ ਵੀ 21-22 ਸਾਲ ਮੇਰੀ ਉਮਰ ਹੈ, ਅਤੇ ਜੇ ਸੈਂਟਰਲ ਸਰਵਿਸ 'ਚ ਅਪੀਅਰ ਹੋਣਾ ਇਮਤਿਹਾਨ 'ਚ IAS 'ਚ, ਤਾਂ ਤੁਹਾਨੂੰ ਲਾਅ ਪੇਪਰ ਚਾਹੀਦਾ, ਕੋਈ ਚੰਗੇ ਪੇਪਰ ਚਾਹੀਦੇ ਨੇ। ਸੋ ਮੈਂ LLB ਕਰਨ ਸੋਚ ਲਿਆ, ਮਨ ਬਣਾ ਲਿਆ ਜੀ। ਮੈਂ ਦਿੱਲੀ ਯੂਨੀਵਰਸਿਟੀ ਗਿਆ, LLB ਐਡਮਿਸ਼ਨ ਹੋ ਗਿਆ। ਉਹ ਮੈਂ ਨਾਲ ਪਤਾ ਕੀਤਾ ਦਿੱਲੀ ਸਕੂਲ ਆਫ ਇਕਨੋਮਿਕਸ 'ਚ, ਕਿਉਂਕਿ ਮੇਰੇ BA 'ਚ ਨੰਬਰ ਬੜੇ ਸੀ। ਉਹ ਕਹਿਣ ਲੱਗੇ ਐਡਮਿਸ਼ਨ ਲੈਣਾ ਤਾਂ ਅੱਜ ਤੁਸੀਂ ਵੀ ਲੈ ਜਾਓ, ਨਹੀਂ ਤਾਂ ਲੋਕ ਤਰਲੇ ਕੱਢਦੇ ਨੇ ਦਿੱਲੀ ਸਕੂਲ ਆਫ ਇਕਨੋਮਿਕਸ ਦੇ ਅੱਗੋਂ ਲੰਘਣ ਦੀ ਜੀ। ਪਰ ਮੈਂ ਕਹਿੰਦੀ ਮੈਂ ਇਕਨੋਮਿਕਸ ਕੀ ਕਰਨੀ, ਹੁਣ ਤਾਂ LLB ਕਰਾਂਗਾ। ਪੇਪਰ ਚਾਹੀਦੇ ਨੇ ਮੈਨੂੰ, 2 ਇੰਟਰਨੈਸ਼ਨਲ ਦੇ ਪੇਪਰ ਚਾਹੀਦਾ। ਸੋ ਪਰ 3 ਸਾਲ ਦੀ LLB ਸੀ। ਫਿਰ ਮੈਂ ਚੰਡੀਗੜ੍ਹ ਆ ਗਿਆ, ਅਤੇ ਚੰਡੀਗੜ੍ਹ ਲਾਸਟ ਬੈਚ ਸੀ LLB ਦਾ 2 ਸਾਲ ਦਾ। ਸੋ ਮੈਂ LLB ਚੰਡੀਗੜ੍ਹੋਂ ਕੀਤੀ ਆ ਕੇ। 2 ਸਾਲ 'ਚ ਕੀਤੀ। ਅੱਛਾ, ਮੈਂ ਤੁਹਾਡੀ ਗੱਲ, ਜਦੋਂ ਤੁਸੀਂ ਬੈਂਕ 'ਚ ਨੌਕਰੀ ਲਈ ਆ, ਉਦੋਂ ਹੁਣ ਦੀ ਤਰ੍ਹਾਂ ਕੰਪੀਟੀਸ਼ਨ ਹੁੰਦੇ ਸੀਗੇ, ਟੈਸਟ ਲਏ ਜਾਂਦੇ ਸੀਗੇ, ਜਾਂ ਬੜਾ ਸੌਖਾ ਕਿਵੇਂ? ਇਸ ਤਰ੍ਹਾਂ ਸੀ ਜੀ, ਪ੍ਰਾਈਵੇਟ ਬੈਂਕ ਸੀਗਾ ਜੀ, ਪੰਜਾਬ ਐਂਡ ਸਿੰਧ ਬੈਂਕ। ਅਤੇ ਉਸ ਵੇਲੇ ਸਾਰੀਆਂ ਬੈਂਕ ਦੀਆਂ ਬ੍ਰਾਂਚਾਂ 20-22-25 ਬ੍ਰਾਂਚਾਂ ਸਾਰੀਆਂ ਕੁੱਲ ਸੀਗੀਆਂ ਜੀ। ਜਿਹੜਾ ਬੰਦਾ ਗੁਰਸਿੱਖ ਹੋਵੇ ਇੱਕ, ਜਿਹੜਾ ਬੰਦਾ MA ਪਾਸ ਹੋਵੇ, ਸਰ ਇੰਦਰਜੀਤ ਸਿੰਘ ਵੇਲੇ ਅਪਲਾਈ ਕਰੋ। ਤੁਹਾਡੀ ਇੰਟਰਵਿਊ ਹੁੰਦੀ ਸੀ 2, ਇੱਕ ਪ੍ਰੀਲਿਮਿਨਰੀ, ਇੱਕ ਫਾਈਨਲ ਇੰਟਰਵਿਊ, ਕੋਈ ਰਿਟਨ ਟੈਸਟ ਨਹੀਂ ਸੀ ਜੀ। ਅਤੇ ਜੇ ਇਫ ਯੂ ਆਰ ਡੂਇੰਗ ਵੈਲ ਤਾਂ ਤੁਹਾਨੂੰ ਸਿਲੈਕਟ ਕਰਕੇ ਕਹਿੰਦੇ ਵੀ ਆ ਜਾਓ, ਜੁਆਇਨ ਕਰ ਲਓ ਜੀ। ਸੋ ਉਹ ਮੈਨੂੰ ਲੈਣ ਨਾ, ਉਹ ਕਹਿਣ ਕਿ ਤੁਹਾਡਾ ਤਾਂ ਐਕੈਡਮਿਕ ਰਿਕਾਰਡ ਬੜਾ ਚੰਗਾ, ਤੁਸੀਂ ਛੋਟੇ ਜਿਹੇ ਬੈਂਕ 'ਚ ਕੀ ਕਰਨ ਆਏ ਹੋ? ਮੈਂ ਕਿਹਾ ਮੇਰੀ ਤਾਂ ਉਮਰ 24 ਸਾਲ ਹੋ ਗਈ, ਹੁਣ ਤਾਂ ਮੈਂ ਕਿਤੇ ਨੌਕਰੀ ਮਿਲਦੀ ਨਹੀਂ ਹੈਗੀ। ਐਂਡ ਆਈ ਵਾਸ ਸੋ ਬਲੰਟ, ਮੈਂ ਇੰਨਾ ਕਲੀਅਰ ਸੀ ਉਹਨਾਂ ਨੂੰ ਕਹਿਣ ਵਿੱਚ ਕਿ ਮੈਨੂੰ ਤਾਂ ਕਿਤੇ ਹੋਰ ਨੌਕਰੀ ਮਿਲਣੀ ਨਹੀਂ, ਮੈਂ ਤਾਂ ਇਸ ਕਰਕੇ ਤੁਹਾਡੇ ਕੋਲ ਆ ਗਿਆ। ਕੋਈ ਕਹਿੰਦਾ ਹੁੰਦਾ, ਮੈਂ ਵੀ ਕਹਿ ਗਿਆ ਉਹਨੂੰ, ਕਹਿੰਦੇ ਰੱਖ ਲਓ ਇਹ ਬੰਦਾ, ਤਾਂ ਰੱਖ ਲਓ। ਸੋ ਮੈਂ ਤੁਹਾਨੂੰ ਇਹ ਨੌਕਰੀ ਮਿਲੀ ਜੀ। ਅੱਛਾ, ਜਦੋਂ ਤੱਕ ਤੁਸੀਂ ਜੁਆਇਨ ਕੀਤਾ ਉਦੋਂ ਪ੍ਰਾਈਵੇਟ ਬੈਂਕ ਸੀ, ਪਰ ਬਾਅਦ ਵਿੱਚ ਨੈਸ਼ਨਲ ਬੈਂਕ ਹੋ ਗਿਆ 1980 ਦੇ ਵਿੱਚ। 1980 ਵਿੱਚ ਨਾ, ਜਦੋਂ ਕਈ ਸਾਰੇ ਬੈਂਕ ਜਿਹੜੇ ਉਹ ਨੈਸ਼ਨਲ ਕੀਤੇ ਗਏ ਸੀਗੇ, ਫਿਰ ਤੁਸੀਂ ਇੱਕ ਸਰਕਾਰੀ ਬੈਂਕ ਵਿੱਚੋਂ ਜੰਪ ਕਰਕੇ ਜਿਹੜਾ ਪ੍ਰਾਈਵੇਟ ਅਦਾਰਾ ਆ, ਇੰਡੀਅਨ ਐਕਸਪ੍ਰੈਸ ਗਰੁੱਪ ਜਿਹੜਾ ਆ, ਉਹਦੇ ਵਿੱਚ ਜਾਣ ਦਾ ਕਿਵੇਂ ਸਬਬ ਬਣਿਆ ਜੀ? ਇਸ ਤਰ੍ਹਾਂ ਤਾਂ ਮੈਂ ਬੈਂਕ ਦੀ ਇੱਕ ਮਿੰਟ ਹੋਰ ਗੱਲ ਸੁਣਾ ਦੇਵਾਂ ਬੈਂਕ ਦੀ। ਮੈਂ 1969 ਸਤੰਬਰ 'ਚ ਬੈਂਕ ਜੁਆਇਨ ਕੀਤਾ ਜੀ। ਅੱਛਾ ਜੀ। ਨਾ ਮੇਰਾ ਕੋਈ
ਚਾਚਾ, ਨਾ ਮਾਮਾ, ਨਾ ਤਾਇਆ, ਨਾ ਰਿਸ਼ਤੇਦਾਰ, ਜੀ ਜਿਹੜਾ ਮੇਰੀ ਬਾਂਹ ਫੜ ਕੇ ਇੱਕ ਪ੍ਰਾਈਵੇਟ ਬੈਂਕ 'ਚ ਮੇਰੀ ਮਦਦ ਕਰਕੇ ਮੈਨੂੰ ਅੱਗੇ ਲੈ ਜਾਂਦਾ। ਜੀ ਜੀ ਪਰ ਮੈਂ ਸਮਝਦਾ ਕਿ ਇੱਕ ਤਾਂ ਗੁਰੂ ਦੀ ਬੜੀ ਕਿਰਪਾ ਸੀ ਜੀ, ਜੀ ਇੱਕ ਕੋਈ ਮਿਹਨਤ ਵੀ ਬੜੀ ਸੀ ਜੀ। ਜੀ ਤੁਸੀਂ ਇਮੈਜਿਨ ਕਰੋ ਕਿ ਮੈਨੂੰ ਸਾਰੀ ਉਮਰ ਮੈਂ ਪ੍ਰਾਈਵੇਟ ਬੈਂਕ 'ਚ ਬਿਨਾਂ ਕਿਸੇ ਸਿਫਾਰਿਸ਼ ਦੇ, ਮੈਨੂੰ ਕਿਸੇ ਨੇ ਖਾਸ ਸੁਪਰਸੀਡ ਵੀ ਨਹੀਂ ਕੀਤਾ ਜੀ ਅੱਛਾ ਜੀ ਸਾਰੀ ਉਮਰ ਜੀ। ਤੇ ਮੈਂ ਜਨਰਲ ਮੈਨੇਜਰ ਬਣ ਗਿਆ ਜੀ ਬੜੇ ਆਰਾਮ ਨਾਲ ਜੀ। ਜੀ ਹੌਲੀ 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 ਟੱਪਦਾ, ਕਈਆਂ ਨੂੰ ਮੈਂ ਸੁਪਰਸੀਡ ਕਰ ਗਿਆ ਜੀ ਹਾਂਜੀ ਬਾਈ, ਔਰ ਤੁਹਾਡੀ ਪਰਫਾਰਮੈਂਸ, ਤੁਹਾਡਾ ਕੰਮ। ਮਿਹਨਤ ਔਰ ਬਲਵੈਰ ਸਾਹਿਬ, ਤੁਸੀਂ ਕਮਾਲ ਦੀ ਗੱਲ ਸੁਣਾਵਾਂ ਮੈਂ ਤੁਹਾਨੂੰ, ਜਦੋਂ ਮੈਂ LLB ਕੀਤੀ ਤਾਂ ਮੇਰਾ LLB ਡਿਸਟਿੰਕਸ਼ਨ ਸੀ, ਅੱਛਾ ਜੀ ਮੇਰੇ BHU ਡਿਸਟਿੰਕਸ਼ਨ ਸੀ। ਹਾਂਜੀ ਜਦੋਂ ਮੈਂ ਇੱਕ ਬੈਂਕ ਦਾ ਇਮਤਿਹਾਨ ਪਾਸ ਕੀਤਾ, ਬੈਂਕ ਦੇ ਵਿੱਚ ਰਹਿ ਕੇ, ਇਹਨੂੰ ਕਹਿੰਦੇ CAIIB, ਜੀ ਸਰਟੀਫਾਈਡ ਐਸੋਸੀਏਟ ਮੈਂਬਰ ਆਫ ਦ ਇੰਸਟੀਚਿਊਟ ਆਫ ਬੈਂਕਰਸ, ਜੀ ਮੇਰਾ ਅਕਾਊਂਟ ਸੇ ਡਿਸਟਿੰਕਸ਼ਨ ਸੀ ਜੀ, ਮੇਰਾ ਨਾਮ ਅੱਛਾ ਜੀ। ਪਬਲਿਸ਼ ਹੋਇਆ ਜੀ। ਅੱਛਾ ਜੀ ਪਹਿਲਾ ਬੰਦਾ ਸੀ ਪੰਜਾਬ ਐਂਡ ਸਿੰਧ ਬੈਂਕ ਜਿਹਦਾ ਡਿਸਟਿੰਕਸ਼ਨ ਆਇਆ, ਉਹ ਫਿਰ ਅਕਾਊਂਟਸ 'ਚ ਆਇਆ ਜੀ। ਤੇ ਅਕਾਊਂਟਸ ਮੈਂ ਕਦੀ ਪੜ੍ਹਿਆ ਹੀ ਨਹੀਂ ਸੀਗਾ ਜੀ, ਨਾ ਮੈਂ ਕੰਮ ਕੀਤੀ, ਨਾ ਮੈਂ ਕੋਈ CA ਕੀਤੀ ਸੀ। ਪਰ ਤੁਹਾਨੂੰ ਸ਼ੌਂਕ ਹੈ, ਧੁਨ ਲੱਗ ਗਈ ਨਾ ਜੀ ਵੀ ਆਹ ਕੰਮ ਕਰਨਾ। ਬੈਚਲਰ ਸੀਗੇ, ਪੜ੍ਹਨ 'ਤੇ ਹੀ ਲੱਗ ਪਿਆ ਇਸ ਕੰਮ 'ਤੇ ਜੀ, ਕਮਲਿਆਂ ਵਾਂਗ ਜੀ। ਜੀ ਜੀ ਸੋ ਬੈਂਕ 'ਚ ਆ ਗਿਆ ਜੀ। ਤੇ ਮੈਨੂੰ ਨਾ ਸ਼ੇਖਰ ਗੁਪਤਾ ਇੱਥੇ ਰਿਪੋਰਟਰ ਹੁੰਦੇ ਸੀ ਇੰਡੀਅਨ ਐਕਸਪ੍ਰੈਸ ਵਿੱਚ, ਹਾਂਜੀ ਬਿਲਕੁਲ ਚੰਡੀਗੜ੍ਹ, ਜਦੋਂ ਮੈਂ ਬਿਲਕੁਲ ਸੈਕਟਰ 17 ਵਿੱਚ ਸੀਨੀਅਰ ਮੈਨੇਜਰ ਸੀ। ਹਾਂਜੀ ਉਹ ਇੱਕ ਵਾਰ ਮੇਰੇ ਕੋਲ ਆਇਆ ਤੇ ਮੈਂ ਕਿਹਾ ਕਿਵੇਂ ਆਏ ਹੋ? ਮੈਂ ਤਾਂ ਪੁੱਛਿਆ ਵੀ ਕਿਵੇਂ ਆਏ ਹੋ, ਵੀ ਕੋਈ ਕੰਮ ਹੈ? ਉਹ ਕਹਿੰਦਾ ਹਾਂਜੀ। ਸਾਈਕਲ ਤੇ ਆਇਆ। ਅੱਛਾ ਜੀ ਮੈਂ ਕਿਹਾ ਸਾਈਕਲ ਤੇ ਆਇਆ? ਕਹਿੰਦੇ ਹਾਂ। ਤੇ ਮੈਂ ਕਿਹਾ ਤੁਸੀਂ ਮੋਟਰਸਾਈਕਲ ਕਿਉਂ ਨਹੀਂ ਲੈਂਦੇ? ਅੱਛਾ ਜੀ ਕਹਿੰਦੇ ਮੋਟਰਸਾਈਕਲ ਕੌਣ ਦਿੰਦਾ, ਲੋਨ ਹੀ ਕੋਈ ਨਹੀਂ ਮਿਲਦਾ। ਮੈਂ ਕਿਹਾ ਮੈਂ ਦੇ ਦਿੰਦਾ। ਅੱਛਾ ਜੀ ਲਓ ਜੀ, ਮੈਂ ਉਹਨੂੰ 2 ਦਿਨ 'ਚ ਲੋਨ ਆਪ ਹੀ ਪਾਸ ਕਰਨਾ ਸੀ, ਕਿਹੜਾ ਕਿਸੇ ਤੋਂ ਪੁੱਛਣਾ ਸੀ ਜੀ। ਸੋ ਉਹ ਮੇਰਾ ਉਦੋਂ ਦਾ ਫਰੈਂਡ ਹੈ ਜੀ, 1977 ਦਾ ਜੀ। ਜੀ ਸੋ ਅਸੀਂ ਕਦੀ ਨਿਊ ਈਅਰ ਗ੍ਰੀਟਿੰਗ ਐਕਸਚੇਂਜ ਕਰਦੇ ਰਹੇ, ਭੇਜਦੇ ਪੁੱਜਦੇ ਰਹੇ। ਹਾਂਜੀ ਜਦੋਂ ਮੈਂ ਜਨਰਲ ਮੈਨੇਜਰ ਸੀ ਤਾਂ ਦੀਵਾਲੀ ਦੇ 2 ਦਿਨ ਪਹਿਲਾਂ ਤੇ ਕਹਿੰਦਾ ਮੈਂ ਤੁਹਾਡੇ ਘਰ ਆਉਣਾ। ਮੈਂ ਅੱਛਾ ਤੇ ਜੀ। ਨੀਲਮ ਨੇ ਆਉਣਾ, ਉਹਦੀ ਵਾਈਫ ਦਾ ਨਾਮ ਨੀਲਮ ਸੀ। ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗੇ ਜੀ ਕਿ ਮੈਂ ਤਾਂ ਹੁਣ CEO ਬਣ ਗਿਆ, ਮੈਂ ਚੀਫ ਐਡੀਟਰ ਵੀ ਹਾਂ ਤੇ CEO ਹਾਂ, ਅੱਛਾ ਜੀ ਤੇ ਮੈਨੂੰ ਤਾਂ ਜੀ ਬੰਦਾ ਚਾਹੀਦਾ ਬੈਂਕ ਦਾ, ਅਕਾਊਂਟਸ ਦਾ ਤੇ ਫਾਈਨਾਂਸ ਦਾ। ਮੈਂ ਕਿਹਾ ਮੈਨੂੰ ਤਾਂ ਸਿਵਾਏ ਨਿਊਜ਼ ਪ੍ਰਿੰਟ ਤੋਂ ਬਿਨਾਂ ਪਤਾ ਹੀ ਕੁਛ ਨਹੀਂ ਹੈਗਾ ਵੀ ਨਿਊਜ਼ ਪ੍ਰਿੰਟ ਹੀ ਹੁੰਦਾ, ਕਾਗਜ਼ ਨੂੰ ਕਹਿੰਦੇ ਨੇ। ਹਾਂਜੀ 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 ਤੇ ਕਹਿੰਦੇ ਸੀ ਛੱਡ ਕੇ ਆ ਜਾਓ ਨੌਕਰੀ। ਅੱਛਾ ਜੀ ਮੈਂ ਤੁਹਾਡੀ ਕਿੰਨੀ ਨੌਕਰੀ ਰਹਿੰਦੀ ਹੈ? ਮੈਂ ਕਿਹਾ ਜੀ 4-5 ਸਾਲ ਰਹਿੰਦੀ ਹੈ। ਕਹਿੰਦੇ ਇੱਥੇ ਕੀ ਬਣ ਜਾਓਗੇ? ਮੈਂ ਕਿਹਾ ਚੇਅਰਮੈਨ ਤਾਂ ਸ਼ਾਇਦ ਰਹਿ ਜਾਵਾਂ, ਸਮਾਂ ਥੋੜ੍ਹਾ ਹੈ। ED ਤਾਂ ਬਣਿਆ ਹੀ ਬਣਿਆ 6 ਮਹੀਨੇ ਸਾਲ 'ਚ, ਇਹ ਤਾਂ ਬਣ ਹੀ ਜਾਣਾ। ਜੀ ਕਹਿੰਦੇ ਸੈਲਰੀ ਕਿੰਨੀ ਮਿਲਦੀ ਹੈ? ਮੈਂ ਕਿਹਾ ਵੇਖਿਆ 4 ਬੈਡਰੂਮ ਹਾਊਸ ਵਿਦ ਗੈਰੇਜ, ਇਹ ਦਿੱਲੀ 'ਚ ਹੈ ਕਿਸੇ ਕੋਲ? ਕਹਿੰਦੇ ਵਾਕਈ ਨਹੀਂ। ਜੀ ਮੈਂ ਕਿਹਾ ਜੀ ਕੀ ਕੀਮਤ ਹੈ ਭਲਾ? ਹਾਂਜੀ ਇਹ ਤਾਂ ਜੀ ਪਬਲਿਕ ਪੋਸਟ ਦੇ ਵਿੱਚ ਕੈਬਨਿਟ ਸੈਕਟਰੀ ਗਵਰਨਮੈਂਟ ਆਫ ਇੰਡੀਆ ਕੋਲ ਤਾਂ ਪ੍ਰਿਵਿਲੇਜ ਐਂਡ ਠਾਠ ਹੀ ਹੈ। ਬਿਲਕੁਲ ਤੇ ਜੀ ਪ੍ਰਾਈਵੇਟ ਜॉब ਭਾਵੇਂ ਰਿਲਾਇੰਸ ਕੋਲ ਭਾਵੇਂ 7 ਲੱਖ ਰੁਪਏ ਮਹੀਨੇ ਤਨਖਾਹ ਲੈ ਲਓ ਉਹਦੇ ਕੋਲੋਂ। ਹਾਂਜੀ ਮੈਂ ਕਿਹਾ ਆਹੀ ਕੁਛ ਹੀ ਹੁੰਦਾ ਇੱਥੇ ਤਾਂ। ਕਹਿੰਦੇ ਠੀਕ, ਨਹੀਂ ਕਹਿੰਦੇ ਮੈਂ ਮਨ ਬਣਾ ਲਿਆ ਵੀ ਤੁਹਾਨੂੰ ਕਹਿਣਾ ਵੀ ਨੌਕਰੀ ਛੱਡ ਦਿਓ। ਅੱਛਾ ਜੀ ਮੇਰੇ ਮਨ 'ਚ ਗੱਲ ਆਈ, ਮੈਨੂੰ ਐਸਾ ਮੈਂ ਬੜਾ ਸੈਲਫਿਸ਼ ਹੋ ਕੇ ਸੋਚਿਆ ਇੱਥੇ ਸਾਡਾ 60 ਸਾਲ 'ਚ ਰਿਟਾਇਰ ਹੋ ਜਾਣਾ ਤੇ ਪ੍ਰਾਈਵੇਟ ਜॉब ਦਾ ਟਾਈਮ ਹੀ ਕੋਈ ਨਹੀਂ ਹੁੰਦਾ। ਜੀ ਤੇ ਥੋੜ੍ਹਾ ਜਿਹਾ ਤੂੰ ਸੋਚ ਲੈ ਕੀ ਹਰਜ ਹੈ ਜਾਣ 'ਚ। ਜੀ ਨਾਲੇ ਜੀ ਬੰਦਾ ਤੈਰਦਾ ਕਦੋਂ ਹੈ? ਜਦੋਂ ਛਾਲ ਮਾਰਦਾ ਪਾਣੀ 'ਚ। ਬਿਲਕੁਲ ਕਸਮ ਖਾ ਵੇਖੀ ਜਾਏਗੀ, ਇੱਕ ਵਾਰੀ ਤਾਂ ਤੁਸੀਂ ਫੈਸਲਾ ਕਰ ਲਓ। ਹਾਂਜੀ ਵੱਡੇ ਬ੍ਰਦਰ ਨੂੰ ਮੈਂ ਪੁੱਛਿਆ, ਬੁਲਾਇਆ ਇੱਥੇ ਆਪਣੇ ਕੋਲ ਦਿੱਲੀ। ਹਾਂਜੀ ਮੈਂ ਕਿਹਾ ਵੀਰ ਜੀ ਇੱਦਾਂ ਦਾ ਗੱਲ ਹੈਗੀ। ਕਹਿੰਦੇ ਠੀਕ ਹੈ, ਤੇਰੇ ਮਨ ਤੇ ਰਿਜ਼ਾਈਨ ਕਰ ਦੇ। ਮੈਂ ਰਿਜ਼ਾਈਨ ਦੇ ਵਿੱਚ ਬੈਂਕ ਨੂੰ ਰਿਜ਼ਾਈਨ ਕਰ ਦਿੱਤਾ ਜੀ। ਸੀਨੀਅਰ ਮੋਸਟ ਜਨਰਲ ਮੈਨੇਜਰ ਮੋਸਟ ਵੈਲੀ ਬੈਂਕ ਦਾ, ਉਹ ਬੜੇ ਹੈਰਾਨ ਹੋਏ, ਛੱਡ ਕਿੱਥੇ ਚੱਲਿਆ? ਮੈਂ ਕਿਹਾ ਮੈਂ ਜਾ ਰਿਹਾ ਬਸ। ਸੋ ਮੈਂ ਜੀ 1 ਜਨਵਰੀ 2001 ਨੂੰ ਇੰਡੀਅਨ ਐਕਸਪ੍ਰੈਸ ਜੁਆਇਨ ਕਰ ਲਿਆ ਜੀ। ਅੱਛਾ ਜੀ ਮੈਂ ਤਾਂ ਅੱਗੋਂ ਨਾ ਪੁੱਛਿਆ ਜੀ ਉੱਥੋਂ ਦਾ ਤੁਹਾਡਾ ਕੀ ਹਾਲ ਹੋਇਆ, ਐਕਸਪ੍ਰੈਸ ਦਾ ਹਾਲ ਕੀ ਸੀਗਾ, ਤੁਸੀਂ ਅੱਛਾ ਜੀ 15 ਸਾਲ ਕਿਵੇਂ ਕੱਟੇ ਅੱਛਾ ਜੀ ਤੇ ਕਿੰਨੇ ਸਾਲ ਲਈ ਗਏ ਸੋ। ਇਹ ਵੀ ਕਹਾਣੀ ਆਪਣੇ ਆਪ ਵਿੱਚ ਹੈ। ਤੁਹਾਨੂੰ ਉੱਥੇ ਹੀ ਲਿਖਣ ਦਾ ਸ਼ੌਂਕ ਲੱਗਾ ਮੈਨੂੰ ਲੱਗਦਾ ਹੈ ਕਿ ਨਹੀਂ, ਅੱਛਾ ਜੀ ਸ਼ੌਂਕ ਤਾਂ ਮੈਨੂੰ ਲੱਗਿਆ ਬਾਅਦ ਵਿੱਚ ਜੀ। ਹੂੰ ਪਹਿਲਾਂ ਤਾਂ 3 ਸਾਲ 4 ਸਾਲ ਮੈਂ ਬੜੀ ਸਟਰਗਲ ਕੀਤੀ ਉੱਥੇ ਜੀ। ਅੱਛਾ ਜੀ ਕੰਪਨੀ ਬਿਲਕੁਲ ਜਿਵੇਂ ਕੱਚੀ ਦੀਵਾਰ ਤੇ ਖੜੀ ਸੀ ਜੀ, ਵੀ ਅੱਜ ਡਿੱਗੀ ਕਿ ਕੱਲ੍ਹ ਡਿੱਗੀ ਕੰਪਨੀ। ਹਾਂਜੀ ਤਨਖਾਹ ਦੇਣ ਨੂੰ ਪੈਸੇ ਨਹੀਂ ਸੀ ਹੁੰਦੇ ਜੀ। ਅੱਛਾ ਜੀ ਤਨਖਾਹ ਅਗਲੇ ਮਹੀਨੇ ਦੀ 27 ਤਰੀਕ 28 ਤਰੀਕ ਨੂੰ ਮਿਲਦੀ ਹੁੰਦੀ ਸੀ ਜੀ। ਹੂੰ ਪੈਸੇ ਹੈ ਹੀ ਨਹੀਂ ਸੀ ਕਿ ਕੰਪਨੀ ਕੋਲ। ਸੋਚਿਆ ਬੜਾ ਗਲਤ ਕੰਮ ਕਰਦਾ, ਪਬਲਿਕ ਸੈਕਟਰ ਦੀ ਸਰਕਾਰੀ ਨੌਕਰੀ ਛੱਡ ਕੇ ਤਾਂ ਭਾਈ ਕਿੱਥੇ ਆ ਗਿਆ। ਜੀ ਫਿਰ ਸੋਚਿਆ ਵੀ ਕੋਈ ਗੱਲ ਨਹੀਂ, ਜੋ ਗੁਰੂ ਕਰਾਉਂਦਾ ਠੀਕ ਹੀ ਕਰਾਉਂਦਾ। ਹਾਂਜੀ ਹਾਂਜੀ ਪਰ ਤੁਹਾਨੂੰ ਇੱਕ ਗੱਲ ਦੱਸਾਂ ਬਲਵੰਤ ਸਾਹਿਬ, ਜ਼ਿੰਦਗੀ ਦੇ ਵਿੱਚ ਨਾ ਪੈਸਾ ਸਭ ਕੁਝ ਤਾਂ ਨਹੀਂ, ਠੀਕ ਪਰ ਹੈ ਪੈਸੇ ਦੀ ਥੋੜ੍ਹੀ ਬਹੁਤ ਅਹਿਮੀਅਤ ਤਾਂ ਹੈ ਹੀ ਹੈ। ਬਿਲਕੁਲ ਠੀਕ ਹੈ ਜੀ ਤੁਸੀਂ ਇਮੈਜਿਨ ਕਰੋ ਮੈਨੂੰ ਫਸਟ ਡੇ ਸੈਲਰੀ ਕਿੰਨੀ ਮਿਲੀ ਜੀ? ਉਹਨੇ 3 ਲੱਖ ਰੁਪਏ ਸੈਲਰੀ ਦਿੱਤੀ ਉਹਨੇ ਐਕਸਪ੍ਰੈਸ ਵਿੱਚ ਐਕਸਪ੍ਰੈਸ ਫਸਟ ਡੇ ਤੋਂ। ਜੀ ਸੋ ਜਿਹੜੀ ਤੁਹਾਨੂੰ ਸੈਲਰੀ ਟੋਟਲ 38000 ਮਿਲਦੀ ਸੀ ਐਜ਼ ਅ ਜਨਰਲ ਮੈਨੇਜਰ,
ਮਕਾਨ ਤਾਂ ਆਫਕੋਰਸ ਵੱਖਰਾ ਸੀਗਾ। ਤੁਸੀਂ 40,000 ਦਾ ਮਕਾਨ ਕਰ ਲਓ ਤਾਂ ਵੀ 2.25 ਲੱਖ ਤੁਹਾਡੀ ਸੈਲਰੀ ਸੀਗੀ। ਠੀਕ ਹੈ ਜੀ। ਸੋ ਹੌਲੀ ਹੌਲੀ ਸੈਲਰੀ ਵਧੀ ਗਈ ਜੀ। ਸੋ 3-4 ਸਾਲ ਤੋਂ ਬਾਅਦ ਅਸੀਂ ਪੈਰ ਲਾ ਲਿਆ ਜਿੱਥੇ ਕੁਝ ਫਾਈਨਾਂਸ ਸੈੱਟ ਕੀਤਾ, ਕੁਝ ਅਕਾਊਂਟਿੰਗ ਸੈੱਟ ਕੀਤੀ, ਕੋਈ ਪਰਚੇਜ਼ਿੰਗ ਆਪਣੇ ਹੱਥ 'ਚ ਪੂਰੀ ਰੱਖੀ, ਪੂਰਾ ਕੰਟਰੋਲ ਕਰਕੇ ਫਾਈਨਾਂਸ ਅਕਾਊਂਟਸ ਦਾ ਜੀ, ਵੈਲ ਕੋਆਰਡੀਨੇਸ਼ਨ ਨਾਲ ਜੀ। ਮਤਲਬ ਵੇਖੋ, ਤੁਸੀਂ ਤਾਂ ਅਖਬਾਰ 'ਚ ਰਹੇ ਹੋ, ਤੁਸੀਂ ਸਰਕੂਲੇਸ਼ਨ ਦੇ ਓਵਰਡਿਊ ਵੀ ਆਪ ਵੇਖਦੇ ਸੀ, ਐਡਵਰਟੀਜ਼ਮੈਂਟ ਦੇ ਓਵਰਡਿਊਜ਼ ਵੀ ਆਪ ਵੇਖਦੇ ਸੀ, ਪਰਚੇਜ਼ ਵੀ ਆਪ ਕਰਦੇ ਸੀ, ਅਤੇ ਤੁਸੀਂ ਵੇਖੋ ਬੈਂਕਾਂ ਨੂੰ ਵੀ ਆਪ ਮੈਨੇਜ ਕਰਦੇ ਸੀ। ਕੰਮ ਤਾਂ ਬੜਾ ਵੱਡਾ ਸੀਗਾ ਜੀ, ਇੱਕ ਅਖਬਾਰ ਦਾ ਇਕੱਲਾ ਸਿੰਗਲ ਬੰਦਾ ਹੋਵੇ ਤਾਂ ਜੀ। ਬਟ ਗੁਰੂ ਨੇ ਬੜਾ ਸਾਥ ਦਿੱਤਾ ਜੀ, ਅਤੇ 15 ਸਾਲ ਰਿਹਾ ਜੀ। ਮੈਂ ਗਿਆ ਤਾਂ ਮੈਂ 5 ਸਾਲ ਲਈ ਸੀ ਜੀ, ਅਤੇ ਉੱਥੇ ਮੈਂ ਫਿਰ ਰਿਜ਼ਾਈਨ ਕਰਕੇ ਆਇਆ। ਉੱਥੇ ਮੈਂ ਤੁਸੀਂ ਬੈਂਕ ਵਿੱਚ ਸੀਗੇ ਤਾਂ ਵੀ ਸਿਖਰਲੀ ਪੋਸਟ 'ਤੇ, ਐਕਸਪ੍ਰੈਸ ਗਏ ਫਿਰ ਵੀ ਸਿਖਰਲੀ ਪੋਸਟ 'ਤੇ, ਫਿਰ ਰੱਬ ਨੇ ਤੁਹਾਨੂੰ ਇੱਕ ਹੋਰ ਮੌਕਾ ਦਿੱਤਾ ਉਹ ਵੀ ਸਿਖਰਲੀ ਪੋਸਟ 'ਤੇ ਕੰਮ ਕਰਨ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਚੀਫ ਸੈਕਟਰੀ। ਉੱਧਰ ਫਿਰ ਕਿਵੇਂ ਚੱਲ ਗਿਆ ਜੀ? ਉਹ ਵੀ ਇੱਕ ਅਜੀਬ ਜਿਹੀ ਕਥਾ, ਗੁਰੂ ਰਾਮਦਾਸ ਦੀ ਕਿਰਪਾ ਹੀ ਹੋਣੀ ਹੈ ਜੀ ਕੋਈ। ਅੱਛਾ ਜੀ। ਸੁਖਬੀਰ ਬਾਦਲ, ਇਨਫੈਕਟ ਮੇਰੇ ਤਾਂ ਵੱਡੇ ਬਾਦਲ ਨਾਲ ਪਿਆਰ ਸੀਗਾ ਜੀ, ਇਹ ਤਾਂ ਬੱਚਾ ਸੀਗਾ ਉਦੋਂ ਜੀ। ਮੈਂ ਮਲੋਟ ਮੈਨੇਜਰ ਰਿਹਾ ਜੀ। ਅੱਛਾ। ਇਹਨਾਂ ਦੇ ਪਿੰਡ ਤਾਂ ਲੱਗ ਗਈ ਹੈ ਜੀ। ਹਾਂਜੀ ਬਿਲਕੁਲ ਠੀਕ ਹੈ। ਤੇ ਸਾਡੇ ਕੋਲ ਆਉਂਦੇ ਜਾਂਦੇ ਹੁੰਦੇ ਸੀ ਬੈਂਕ ਦੇ ਵਿੱਚ ਜੀ, ਇਹਦਾ ਫਾਦਰ ਜੀ, ਵੱਡੇ ਬਾਦਲ ਸਾਹਿਬ। ਹਾਂਜੀ ਹਾਂਜੀ। ਇਹ ਸੁਖਬੀਰ ਮੈਨੂੰ ਕਹਿਣ ਲੱਗਾ ਇੱਕ ਦਿਨ ਜੀ ਕਿ ਤੁਸੀਂ SGPC ਦੀ ਇੱਕ ਸਟੱਡੀ ਕਰੋ, ਡਿਲੋਇਟ ਵਾਲੇ ਕਰਦੇ ਪੈਂਦੇ ਉਹਨਾਂ ਦੀ ਜ਼ਰਾ ਮਦਦ ਕਰ ਦਿਓ ਤੁਸੀਂ ਤੁਹਾਨੂੰ ਤਾਂ। ਮੈਂ ਕਿਹਾ ਚਲੋ। ਇਹ 2009 ਦੀ ਗੱਲ ਹੈ ਸਾਰੀ, ਜਦੋਂ ਮੈਂ ਐਕਸਪ੍ਰੈਸ ਸੀ। ਅੱਛਾ ਜੀ। ਮੈਂ ਜਹਾਜ਼ ਫੜਨਾ ਅਤੇ ਅੰਮ੍ਰਿਤਸਰ ਚੱਲ ਜਾਣਾ, 2 ਦਿਨ ਰਹਿ ਕੇ ਆਉਣਾ, ਨਾਲੇ ਮੱਥਾ ਟੇਕ ਆਉਣਾ, ਨਾਲੇ ਡਿਲਾਈਟ ਵਾਲੇ ਨੂੰ ਸਮਝਾ ਕੇ ਆਉਣਾ ਵੀ ਇੱਦਾਂ ਕਰਿਆ ਕਰੋ। ਮੈਂ ਕਿਹੜੇ ਪੈਸੇ ਲੈਣੇ ਸੀ, ਮੈਂ ਮੁੜ ਕੇ ਵਾਪਸ ਆ ਗਿਆ ਜੀ। 5-4 ਵਜੇ ਗਿਆ ਅਤੇ ਉਹਨਾਂ ਦੀ ਸਟੱਡੀ ਬਣਾ ਦਿੱਤੀ ਜੀ। ਸੋ ਸਟੱਡੀ ਜਦੋਂ ਦਿੱਤੀ ਅਤੇ ਉਹਨੇ ਕਹਿੰਦਾ ਵੀ ਸਟੱਡੀ ਬੜੀ ਕਮਾਲ ਦੀ ਬਣਾਈ ਹੈ ਜੀ। ਇਹ ਮੈਨੂੰ ਕਹਿਣ ਲੱਗਿਆ ਕਿ ਤੂੰ ਯਾਰ ਨੌਕਰੀ ਛੱਡ ਦਿਓ ਅਤੇ ਹੁਣ SGPC 'ਚ ਆ ਜਾ। ਮੈਂ ਕਿਹਾ ਕੀ ਕਰਨਾ? ਕਹਿੰਦੇ ਸਾਡੇ SGPC ਦਾ ਕੰਮ ਬੜਾ ਵਿਗੜਿਆ ਹੋਇਆ। ਮੈਂ ਕਿਹਾ ਕਿਹੜੀ ਗੱਲੋਂ ਵਿਗੜਿਆ ਹੋਇਆ? ਕਹਿੰਦਾ ਤੁਹਾਨੂੰ ਆਪ ਹੀ ਵੇਖ ਲਿਆ ਜੀ। ਮੈਂ ਕਿਹੜੀ ਗੱਲ ਦੱਸਾਂ ਤੁਹਾਨੂੰ? ਮੈਂ ਕਿਹਾ ਗੱਲ ਹੈ ਤੁਹਾਡੀ ਇੱਥੇ ਧੜੇਬਾਜ਼ੀ ਬੜੀ ਹੈ, ਸਿਆਸਤ ਬੜੀ ਹੈ, ਇੱਥੇ ਚੱਲਣੀ ਕੰਮ ਹੈ ਨਹੀਂ। ਅੱਛਾ ਜੀ। ਮੈਂ ਕਿਹਾ ਪਰ ਤੁਸੀਂ ਵੇਖ ਲਓ, ਜੇ ਤਾਂ ਤੁਸੀਂ ਪੂਰਾ ਬਾਂਹ ਫੜਦੀ ਹੈ ਫਿਰ ਤਾਂ ਇੱਥੇ ਆਉਣ ਦਾ ਕੋਈ ਫਾਇਦਾ ਹੈਗਾ ਜੀ। ਕਹਿਣ ਲੱਗੇ ਤੁਸੀਂ ਆ ਜਾਓ। ਮੈਂ ਵੀ ਸੋਚਿਆ ਇੰਨੀ ਤਨਖਾਹ ਲੈ ਕੇ ਵੇਖ ਲਈ ਐਕਸਪ੍ਰੈਸ 'ਚ, 8 ਲੱਖ ਤਨਖਾਹ ਮਹੀਨੇ ਹੀ ਲੈਂਦੇ ਪਏ, ਕੀ ਕਰਨਾ ਪੈਸਿਆਂ ਤੋਂ? ਕੁੜੀ ਆਪਣੀ ਲਾਇਕ ਬੜੀ ਹੈ, ਆਪਾਂ ਕੀ ਕਰਨਾ ਪੈਸਿਆਂ ਪੂਸਿਆਂ ਤੋਂ? ਆਸ਼ਰਮ ਅਸੀਂ ਬਣਾ ਲਿਆ, ਇੰਨੇ ਪੈਸੇ ਆਪਣੇ ਲਾਪ ਲਾਤੇ ਨੇ, ਛੱਡ ਪਰੇ, ਚੱਲੀਏ ਅੰਮ੍ਰਿਤਸਰ ਚੱਲਦੇ ਹਾਂ। ਅੱਛਾ। ਮੈਂ ਜੀ ਰਿਜ਼ਾਈਨ ਕਰ ਦਿੱਤਾ। ਅੱਛਾ ਜੀ। ਰਿਜ਼ਾਈਨ ਕਰ ਦਿੱਤਾ ਅਤੇ ਉਹਨਾਂ ਮੈਨੂੰ ਅਪੁਆਇੰਟਮੈਂਟ ਦਿੱਤੀ ਚੀਫ ਸੈਕਟਰੀ ਦੀ ਜੀ। ਉੱਥੇ ਉਹ ਪੁੱਛਣ ਲੱਗੇ ਜੀ ਪ੍ਰਧਾਨ ਵੀ, ਬਾਕੀ ਸੈਲਰੀ ਕਿੰਨੀ ਲੈਣੀ ਹੈ ਜੀ? ਮੈਂ ਕਿਹਾ ਪਿਛਲੀ ਤਾਂ ਇੰਨੀ ਹੈ, ਪਰ ਤੁਸੀਂ ਨਹੀਂ ਦੇ ਸਕਣੀ ਹੈ। ਕਹਿੰਦੇ ਤੁਹਾਨੂੰ 3 ਲੱਖ ਦੇ ਦਿਓ। ਮੈਂ 3 ਲੱਖ ਦੇ ਦਿਓ। ਅੱਛਾ ਜੀ। ਉਹ ਵੀ ਇੱਕ ਹਾਸੇ ਦੀ ਗੱਲ ਸੁਣਾਈ ਦੇਵਾਂ ਤੁਹਾਨੂੰ ਅੱਜ। ਹਾਂਜੀ। ਜਦੋਂ ਮੈਂ ਗਿਆ ਤਾਂ ਉੱਥੇ ਪੰਜਾਬੀ ਅਖਬਾਰਾਂ ਰੌਲਾ ਪੈ ਗਿਆ, ਗੁਰੂ ਘਰ ਨੂੰ ਸੰਨ ਲੱਗ ਗਈ, 3 ਲੱਖ ਤਨਖਾਹ, 3 ਲੱਖ ਤਨਖਾਹ। ਮੈਂ ਮਾਰਾ ਮੱਥੇ 'ਤੇ ਹੱਥ, ਤੁਹਾਡੀ ਅਖਬਾਰ ਨੇ ਵੀ ਛਾਪੀ ਸੀ। ਹਾਂਜੀ। ਪੰਜਾਬੀ ਟ੍ਰਿਬਿਊਨ ਨੇ, ਤੁਸੀਂ ਕਿਹੜਾ ਹਟੇ ਸੀਗੇ? ਅਤੇ ਮੈਂ ਕਿਹਾ ਵੀ ਜਿਹੜਾ ਬੰਦਾ 33 ਲੱਖ ਸਾਲ ਦਾ ਟੈਕਸ ਦਿੰਦਾ ਪਿਆ, ਉਹਨੂੰ ਇਹ ਕਹਿੰਦੇ 3 ਲੱਖ ਤਨਖਾਹ ਕਿਵੇਂ ਲੈਂਦਾ ਪਿਆ ਮਹੀਨੇ ਦਾ? ਸਾਡਾ 3 ਲੱਖ ਤਾਂ ਟੈਕਸ ਦੇਈ ਜਾਂਦੇ ਮਹੀਨੇ ਦਾ। ਬਿਲਕੁਲ ਠੀਕ ਹੈ ਜੀ। ਮੈਂ ਕਿਹਾ ਸਰ ਮੈਨੂੰ ਕਿਹੜਾ ਥੋੜਾ ਜਵਾਬ ਦੇਣ ਦੀ, ਆਪੇ ਤੁਹਾਡਾ ਕੰਮ ਬੋਲੂਗਾ। ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਮੈਂ ਕੀ ਕੀਤਾ ਜੀ, ਪਹਿਲੇ ਦਿਨ ਤੋਂ 50,000 ਰੁਪਏ ਦਾ ਕੈਂਸਰ ਫੰਡ ਹੀ ਦੇਤਾ। ਅੱਛਾ ਜੀ। ਮੈਂ ਕਹਿੰਦਾ ਤਨਖਾਹ ਮੈਂ 3 ਲੱਖ ਲੈਣੀ, ਮੈਂ 50,000 ਮੇਰਾ ਕੱਟ ਲਓ ਜੀ। ਫਿਰ ਮੈਂ ਸਾਲ ਬਾਅਦ ਕਿਹਾ ਮੇਰੀ ਤਨਖਾਹ 1 ਲੱਖ ਕਰ ਦਿਓ। ਉਹ ਮਤਾ ਪੈ ਗਿਆ ਜੀ ਵੀ ਵॉलंटरी ਆਪ ਕਿਹਾ ਵੀ 1 ਲੱਖ ਲੈ ਲਓ ਤਨਖਾਹ, ਮੈਂ ਨਹੀਂ ਲੈਣੀ, ਜ਼ਿਆਦਾ ਕੀ ਕਰਨੀ ਤਨਖਾਹ, ਕਰਨੀ ਕੀ ਤਨਖਾਹ ਤੋਂ? ਠੀਕ ਹੈ ਜੀ। ਮੇਰੇ ਮਨ 'ਚ ਇਹ ਗੱਲ ਆ ਗਈ, ਕੀ ਕਰਨਾ ਪੈਸਿਆਂ ਨੂੰ? ਲਓ ਜੀ ਅਸੀਂ ਆ ਗਏ ਇੱਥੇ। ਉੱਥੇ ਪਹਿਲਾਂ ਤਾਂ ਇਸ ਗੱਲ ਦੀ ਅਪੋਜੀਸ਼ਨ ਬੜੀ ਵੀ ਆ ਕਿਉਂ ਗਿਆ, ਇੱਕ ਬਾਹਰਲਾ ਬੰਦਾ ਕਿਵੇਂ ਆ ਗਿਆ? ਮੇਰੇ 'ਤੇ ਕੇਸ ਹੋ ਗਿਆ ਜੀ ਹਾਈ ਕੋਰਟ 'ਚ ਮੇਰੀ ਅਪੁਆਇੰਟਮੈਂਟ ਦੇ ਅਗੇਂਸਟ। ਅੱਛਾ ਜੀ। ਸੋ ਮੈਂ ਉਹਨੂੰ ਫੇਸ ਕੀਤਾ ਕੇਸ ਨੂੰ ਵੀ, ਉਹ ਕੇਸ ਜੇ ਫੈਸਲਾ ਨਹੀਂ ਸੀ ਹੋਇਆ, ਮੈਂ ਰਿਜ਼ਾਈਨ ਕਰਕੇ ਆ ਗਿਆ। ਮੈਨੂੰ ਇੱਕ ਯਾਦ ਆ ਰਿਹਾ ਗੱਲ, ਮੈਂ ਪੰਜਾਬੀ ਟ੍ਰਿਬਿਊਨ ਤੋਂ ਬਾਅਦ ਜਦੋਂ ਇੱਕ ਹੋਰ ਅਖਬਾਰ 'ਚ ਐਡੀਟਰ ਸੀਗਾ, ਤੁਹਾਡੇ ਨਾਲ ਮੇਲ ਪਹਿਲੀ ਵਾਰੀ ਤੋਂ ਹੋਇਆ ਸੀ ਮੇਰਾ, ਹੈ ਨਾ। ਉਹਨਾਂ ਦੇ ਦਿਨਾਂ 'ਚ ਤੁਹਾਡੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਕਿਤਾਬ ਛਪੀ ਸੀ, ਉਹ ਬੜੀ ਚਰਚਾ ਵਿੱਚ ਸੀ। ਥੋੜ੍ਹਾ ਦੱਸੋ ਉਹਦੇ ਬਾਰੇ ਸੰਖੇਪ, ਉਹ ਤੁਸੀਂ ਕੀ ਕਹਿਣਾ ਚਾਹਿਆ ਸੀਗਾ ਜਾਂ ਕੀ ਖਾਸ ਗੱਲ ਸੀ ਜਿਹੜੀ ਤੁਸੀਂ ਦੂਜੀ ਗੱਲ ਕਰਦੇ ਹੋ? ਇਹ ਕਿਤਾਬ ਮੇਰੀ ਚੌਥੀ ਕਿਤਾਬ ਹੈ, ਜਿਹੜੀ ਜਦੋਂ ਆਪਾਂ ਪਹਿਲੀ ਵਾਰੀ ਮਿਲੇ ਸੀ ਤੁਹਾਨੂੰ ਉਹ ਇੱਕ ਹੋਰ ਕਿਤਾਬ ਦੱਸੀ ਸੀ ਜਿਹਦੇ ਬਾਰੇ ਕਾਫੀ ਚਰਚਾ ਹੋਈ ਆ। ਚੌਥੀ ਕਿਤਾਬ ਸ਼ਾਇਦ ਇਹਦੇ ਚਰਚਾ ਹੋਈ, ਕਿਸੇ ਟੀਵੀ ਨੂੰ ਇੰਟਰਵਿਊ ਦਿੱਤੀ ਸੀਗੀ, ਉਹ ਸੇਮ ਗੱਲ ਕੋਈ ਸੀਗੀ, ਹੈ ਨਾ। ਹਾਂਜੀ ਹਾਂਜੀ, ਉਹ ਸਾਂਝੀ ਗੱਲ। ਹਾਂ, ਉਹ ਇਸ ਤਰ੍ਹਾਂ ਸੀ ਜਦੋਂ ਮੈਂ ਸ਼੍ਰੋਮਣੀ ਕਮੇਟੀ 'ਚ ਰਿਹਾ ਨਾ ਜੀ, ਅਲਟੀਮੇਟਲੀ ਸ਼੍ਰੋਮਣੀ ਕਮੇਟੀ ਮੈਂ ਰਿਜ਼ਾਈਨ ਕਰਕੇ ਆ ਗਿਆ। ਉੱਥੇ ਮੇਰੀ ਟੈਨਿਓਰ 3 ਸਾਲ ਦੀ ਸੀ, ਮੈਂ 2 ਸਾਲਾਂ ਬਾਅਦ ਵਾਪਸ ਆ ਗਿਆ। ਅੱਛਾ ਜੀ। ਮੈਂ ਸੋਚਿਆ ਵੀ ਇਹ ਬੰਦਿਆਂ ਨੇ ਜੇ ਪ੍ਰਧਾਨ
ਤੁਹਾਡੇ ਨਾਲ ਪੂਰੀ ਤਰ੍ਹਾਂ ਮਿਲ ਕੇ ਨਹੀਂ ਚੱਲਦਾ ਤੇ ਸੁਧਾਰ ਨਹੀਂ ਲਿਆਉਣਾ ਚਾਹੁੰਦਾ ਤਾਂ ਤੁਹਾਡਾ ਇੱਥੇ ਬਹਿਣਾ ਬੇਕਾਰ ਹੈ। ਇੱਥੇ ਤੁਹਾਡੇ ਵੇਲੇ ਅਵਤਾਰ ਸਿੰਘ ਮੱਕੜ ਸੀ ਪ੍ਰਧਾਨ। ਇਹ ਵੇਲੇ ਮੱਕੜ ਸੀ, ਉਸ ਤੋਂ ਬਾਅਦ ਬਡੂੰਗਰ ਸਾਹਿਬ ਵੀ ਆ ਗਏ ਸੀਗੇ। ਸੀ ਜੀ। ਸੋ ਮੱਕੜ ਸਾਹਿਬ ਪਰ ਮੈਂ ਤਾਂ ਕਿਸੇ ਵੇਲੇ ਬੰਦਾ ਹੁਣ ਦੁਨੀਆ 'ਚ ਨਹੀਂ ਹੈਗਾ ਉਹਦੇ ਬਾਰੇ ਮੁਸ਼ਕ ਕਹਿਣਾ ਨਹੀਂ ਚਾਹੁੰਦਾ, ਸਾਹਮਣੇ ਬੈਠੇ ਹੋਣ ਤਾਂ ਮੈਂ ਬਹੁਤ ਕੁਝ ਕਹਿ ਦਿੰਦਾ। ਅੱਛਾ ਜੀ। ਹੁਣ ਕੀ ਆਖਣਾ। ਸੋ ਮੇਰਾ ਮਤਲਬ ਹੈ ਮੇਰਾ ਮਨ ਹੋਵੇ ਵੀ ਇਹ ਤੁਹਾਡੀ ਲਾਈਨ ਨਾਲ ਨਹੀਂ ਬੰਦੇ ਨਹੀਂ ਹੈਗੇ। ਅੱਛਾ ਜੀ। ਤੁਹਾਡੇ ਹਿਸਾਬ ਨਾਲ ਨਹੀਂ ਕੁਝ, ਚਲੋ ਆਪਾਂ ਛੱਡਤਾ ਜੀ। ਤੁਸੀਂ ਇੱਕ ਸਵਾਲ ਕੀਤਾ ਸੀ ਕਿ ਤੁਹਾਡੇ ਲਿਖਣ ਦੀ ਰੁਚੀ ਐਕਸਪ੍ਰੈਸ ਪਈ ਸੀ। ਹਾਂਜੀ। ਐਕਚੁਅਲੀ ਮੈਂ ਇੰਡੀਅਨ ਐਕਸਪ੍ਰੈਸ ਵਿੱਚ ਲਿਖਣ ਲੱਗਿਆ ਸੀ। ਹਾਂਜੀ। ਮੈਂ ਮੇਰੇ ਤੁਹਾਡੇ ਆਰਟੀਕਲ ਪੜ੍ਹੇ ਮੇਰੇ ਕਾਲਮ ਛਪਦੇ ਸੀ ਜੀ। ਹਾਂਜੀ। ਖਾਸ ਕਰਕੇ ਫੇਥ ਲਾਈਨ ਕਾਲਮ ਮੇਰਾ ਛਪਦਾ ਸੀ ਜੀ। ਧਿਆਨ ਐਕਚੁਅਲੀ ਫੇਥ ਲਾਈਨ ਕਾਲਮ ਮੇਰਾ ਹੀ ਛਪਦਾ ਸੀਗਾ। ਅੱਛਾ ਜੀ। ਤੇ ਮੈਂ ਸਿੱਖ ਗੁਰੂ ਸਾਹਿਬਾਨਾਂ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ, ਭਗਤ ਰਵਿਦਾਸ ਬਾਰੇ, ਭੱਟਾਂ ਬਾਰੇ, ਭਗਤਾਂ ਬਾਰੇ ਆਈ ਬੀਨ ਰਾਈਟਿੰਗ ਵੈਰੀ ਓਕੇਜਨਲੀ ਔਨ ਦੈਮ। ਤੇ ਉਸ ਤੋਂ ਬਾਅਦ ਮੈਂ ਵੇਖਿਆ ਕਿ ਲਿਖਣਾ ਕੋਈ ਔਖਾ ਹੁੰਦਾ ਕੋਈ ਨਹੀਂ ਸੀ। ਮਤਲਬ ਮਨ 'ਚ ਆ ਗਈ ਗੱਲ, ਆਪਣੇ ਮਨ ਦਾ ਵਿਚਾਰ ਹੀ ਦੇਣਾ ਨਾ। ਥੋੜ੍ਹੀ ਲੈਂਗੁਏਜ ਫਲਾਵਰੀ ਬਣਾਉਣੀ ਚਾਹੀਦੀ, ਥੋੜ੍ਹੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਫਿਰ ਮੈਂ ਪੰਜਾਬੀ ਅਖਬਾਰ ਲਿਖਣਾ ਸ਼ੁਰੂ ਕਰਤਾ ਜਦੋਂ ਮੈਂ ਐਕਸਪ੍ਰੈਸ ਸੀਗਾ ਜੀ। ਹਾਂਜੀ। ਪੰਜਾਬੀ ਟ੍ਰਿਬਿਊਨ 'ਚ ਮੇਰੇ ਬੜੇ ਆਰਟੀਕਲ ਤੁਹਾਡੇ ਛਾਪੇ ਨੇ, ਫਿਰ ਐਕਸਪ੍ਰੈਸ ਸਪੋਕਸਮੈਨ ਛਾਪੇ। ਹਾਂਜੀ ਹਾਂਜੀ। ਫਿਰ ਜਾਗਰਣੇ ਛਪਦੇ ਰਹੇ ਜੀ, ਬਲਾ ਬਲਾ। ਫਿਰ ਮੇਰੇ ਮਨ 'ਚ ਆਇਆ ਵੀ ਇੱਕ ਨਾ ਪੰਜਾਬ ਦਾ ਦੁਖਾਂਤ ਲਿਖੀਏ ਤੇ ਲੋਕਾਂ ਦੇ ਮੂੰਹੋਂ ਸੁਣ ਕੇ ਲਿਖੇ, ਜਿਵੇਂ ਤੁਸੀਂ ਮੇਰੀ ਇੰਟਰਵਿਊ ਕਰਦੇ ਪਏ ਹੋ। ਇਸੇ ਤਰ੍ਹਾਂ ਮੈਂ ਵੀ ਨਾ ਜੀ ਕੈਮਰੇ ਕੁਮਰੇ ਲੈ ਕੇ ਲੋਕਾਂ ਦੇ ਘਰਾਂ ਜਾਣਾ, ਪਿੰਡਾਂ ਵਿੱਚ ਜਾਣਾ, ਜਿਹੜੇ ਨੇ ਸਫ਼ਰ ਕੀਤਾ, ਜਿਹਦੇ ਵਿੱਚ ਕੌਣ ਕੌਣ ਸੀ, ਜਿਹੜੇ ਬੰਦੇ ਖਾੜਕੂ ਸੀ, ਉਹਨਾਂ ਦੇ ਪਰਿਵਾਰ ਸੀਗੇ, ਜਥੇਦਾਰ ਸੀਗੇ, ਗ੍ਰੰਥੀ ਸੀਗੇ, ਜਿਹੜੇ ਪਿਲਗ੍ਰਿਮ ਸੀ, ਜਿਹੜੇ ਯਾਤਰੂ ਸੀ ਉਸ ਵੇਲੇ ਦੇ, ਪੋਲੀਟੀਸ਼ੀਅਨ ਸੀ, ਜਿਹੜੇ ਉਸ ਵੇਲੇ ਦੇ ਪੋਲੀਟੀਕਲ ਲੀਡਰ ਸੀ, ਲਾਈਕ ਸਰ ਬੂਟਾ ਸਿੰਘ ਹੈ, ਸਬੋਧ ਕਾਂਸਾ ਹੈ, RL ਭਾਟੀਆ, ਸੁਰਜੀਤ ਸਿੰਘ ਬਰਾਲਾ, ਰਿਬੇਰੀਓ, ਵਰਮਾ, ਗਿੱਲ, ਸਭ ਦੀ ਮੈਂ ਇੰਟਰਵਿਊ ਲਿਆ ਜੀ। ਫਿਰ ਉਹ ਮੈਂ ਇੱਕ ਕਿਤਾਬ ਫਿਰ ਬਣਾਈ ਜੀ, ਇੱਕ ਉਹ ਬੋਲਦਾ ਇਤਿਹਾਸ। ਉਹ ਵੀ ਬੜੀ ਚਰਚਾ ਵਿੱਚ ਆਈ, ਵੀ ਕਮਾਲ ਕਰਦੀ। ਇਟ ਇਜ਼ ਰੈਫਰੈਂਸ ਬੁੱਕ ਬੇਸਿਕਲੀ ਜੀ। ਸੋ ਇੱਕ ਉਹ ਬਣਾਈ ਜੀ। ਫਿਰ ਇਹ ਚੌਥੀ ਕਿਤਾਬ ਮੈਂ ਸ਼੍ਰੋਮਣੀ ਕਮੇਟੀ 'ਤੇ ਲਿਖੀ। ਹਾਂਜੀ। ਇਹ ਕਿਤਾਬ ਇਸ ਕਰਕੇ ਚਰਚਾ 'ਚ ਆਈ ਕਿ ਇੱਕ ਬੰਦਾ ਵਿਚ ਰਹਿ ਕੇ ਆਇਆ ਅਤੇ ਕਹਿੰਦਾ ਮੈਂ ਐਂਡ ਆਈ ਟੋਲਡ ਦੈਮ ਕਿ ਆਈ ਚੈਲੰਜ ਯੂ, ਜੋ ਮੈਂ ਇੱਕ ਲਾਈਨ ਲਿਖੀ ਹੈ ਜਿਸਨੂੰ ਡਿਸਪਰੂਵ ਕਰ ਦਿਓ। ਅੱਛਾ ਜੀ। ਕਿਉਂਕਿ ਮੈਂ ਤਾਂ ਡਾਕੂਮੈਂਟਰੀ ਪ੍ਰੂਫ ਨਾਲ ਗੱਲ ਕਰਦਾ ਪਿਆ। ਹਾਂਜੀ ਹਾਂਜੀ। ਅਤੇ ਇਹਦੇ 'ਚ ਮੈਨੂੰ ਇੱਕ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ ਬਲਕਾਰ ਸਿੰਘ ਹੋਰੀ, ਉਹਨਾਂ ਮੈਨੂੰ ਕਿਹਾ ਕਿ ਅੰਮ੍ਰਿਤਸਰ ਸੀਗਾ, ਅਤੇ ਮੈਨੂੰ ਕਹਿਣ ਲੱਗੇ ਜੇ ਹੈਗੇ ਨਾ ਕੋਈ ਨਾ ਕੁਝ ਰੋਜ਼ ਲਿਖਦੇ ਰਿਹਾ ਕਰੋ, ਜੋ ਵੇਖਦੇ ਹੋ ਇਹ ਕੰਮ ਆਉਣਾ ਇੱਕ ਦਿਨ ਆਪਣੇ ਲਿਖਣ ਦਾ। ਠੀਕ ਹੈ ਜੀ। ਉਹ ਮੈਂ ਥੋੜ੍ਹੇ ਬਹੁਤ ਨੋਟ ਵੀ ਲਿਖਦਾ ਰਿਹਾ ਵੀ ਅੱਜ ਇਹ ਹੋਇਆ, ਅੱਜ ਇਹ ਨਵੀਂ ਗੱਲ ਆਈ ਹੈ, ਹਰਿਆਣਾ ਕਮੇਟੀ ਦਾ ਝਗੜਾ ਪੈ ਗਿਆ, ਜਥੇਦਾਰਾਂ ਦੇ 5 ਪਿਆਰਿਆਂ ਦਾ ਵਿਵਾਦ ਖੜਾ ਹੋ ਗਿਆ। ਸੋ ਆਈ ਬੀਨ ਰਾਈਟਿੰਗ ਸਮ ਸਿਨੋਪਸਿਸ ਆਫ ਦੇਅਰ ਆਫ। ਉਹਦਾ ਫਾਇਦਾ ਇਹ ਹੋਇਆ ਕਿ ਜਦੋਂ ਮੈਂ ਆਇਆ ਤਾਂ ਫਿਰ ਮੈਂ ਕਿਤਾਬ ਲਿਖੀ ਜੀ। ਮੈਨੂੰ ਜਿੰਨਾ ਕੁ ਮੈਨੂੰ ਯਾਦ ਆ ਉਹ 'ਚ ਕੋਈ ਕਾਫੀ ਵੱਡੀ ਕਰਪਸ਼ਨ ਦੀ ਗੱਲ ਤੁਸੀਂ ਦੱਸੀ ਸੀ ਕੁਝ? ਨਹੀਂ, ਆਈ ਟੋਲਡ ਦੈਮ ਕਿ ਇਹਨਾਂ ਦੀਆਂ ਕਰਪਸ਼ਨਾਂ ਕਈ ਕਿਸਮ ਦੀਆਂ ਹੈਗੀਆਂ ਜੀ ਸ਼੍ਰੋਮਣੀ ਕਮੇਟੀ 'ਚ। ਹਾਂ, ਅੱਛਾ। ਮਤਲਬ ਇਸ ਤਰ੍ਹਾਂ ਕਿ ਆਪਾਂ ਉਹਨਾਂ ਨੂੰ ਪਲੱਗ ਕਰਨ ਦੀ ਕੋਸ਼ਿਸ਼ ਕੀਤੀ, ਕਾਫੀ ਹੱਦ ਤੱਕ ਕਾਮਯਾਬ ਵੀ ਹੈ, ਮੈਂ ਨਹੀਂ ਕਹਿੰਦਾ ਹੈਗਾ। ਤੁਸੀਂ ਸਾਡੀ ਪ੍ਰੋਬਲਮ ਕੀ ਆ, ਲੈਟ ਮੀ ਟੈਲ ਯੂ ਵਨ ਐਗਜ਼ਾਮਪਲ ਆਫ ਦੈਟ। ਹਾਂਜੀ। ਤੁਸੀਂ ਪੁੱਛੀ ਇਹ ਤਾਂ ਗੱਲ। ਹਾਂਜੀ। ਹੁਣ ਸ਼੍ਰੋਮਣੀ ਕਮੇਟੀ ਦੀਆਂ ਬਿਲਡਿੰਗਾਂ ਬੜੀਆਂ ਬਣਦੀਆਂ ਨੇ, ਲੰਗਰ ਹਾਲ ਬਣ ਰਿਹਾ, ਗੁਰਦੁਆਰਾ ਦੀ ਬਿਲਡਿੰਗ ਬਣ ਰਹੀ ਹੈ, ਸਰਾਂ ਬਣ ਰਹੀ ਹੈ, ਇਹ ਬਣ ਰਿਹਾ, ਉਹ ਬਣ ਰਿਹਾ। ਹੁਣ ਸਵਾਲ ਇਸ ਗੱਲ ਹੈ ਕਿ ਉਹ ਬਿਲਡਿੰਗਾਂ ਜਾਂ ਤਾਂ ਕਾਰ ਸੇਵਾ ਵਾਲੇ ਬਾਬੇ ਬਣਾਉਣ, ਇੱਕ ਜੀ, ਜਾਂ ਤੁਹਾਡਾ ਡਿਪਾਰਟਮੈਂਟ ਬਣਾਵੇ, 2 ਜੀ, ਜਾਂ ਤੁਸੀਂ ਠੇਕੇ 'ਤੇ ਦਿਓ, 3। ਤਿੰਨ ਗੱਲਾਂ ਨਾ ਜੀ। ਹਾਂਜੀ ਹਾਂਜੀ। ਹੁਣ ਜਿਹੜੇ ਤਾਂ ਕਾਰ ਸੇਵਾ ਬਾਬਿਆਂ ਦੀ ਗੱਲ ਕਰ ਲਓ ਜੀ। ਹੁਣ ਸਿਸਟਮ ਇਹ ਹੋ ਗਿਆ ਕਿ ਕਾਰ ਸੇਵਾ ਵਾਲੇ ਬਾਬਿਆਂ ਨੂੰ ਉਗਰਾਹੀਆਂ ਘੱਟ ਮਿਲਦੀਆਂ ਨੇ ਅਤੇ ਸੀਮੈਂਟ ਅਤੇ ਸਰੀਆ ਸਾਰਾ ਤੁਸੀਂ ਦਿੰਦੇ ਹੋ ਸ਼੍ਰੋਮਣੀ ਕਮੇਟੀ। ਹਾਂਜੀ। ਅੱਛਾ ਜੀ। ਉਹ ਕਹਿੰਦੇ ਨੇ ਕਿ ਇਹ 40% 40% ਖਰਚਾ ਹੈ, 60% ਅਸੀਂ ਇਕੱਠਾ ਕਰਕੇ ਆਪ ਕਰਦੇ ਹਾਂ ਜੀ। ਜਿਹੜੇ 2 ਸਾਲ ਹੀ ਆਉਂਦੇ ਨੇ ਉਹ 8 ਸਾਲ ਹੀ ਨਿਕਲਦੇ, ਜਿਹੜੇ 4 ਸਾਲ ਹੀ ਆਉਂਦੇ 12 ਸਾਲ ਹੀ ਨਿਕਲਦੇ। ਅੱਛਾ ਜੀ। ਸੋ ਦੇਅਰਫੋਰ ਜਿਹੜਾ ਸਾਡਾ ਪੈਸਾ ਲੱਗਿਆ, ਸੋਚੋ ਇਸ ਗੱਲ ਨੂੰ, ਇਕਨੋਮਿਕ ਸੋਚੋ, ਜਿਹੜਾ ਮੇਰਾ 50% ਪੈਸਾ ਸਰੀਆ ਸੀਮੈਂਟ 'ਤੇ ਲੱਗਾ, ਉਹ ਜਿਹੜਾ 2 ਸਾਲ ਹੀ ਬਲਾਕ ਹੋਣਾ ਸੀ ਉਹ 6 ਸਾਲ 8 ਸਾਲ ਹੀ ਬਲਾਕ ਹੋ ਗਿਆ। ਸਮਝੇ ਨਾ? ਹਾਂਜੀ। ਮੈਂ ਇਕਨੋਮਿਕਸ ਦਾ ਬੰਦਾ ਜੀ, ਅਕਾਊਂਟਸ ਦਾ ਬੰਦਾ, ਮੈਂ ਤਾਂ ਗਿਣਤੀ ਗਿਣੀ ਹਰ ਵੇਲੇ। ਬਿਲਕੁਲ ਬਿਲਕੁਲ। ਤੀਜੀ ਗੱਲ, ਮੈਨੂੰ ਸੀਮੈਂਟ ਦੀਆਂ 200 ਬੋਰੀਆਂ ਮੰਗੀਆਂ ਨੇ, ਆਇਆ 200 ਬੋਰੀਆਂ ਲੱਗਣੀਆਂ ਨੇ, 300 ਲੱਗਣੀਆਂ ਨੇ, ਇਹਦਾ ਜੱਜਮੈਂਟ ਕੌਣ ਕਰੇਗਾ? ਸਾਡਾ ਬੰਦਾ। ਸਾਡਾ ਬੰਦਾ ਕਿਸ ਰੈਂਕ ਦਾ? ਓਵਰਸੀਅਰ ਜਾਂ ਇੱਕ SDO? ਇਹਦਾ ਮਤਲਬ ਹੈ ਕਿ ਮੈਂ ਲੱਖਾਂ ਰੁਪਏ ਦੇ ਦੇਣੇ ਨੇ। ਮੈਂ ਕਾਰ ਸੇਵਾ ਦੇ ਬਾਬੇ ਦੀ ਗੱਲ ਕਰ ਰਿਹਾ ਜੀ ਜੀ। ਇੱਕ SDO ਦੇ ਦਸਤਖਤ ਕਰਨ ਤੇ ਕਿ ਇੰਨੀ ਸੀਮੈਂਟ ਦਾ ਮੰਗਿਆ ਦੇ ਦਈਏ ਜੀ। ਅੱਛਾ। ਇਹਦਾ ਮਤਲਬ ਹੋ ਗਿਆ ਇੰਨਾ ਸਰੀਆ ਮੰਗਿਆ ਦੇ ਦਈਏ। ਅੱਛਾ ਜੀ। ਫਿਰ ਮੇਰੀ ਇਨਵੈਂਟਰੀ ਕਿੱਥੇ ਹੈ? ਜਿੰਨਾ ਸਰੀਆ ਦਿੱਤਾ ਸੀ, ਇੰਨਾ ਸੀਮੈਂਟ ਦਾ ਸੀ, ਉਹ ਮੇਰਾ ਕਿੰਨਾ ਲੱਗ ਗਿਆ, ਕਿੰਨਾ ਬਚਿਆ, ਉਹ ਮੈਨੂੰ ਦੱਸੋ। ਦੇਅਰਫੋਰ ਸਾਡੇ ਸਿਸਟਮ ਲੈਕ ਕਰਦੇ ਸੀ। ਮੇਰੀ ਗੱਲ ਸਮਝਿਆ? ਉੱਥੇ ਕੋਈ ਹਿਸਾਬ ਤਾਂ ਨਹੀਂ ਰੱਖਿਆ? ਨਹੀਂ, ਹਿਸਾਬ ਲੈਕ, ਸਿਸਟਮ ਲੈਕ ਕਰਦੇ। ਠੀਕ ਹੈ ਠੀਕ ਹੈ ਜੀ। ਉਹ ਸਿਸਟਮ ਨਹੀਂ ਹੈਗੇ।
ਹਾਂਜੀ ਸੋ ਅਸੀਂ ਆਈ ਟਰਾਈ ਟੂ ਇਸ ਕੋਸ਼ਿਸ਼ ਕੀਤੀ ਇਹ ਸਿਸਟਮ ਅਡਾਪਟ ਕਰੀਏ ਜਾਣ। ਇੱਕ ਗੱਲ ਦੂਜੀਆਂ ਜਿਹੜੀਆਂ ਬਿਲਡਿੰਗਾਂ ਅਸੀਂ ਆਪ ਬਣਾਉਂਦੇ ਹਾਂ, ਤੁਸੀਂ ਵੇਖੋ ਮੈਂ ਤਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਮੈਂ ਇੱਕ ਮੇਰੇ ਕੋਲ ਨੋਟ ਆਇਆ, ਮੈਨੂੰ ਅਜੇ ਤੱਕ ਯਾਦ ਹੈ ਜੀ। ਇਹ ਜ਼ਮੀਨ ਪੱਧਰੀ ਕਰਾਉਣੀ ਹੈ ਜੀ, ਇਹਦਾ ਖਰਚਾ ਕਿੰਨਾ ਜੀ? 95,000 ਰੁਪਈਆ। ਅੱਛਾ ਜੀ। ਮੈਂ ਮਾਮੂਲੀ ਐਗਜ਼ਾਮਪਲ ਹੀ ਹੈ। ਹਾਂਜੀ ਚਾਵਲਾਂ ਦੇ ਇੱਕ ਦਾਣਾ ਹੀ ਵੇਖੀਦਾ, ਬੀਬੀਆਂ ਕੀ ਕਰਦੀਆਂ ਨੇ, ਚਾਵਲ ਗਲ ਗਿਆ ਕਿ ਨਹੀਂ ਗਲ ਗਿਆ। ਬਿਲਕੁਲ ਜੀ। ਤੇ ਅਸੀਂ ਵੇਖਿਆ ਵੀ ਜੇ ਪਿੰਡ ਵਾਲਿਆਂ ਨੂੰ ਕਹਿ ਦਈਏ ਵੀ ਯਾਰ ਇੱਕ ਟਰੈਕਟਰ ਤੁਸੀਂ ਦੇ ਦਿਓ, ਡੀਜ਼ਲ ਅਸੀਂ ਪਵਾ ਦਿੰਦੇ ਹਾਂ, ਤੇ ਯਾਰ ਕਰਾ ਮਾਰ ਕੇ ਠੀਕ ਕਰ ਦਿੰਦੇ ਹਾਂ। ਪਿੰਡਾਂ 'ਚ ਰਵਾਇਤ ਹੈ। ਤੁਸੀਂ ਇਮੈਜਿਨ ਕਰੋ ਸਾਡਾ 15,000 ਸਾਰਾ ਕੰਮ ਹੋ ਗਿਆ ਜੀ। ਅੱਛਾ ਜੀ। ਸੋ ਦੇਅਰਫੋਰ 95,000 ਦਾ ਖਰਚਾ ਨਜਾਇਜ਼ ਸੀ, ਨਜ਼ਰ ਆਉਂਦਾ ਪਿਆ ਸੀਗਾ। ਹਾਂਜੀ ਸਾਡੇ ਬੰਦੇ ਨੇ ਐਸਟੀਮੇਟ ਲਾਇਆ। ਪਰ ਉਹ ਖਾਣਾ ਕਿਨੇ ਸਫਰ ਹੈ ਜੇ ਆਪਾਂ ਕਹਿ ਦਈਏ ਕਿਸੇ ਨੇ ਉਹ ਇਹਨਾਂ ਨੂੰ ਠੇਕਾ ਹੀ ਦੇ ਦੇਣਾ, ਇਹਨਾਂ ਭਾਈ ਸਾਹਿਬ ਜਿਹੜੇ ਖੜੇ ਨੇ। ਨਹੀਂ, ਪਰ ਜਿਹੜਾ ਬੰਦਾ ਠੇਕਾ ਦਿੰਦਾ ਉਹਦਾ ਆਪਣਾ ਇੰਟਰਸਟ ਤਾਂ ਹੋਊ ਕੋਈ ਨਾ, ਉਹਦੇ ਵੀ ਹੋਊਗਾ। ਤੇ ਜਿਹਨੇ ਨੂੰ ਜਿਹੜਾ ਵਿਚਕਾਰ ਉਹਨੂੰ ਵੀ ਬੁਲਾਈਜ ਕਰਨਾ ਕਰੂਗਾ ਜੀ। ਕਿਸੇ ਨੂੰ ਕੰਟਰੈਕਟ ਦੇ ਕੇ ਬਣਾਉਂਦੇ ਆ ਜੀ, ਜੀ ਉਹ 'ਚ ਕਿਹਦਾ ਇੰਟਰਸਟ ਹੁੰਦਾ ਜੀ? ਠੇਕੇਦਾਰ ਨੇ ਕਮਾਈ ਕਰਨੀ ਹੈ, ਦੇयर इज नो ਡਾਊਟ ਅਬਾਊਟ ਇਟ। ਤੁਸੀਂ ਹੈਰਾਨ ਹੋਗੇ, ਉਹ ਜੇ ਆਰਕੀਟੈਕਟ ਨੇ ਕਮਾਈ ਕਰਨੀ ਹੁੰਦੀ ਹੈ। ਅੱਛਾ ਜੀ। ਉਹਨੇ 2.5% 3% ਲੈਣਾ ਟੋਟਲ ਖਰਚੇ ਦਾ ਜੀ। ਆਰਕੀਟੈਕਟ ਐਮਪਲਾਈ ਹੈ ਸ਼੍ਰੋਮਣੀ ਕਮੇਟੀ ਦੇ, ਜਿਹੜਾ ਆਰਕੀਟੈਕਟ ਨਕਸ਼ਾ ਬਣਾਇਆ ਜਿਹੜਾ ਹਾਇਰ ਕਰਦੇ ਤੁਸੀਂ? ਹਾਂ, ਉਹਨੇ 3% ਆਫ ਦਾ ਟੋਟਲ ਕਾਸਟ ਆਫ ਦੀ ਬਿਲਡਿੰਗ ਉਹ ਤੁਹਾਡੇ ਕੋਲ ਲੈ ਲੈਣਾ। ਇਹ ਤੁਹਾਡੀ 19 ਕਰੋੜ ਦੀ ਬਿਲਡਿੰਗ 57 ਲੱਖ ਰੁਪਏ ਲੈ ਗਿਆ ਤੁਹਾਡੇ ਕੋਲੋਂ। ਅੱਛਾ ਜੀ। ਕਦੀ ਸੁਣਿਆ 57 ਲੱਖ ਰੁਪਏ ਆਰਕੀਟੈਕਟ ਲੈਂਦੇ ਹੋਣ? ਜੀ ਮੈਂ ਪਿੱਟਿਆ, ਮੈਂ ਕਿਹਾ 57 ਲੱਖ ਰੁਪਈਆ ਇਹ ਕਦਾ ਹੈ? ਨਿੱਜੀ ਬੰਦੇ ਨੇ ਬੜਾ ਕੰਮ ਕੀਤਾ, ਯੂਨੀਵਰਸਿਟੀ ਨੇ ਬੜਾ ਕੰਮ ਕੀਤਾ, ਤਾਂ ਬੜਾ ਨਾਮੀ ਆਦਮੀ ਹੈ। ਮੈਂ ਕਿਹੜਾ ਨਾਮੀ ਆਦਮੀ? ਜਿਹੜਾ ਲੁਧਿਆਣੇ ਬੈਠਾ ਹੋਇਆ ਜਿਹੜਾ ਨਾਮੀ ਆਦਮੀ ਹੈ। ਨਾਮੀ ਆਦਮੀ ਹੁੰਦਾ ਬੰਬਈ ਬੈਠਾ ਹੁੰਦਾ, ਕਲਕੱਤਾ ਬੈਠਾ ਹੁੰਦਾ, ਦਿੱਲੀ ਬੈਠਾ ਹੁੰਦਾ। ਮੇਰਾ ਕਹਿਣ ਦਾ ਮਤਲਬ ਹੈ ਜੀ, ਇਹ ਸਾਹਮਣੇ ਦਰਵਾਜ਼ੇ ਅਰ ਲੱਗਾ ਨਾ ਸਾਹਮਣੇ ਜੀ, ਹਾਂਜੀ, ਜਿਹੜੇ ਤੁਹਾਡੇ ਸਰਾਂ 'ਚ ਲੋਕ ਲੱਗਦੇ ਨੇ ਜੀ ਗੈਸ ਕਰ ਸਕਦੇ ਕਿੰਨੀ ਅਮਾਊਂਟ ਦਾ? ਇੱਕ ਲੋਕ ਹੈ 12,000 ਰੁਪਏ ਦਾ ਇੱਕ ਲੋਕ ਜੀ। ਮਤਲਬ ਮੈਨੂੰ ਤਕਲੀਫ ਹੋਵੇ, ਮੈਂ ਨਹੀਂ, ਮੇਰੇ ਆਉਣ ਤੋਂ ਪਹਿਲਾਂ ਸਭ ਕੁਝ ਪਾਸ ਹੋਇਆ ਪਿਆ ਸੀ। ਸਾਨੂੰ ਸੁਣ ਕੇ ਤਕਲੀਫ ਹੋ ਰਹੀ ਹੈ ਜੀ। ਹੈ ਸਾਨੂੰ ਸੁਣ ਕੇ ਤਕਲੀਫ ਹੋ ਰਹੀ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਮੈਂ ਕਹਾਂ ਕਿ 12,000 ਦਾ ਲੋਕ, ਉਹ ਜਿਵੇਂ 5 ਸਟਾਰ ਹੋਟਲਾਂ ਦੇ ਲੋਕ ਹੁੰਦੇ ਨੇ, ਉਹ ਸੰਗਤ ਨੇ ਆਉਣਾ ਯਾਰ ਤੁਹਾਡੇ ਕੋਲੋਂ, ਤੁਸੀਂ ਇਹ ਲੋਕ ਕਿਉਂ ਲਵਾਉਂਦੇ ਹੋ? 12,000 ਦੇ ਮੈਨੂੰ ਬੜੀ ਤਕਲੀਫ ਹੋਵੇ ਵੀ ਮੈਂ ਵਜ੍ਹਾ ਕੀ ਹੈ ਜੀ? ਉਹਦੀ ਵਜ੍ਹਾ ਹੈ ਕਿ ਲੋਕ ਖਰੀਦਣ 'ਚ ਸ਼ਾਂਤੀ ਨਹੀਂ ਹੋਣੀ, ਸੁੱਖ ਨਹੀਂ ਹੋਣਾ। ਠੀਕ ਹੈ, ਮੈਂ ਬੇਈਮਾਨੀ ਨਹੀਂ ਕਹਿੰਦਾ। ਤੇ ਆਰਕੀਟੈਕਟ ਸਾਹਿਬ ਨੂੰ ਬੜਾ ਸੂਟ ਕਰਦਾ। ਆਫਟਰ ਆਲ 3% ਕਮਿਸ਼ਨ ਹੈ ਹਰ ਗੱਲ ਦੇ ਵਿੱਚ। ਜੇ 248 ਕਮਰੇ ਨੇ, 248 ਲਾਕ ਆਏ ਨੇ, 5 ਦਾ ਸਪੇਅਰ ਵੀ ਰੱਖੋਗੇ ਤੁਸੀਂ, ਠੀਕ ਹੈ ਜੀ, ਤਾਂ ਤੁਸੀਂ ਇਮੈਜਿਨ ਕਰੋ। ਮਤਲਬ ਇਹਨਾਂ ਗੱਲਾਂ 'ਚ ਨਾ ਪਾਰਦਰਸ਼ੀ ਨੇ, ਮੈਨੂੰ ਤਕਲੀਫ ਹੈ ਇਸ ਗੱਲ ਦੀ। ਤੇ ਮੇਰੀ ਗੱਲ ਸਮਝ ਲਓ। ਹੁਣ ਸਵਾਲ ਤੁਸੀਂ ਇਹ ਵੀ ਕਰ ਸਕਦੇ ਹੋ ਮੈਨੂੰ ਵੀ ਸਾਹਿਬ ਤੁਸੀਂ ਉੱਥੇ ਕੀ ਵੰਝ ਪਟਿਆ, ਤੁਸੀਂ ਕੀ ਕੀਤਾ ਉੱਥੇ? ਸਵਾਲ ਹੈ ਵੀ ਜਿੰਨਾ ਅਸੀਂ ਰੋਕ ਸਕਿਆ ਰੋਕਿਆ, ਜਿੰਨਾ ਤੁਸੀਂ ਹਿੰਮਤ ਕਰ ਸਕੇ ਰੋਕਿਆ, ਬਾਕੀ ਤੁਹਾਡੇ ਵੱਸ ਸਾਰਾ ਕੁਝ ਹੁੰਦਾ ਵੀ ਨਹੀਂ। ਇੱਕ ਨਾ ਜਿਹੜਾ ਕੁਦਰਤੀ ਆ ਭਾਵੁਕ ਦੀ ਗੱਲ ਛਿੜ ਪਈ ਹੈ ਨਾ। ਮੈਂ ਪਹਿਲਾਂ ਵੀ ਸੁਣਦਾ ਰਿਹਾ, ਕਿਸੇ ਨੇ ਕਿਹਾ ਸੀਗਾ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਨਾ, ਉਹ ਕਾਲਜ ਚਲਾਉਂਦੀ ਆ, ਸਕੂਲ ਚਲਾਉਂਦੀ ਆ। ਉੱਥੇ ਕੋਈ ਪ੍ਰੋਫੈਸਰ ਲੱਗਾ ਹੋਇਆ ਸੀਗਾ ਫਤਿਹਗੜ੍ਹ ਸਾਹਿਬ, ਉਹ ਕਹਿ ਰਿਹਾ ਸੀ ਵੀ ਜੋ ਮੈਂ ਇੱਥੇ ਦੇਖਿਆ ਘਾਲਾ ਮਾਲਾ ਦੇਖ ਕੇ ਮੈਨੂੰ ਲੱਗਦਾ ਕਿ ਗੁਰਦੁਆਰੇ ਚੜਾਵਾ ਨਹੀਂ ਚੜਾਉਣਾ ਚਾਹੀਦਾ। ਜੋ ਉਹ ਮੈਨੂੰ ਮੇਰੇ ਗੱਲ ਚੇਤਿਆਂ ਵਿੱਚ ਆ। ਤੁਸੀਂ ਸੋਚਦੇ ਹੋ ਕਿ ਇਦਾਂ ਦੀ ਗੱਲ ਜਿਹੜੀ ਸੱਚਮੁੱਚ ਹੀ ਵਾਪਰਦੀ ਆ ਕਿ ਬੜੀ ਵੱਡੇ ਲੈਵਲ 'ਤੇ? ਨਹੀਂ ਦੇਖੋ, ਮੇਰੀ ਦੋ ਗੱਲਾਂ ਸਮਝ ਲਓ। ਪਹਿਲੀ ਗੱਲ ਤਾਂ ਉਸ ਪ੍ਰੋਫੈਸਰ ਸਾਹਿਬ ਨੇ ਕਿਹਾ, ਜਿਹੜਾ ਤੁਹਾਨੂੰ ਦੱਸਿਆ ਗੱਲ, ਇਹ ਉਹਦੇ ਆਪਣੇ ਨਿੱਜੀ ਵਿਊ ਨੇ। ਠੀਕ ਹੈ ਜੀ। ਉਹ ਕਿਸੇ ਕੋਲੋਂ ਹੋਰ ਦੁਖੀ ਹੋਣਾ, ਉਹ ਗੱਲ ਇੱਥੇ ਕੱਢਦਾ ਪਿਆ ਹੋਣਾ। ਹਾਂਜੀ। ਆਫਟਰ ਆਲ ਤੁਸੀਂ ਮੈਂ ਜਦੋਂ ਵੀ ਗੁਰਦੁਆਰੇ ਜਾਂਦੇ ਹਾਂ, ਅਸੀਂ ਮੱਥਾ ਟੇਕਦੇ ਹਾਂ, ਕਿਉਂਕਿ ਸਾਡੇ ਮੱਥਾ ਟੇਕਣ 'ਚ ਸਿਰਫ ਠੱਗੀ ਦਾ ਐਲੀਮੈਂਟ ਜੇ 20% ਹੋਏਗਾ ਤਾਂ 30% ਉਹ ਖਸਮ ਨੂੰ ਖਾ ਗਿਆ। ਤੁਸੀਂ ਇਹ ਵੀ ਤਾਂ ਸਮਝਦੇ ਹੋ ਲੋਕ ਲੰਗਰ ਖਾਂਦੇ ਆ ਉੱਥੋਂ, ਤੁਸੀਂ ਸਮਝਦੇ ਹੋ ਗਰੀਬ ਗੁਰਬੇ ਨੂੰ ਲੰਗਰ ਵੀ ਮਿਲਦਾ ਹੈ, ਠਾਰ ਮਿਲਦੀ ਹੈ, ਰਹਿਣ ਨੂੰ ਟੁੱਟਾ ਭੱਜਾ ਕਮਰਾ ਵੀ ਮਿਲਦਾ ਹੈ, ਹਰ ਥਾਂ 'ਤੇ ਕਿਰਾਇਆ ਨਹੀਂ ਲੱਗਦਾ, ਕਿਤੇ ਫ੍ਰੀ ਵੀ ਤੁਹਾਨੂੰ ਥਾਂ ਮਿਲਦੀ ਹੈ। ਇਹ ਗੱਲ ਨਹੀਂ ਹੈਗੀ, ਇਹ ਸਦੀਆਂ ਦੀ ਪੁਰਾਣੀ ਚੱਲੀ ਆਈ ਗੱਲ ਹੈ। ਪਰ ਇੱਕ ਗੱਲ ਸਮਝ ਲਓ, ਐਡੀ ਵੱਡੀ ਸਿੱਖ ਸੰਸਥਾ ਹੋਵੇ, ਜਿਹਦਾ 1400 ਕਰੋੜ ਰੁਪਏ ਦਾ ਸਾਲ ਦਾ ਬਜਟ ਹੋਵੇ, ਉੱਥੇ 101% ਪਾਰਦਰਸ਼ੀ ਚਾਹੀਦੀ ਹੈ। 101% ਪਾਰਦਰਸ਼ੀ ਬੰਦਿਆਂ ਨੇ ਲਿਆਉਣੀ ਹੈ। ਦੇਖੋ ਬਲਵੈਤ ਸਾਹਿਬ, ਪਾਰਦਰਸ਼ੀ ਤੁਸੀਂ ਜੋ ਮਰਜ਼ੀ ਸਿਸਟਮ ਅਡਾਪਟ ਕਰ ਲਓ, ਤਾਂ ਅੰਗਰੇਜ਼ੀ ਕਹਿੰਦੇ ਯੂ ਕੈਨ ਆਲਵੇਜ਼ ਹੁੱਡ ਵਿੰਕ ਦੀ ਸਿਸਟਮ। ਅਤੇ ਪਾਰਦਰਸ਼ੀ ਤਾਂ ਹੀ ਆਉਂਦੀ ਜੇ ਬੰਦੇ ਚੰਗੇ ਹੋਣ। ਤਾਂ ਸਾਡੀ ਬਦਕਿਸਮਤੀ ਹੋ ਰਿਹਾ, ਤਾਂ ਮੈਂ ਮਾफ़ ਕਰਨਾ, ਮੇਰਾ ਟੌਪਿਕ ਤਾਂ ਨਹੀਂ ਸੀ ਗੱਲ ਕਰਨ ਦਾ। ਕੈਨ ਯੂ ਇਮੈਜਿਨ ਇਟ ਕਿ ਸਾਡੇ ਸੀਨੀਅਰ ਬੰਦਿਆਂ 'ਚੋਂ ਇੱਕ ਦਾ ਬੰਦਾ ਹੀ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੈ, ਬਾਕੀ ਸਭ 10+2 ਪਾਸ ਨੇ ਜੀ। ਠੀਕ ਹੈ ਜੀ। ਮੈਂ ਆਪਣੀ ਕਿਤਾਬ ਵਿੱਚ ਇਹੀ ਲਿਖਿਆ, ਜਦੋਂ ਤੁਸੀਂ ਹਾਈ ਕੋਰਟ 'ਚ ਇੱਕ ਡਿਕਲੇਰੇਸ਼ਨ ਦਿੱਤਾ ਕਿ ਅਸੀਂ MA ਪਾਸ ਘੱਟ ਸੈਕਟਰੀ ਨਹੀਂ ਰੱਖਣਾ, ਐਡੀਸ਼ਨਲ ਸੈਕਟਰੀ ਸਾਡਾ ਗ੍ਰੈਜੂਏਟ ਹੋਣਾ ਚਾਹੀਦਾ,
ਤੇ ਆਪਾਂ 10+2 ਕੋ ਰੱਖੀ ਜਾਂਦੇ ਆ, ਪ੍ਰਮੋਟ ਕਰੀ ਜਾ, ਪਰਵਾਹ ਹੀ ਨਹੀਂ ਕਰਦੇ। ਸਮਝ ਗਏ ਮੇਰੀ ਗੱਲ? ਫਿਰ ਜਿਹੜੀ ਮੈਂ ਗੱਲ ਤੁਹਾਨੂੰ ਕਹਿਣੀ ਚਾਹੀ ਸੀ ਨਾ ਜੀ, ਉਹ ਤੁਸੀਂ ਠੀਕ ਕਹਿੰਦੇ ਹੋ ਕਿ ਚੜਾਵੇ ਵਿੱਚੋਂ ਲੰਗਰ ਵਰਤਦੇ ਆ, ਪਰ ਮੈਂ ਜਦੋਂ ਇੱਕ ਆਮ ਸ਼ਰਧਾਲੂ ਵਜੋਂ ਜਾਂਦਾ ਗੁਰਦੁਆਰਾ ਸਾਹਿਬ, ਮੈਂ ਮੱਥਾ ਟੇਕਦਾ ਹੈ ਨਾ, ਅਤੇ ਜਦੋਂ ਤੁਹਾਨੂੰ ਬਾਅਦ 'ਚ ਪਤਾ ਲੱਗਦਾ ਕਿ ਤੁਸੀਂ ਪੈਸੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਚੜਾਏ ਆ, ਪਰ ਉਹ ਕਿਸੇ ਹੋਰ ਦੀ ਜੇਬ 'ਚ ਚਲੇ ਗਏ, ਫਿਰ ਦੁੱਖ ਤਾਂ ਲੱਗਣਾ ਸੁਭਾਵਿਕ ਹੀ ਹੈ ਨਾ ਜੀ। ਮੈਂ ਇਸ ਕਰਕੇ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ। ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛਦਾ, ਇਹ ਸਵਾਲ ਮੇਰਾ ਕਾਊਂਟਰ ਸਵਾਲ ਤੁਹਾਨੂੰ ਹੈ ਅੱਜ ਇਸ ਗੱਲ ਦਾ। ਹਾਂਜੀ ਹਾਂਜੀ। ਪੰਜਾਬ ਵਿੱਚ ਡੇਰਿਆਂ ਦਾ ਅੰਤ ਨਹੀਂ ਹੈਗਾ। ਠੀਕ ਹੈ ਜੀ। ਉੱਥੇ ਪੈਸਾ ਕਿਹਦੀ ਜੇਬ ਵਿੱਚ ਜਾਂਦਾ? ਨਹੀਂ, ਪਰ ਡੇਰੇ ਤੇ ਗੁਰਦੁਆਰੇ 'ਚ ਫਰਕ ਹੈ, ਨਹੀਂ ਕਰ ਸਕਦੇ। ਠੀਕ ਹੈ ਨਾ, ਫਰਕ ਹੈ। ਹਾਂਜੀ। ਹੁਣ ਦੋ ਗੱਲਾਂ ਨੇ। ਮੈਂ ਇਹ ਨਹੀਂ ਕਹਿੰਦਾ ਕਿ ਮੱਥਾ ਟੇਕਣਾ ਨਹੀਂ ਚਾਹੀਦਾ, ਮੱਥਾ ਟੇਕਣਾ ਚਾਹੀਦਾ। ਗੱਲ ਤਾਂ ਇਹ ਕਰਨ ਵਾਲੀ ਹੈ ਕਿ ਪੈਸੇ ਦਾ ਠੀਕ ਇਸਤੇਮਾਲ ਕਰਨ ਦੇ ਢੰਗ ਸੋਚੀਏ, ਚੈੱਕਸ ਐਂਡ ਬੈਲੈਂਸ ਦੇ ਸਿਸਟਮ ਰੱਖੀਏ। ਗੱਲ ਤਾਂ ਇਹ ਹੈ ਜੀ। ਜੇ ਆਪਾਂ ਕਿ ਮੱਥਾ ਹੀ ਨਾ ਟੇਕੀਏ, ਜੇ ਮੱਥਾ ਨਾ ਟੇਕੀਏ ਤਾਂ ਇੱਥੇ 12,000 ਮੁਲਾਜ਼ਮ ਤਨਖਾਹ ਕਿੱਥੋਂ ਦੇਵਾਂਗੇ ਆਪਾਂ? ਜੇ ਮੱਥਾ ਨਾ ਟੇਕੀਏ ਤਾਂ ਸਕੂਲ ਨਵੇਂ ਕਿਵੇਂ ਖੋਲਾਂਗੇ ਜੀ? ਜਾਂ ਸਕੂਲਾਂ ਦੀ ਤਨਖਾਹ ਕਿਵੇਂ ਦੇਵਾਂਗੇ ਜੀ? ਕਾਲਜ ਦੀ ਤਨਖਾਹ ਕਿਵੇਂ ਦੇਵਾਂਗੇ ਜੀ? ਤੁਹਾਡੀ ਗੱਲ ਜੀ। ਇੱਕ ਆਪਸ ਵਿੱਚ ਬੈਠੇ ਜੀ, ਨਿਰੀ ਇਹ ਗੱਲ ਕਹਿ ਦੇਣੀ ਕਿ ਜੀ ਲੋਕ ਮੱਥਾ ਹੀ ਨਾ ਟੇਕਣ, ਇਹ ਨਹੀਂ ਹੋ ਸਕਦਾ। ਤੁਸੀਂ ਤਾਂ ਮੈਂ ਇੱਥੇ ਬੈਠ ਕੇ ਫੈਸਲਾ ਨਹੀਂ ਕਰ ਸਕਦੇ, ਕਰ ਵੀ ਲਈਏ ਨਾ, ਸੰਗਤ ਨਹੀਂ ਮਾਰਨਾ, ਸੰਗਤ ਤੇ ਮੱਥਾ ਟੇਕਣਾ ਹੀ ਟੇਕਣਾ ਜੀ। ਮੈਂ ਆਪ ਟੇਕਣਾ ਹੀ ਟੇਕਣਾ, ਠੀਕ ਹੈ ਨਾ। ਜਿੰਨੀ ਤੁਹਾਡੀ ਪਾਕਟ ਅਲਾਉ ਕਰਦੀ ਹੈ, 100 ਦਾ ਮੱਥਾ ਟੇਕਣਾ ਜਾਂ 500 ਦਾ ਟੇਕਣਾ, ਤੁਹਾਡੀ ਮਰਜ਼ੀ ਆਪਦੀ, ਤਾਂ ਉਹ ਗੱਲ ਨਹੀਂ ਹੈਗੀ। ਇਹ ਕਈ ਵਾਰ ਲੋਕਾਂ ਦੇ ਐਵੇਂ ਵਿਚਾਰ ਇਹੋ ਜਿਹੇ ਬਣੇ ਹੁੰਦੇ ਨੇ। ਮੈਂ ਉਹਨਾਂ ਨਾਲ ਸਹਿਮਤ ਨਹੀਂ ਹੈਗਾ ਇਸ ਗੱਲ ਨਾਲ। ਸਵਾਲ ਹੈ ਤੁਸੀਂ ਆਪਣੇ ਸਿਸਟਮ ਠੀਕ ਕਰੋ। ਧਰਮ ਮਾੜਾ ਕੋਈ ਨਹੀਂ ਹੁੰਦਾ, ਧਰਮ ਨੂੰ ਚਲਾਉਣ ਵਾਲੇ ਕਈ ਵਾਰੀ ਮਾੜੇ ਹੁੰਦੇ ਨੇ, ਧਰਮ ਦਾ ਪ੍ਰਚਾਰ ਦੀਆਂ ਡਾਇਰੈਕਸ਼ਨ ਦੇਣ ਵਾਲੇ ਬੰਦੇ ਮਾੜੇ ਹੁੰਦੇ ਨੇ। ਗੱਲ ਤਾਂ ਆਹ ਹੁੰਦੀ ਹੈ। ਹੁਣ ਚਲੋ ਗੱਲ ਸ਼ੁਰੂ ਕੀਤੀ ਸੀ ਮੈਂ ਗੁਰੂ ਗ੍ਰੰਥ ਸਾਹਿਬ ਸਰੂਪ ਚੋਰੀ ਹੋਣ ਦੀ। ਜਿਹੜੇ 267 ਸਰੂਪ ਚੋਰੀ ਹੋਏ ਆ ਜਾਂ ਘਟੇ ਆ, ਤੁਸੀਂ ਇੱਕ ਅਹਿਮ ਅਹੁਦੇ 'ਤੇ ਰਹੇ ਹੋ, ਇਹ ਇੱਦਾਂ ਦੀ ਪੋਸੀਬਿਲਿਟੀ ਕੋਈ ਹੋ ਸਕਦੀ ਆ? ਦੇਖੋ, ਇੱਕ ਉੱਥੇ ਇਨਕੁਆਇਰੀ ਹੋ ਰਹੀ ਹੈ ਅੱਜ ਕੱਲ੍ਹ। ਹਾਂਜੀ। ਅਤੇ ਉਸ ਇਨਕੁਆਇਰੀ ਇੱਕ ਜੱਜ ਸਾਹਿਬ ਨੇ ਕਰਨੀ ਸੀ, ਉਹ ਤਾਂ ਪਿੱਛੇ ਹਟ ਗਈ। ਹਾਂਜੀ। ਇੱਕ ਵਕੀਲ ਸਾਹਿਬ ਸਰ ਈਸ਼ਰ ਸਿੰਘ ਨੇ ਉਹ ਕਰਦੇ ਪਏ ਨੇ, ਮੈਨੂੰ ਮਿਲਣ ਆਏ ਸੀਗੇ। ਹਾਂਜੀ। ਸਵਾਲ ਇਸ ਗੱਲ ਦਾ ਹੈਗਾ ਕਿ ਇਹਦੇ 4 ਗੱਲਾਂ ਨੇ ਜੀ। ਅੱਛਾ ਜੀ। ਮੁੜ ਕੇ ਗੱਲ ਉੱਥੇ ਹੈ, ਸਾਡੇ ਸਿਸਟਮ ਇੰਨੇ ਵੀਕ ਨੇ ਵੀ ਜਿਹੜਾ ਸਾਡਾ ਉੱਥੇ ਇੱਕ ਵੱਖਰਾ ਡਿਪਾਰਟਮੈਂਟ ਹੈ ਜੀ, ਪ੍ਰਿੰਟਿੰਗ ਸਟੇਸ਼ਨਰੀ ਪਬਲੀਕੇਸ਼ਨ ਦਾ। ਹਾਂਜੀ। ਜੇ ਅਸੀਂ ਐਕਸਪ੍ਰੈਸ ਵਰਗੀ ਅਖਬਾਰ ਹੈ ਜਿਹਦਾ 17 ਸੈਂਟਰ 'ਚ ਅਖਬਾਰ ਛਪਦੀ ਹੈ ਜੀ, ਫਾਈਨੈਂਸ਼ੀਅਲ ਐਕਸਪ੍ਰੈਸ, ਜਨਸੱਤਾ, ਲੋਕ ਸੱਤਾ, ਇੰਡੀਅਨ ਐਕਸਪ੍ਰੈਸ, ਜੇ ਅਸੀਂ ਉਹਨਾਂ ਦੇ ਕਾਗਜ਼ ਦੀ ਚੈਕਿੰਗ ਕਰ ਸਕਦੇ ਹਾਂ ਕਿ 31 ਮਾਰਚ ਨੂੰ ਤਾਂ 30 ਸਤੰਬਰ ਨੂੰ ਸਾਡੇ ਕੋਲ ਕਿੰਨਾ ਕਾਗਜ਼ ਪਿਆ, ਸਾਡੀ ਵੇਸਟ ਕਿੰਨੇ % ਹੋਈ ਹੈ, ਪ੍ਰਿੰਟਿੰਗ ਵੇਸਟ ਕਿੰਨੀ, ਸਾਡੀ ਅਖਬਾਰ ਛਪੀ ਹੈ, ਕਿੰਨੀਆਂ ਅਨਸੋਲਡ ਕਾਪੀਆਂ ਵਾਪਸ ਆਈਆਂ ਨੇ, ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਦੇ ਕਿੰਨੇ ਨੇ ਸਾਲ 'ਚ? ਵਾਈ ਨਹੀਂ 7,000 10,000। ਅੱਛਾ ਜੀ। ਅਤੇ ਆਇਆ ਇਹਦੀ ਇਨਵੈਂਟਰੀ ਨਹੀਂ ਰੱਖੀ ਸੰਭਾਲੀ ਜਾ ਸਕਦੀ? ਇਹਦਾ ਮਤਲਬ ਡਿਪਾਰਟਮੈਂਟ ਦੀ ਮੂਰਖਤਾਈ ਹੈ ਇੱਕ। ਅੱਛਾ ਜੀ। ਸਿਸਟਮ ਪੂਅਰ ਸਿਸਟਮ ਹੈਗੇ, ਇੰਪਲੀਮੈਂਟੇਸ਼ਨ ਕੋਈ ਨਹੀਂ। ਨੰਬਰ 2, ਸਾਡਾ ਚਾਰਟਰਡ ਅਕਾਊਂਟੈਂਟ ਉੱਥੇ ਕੀ ਕਰਦਾ ਪਿਆ? ਇਹਨੂੰ ਮਿਸਾਲ ਦਾ ਕਰੋੜ ਰੁਪਏ ਤੋਂ ਉੱਪਰ ਦੇ ਜਾਣ ਤਨਖਾਹ ਅਸੀਂ, ਉਹ ਕੀ ਕਰਦਾ ਉੱਥੇ ਚਾਰਟਰਡ ਅਕਾਊਂਟੈਂਟ ਨੂੰ? ਹਾਂਜੀ, 1 ਕਰੋੜ ਤੋਂ ਉੱਪਰ। ਹਾਂ ਚਲੋ ਆਪਾਂ ਉਹ ਟਾਪਿਕ ਨਾ ਜਾਈਏ, ਜੇ ਚਾਰਟਰਡ ਅਕਾਊਂਟੈਂਟ ਦੀ ਗੱਲ ਹੀ ਕਰ ਲਈਏ। ਹਾਂਜੀ। ਵੀ ਤੇਰੇ ਬੰਦੇ ਜਾ ਕੇ ਉੱਥੇ ਕੀ ਕਰਦੇ ਨੇ? ਜੀ। ਮੈਂ ਸਮਝਦਾ ਜਦੋਂ ਇਨਕੁਆਇਰੀ ਕਰਨ ਵਾਲੇ ਬੰਦੇ ਆਏ ਤਾਂ ਮੈਨੂੰ ਕਹਿੰਦੇ ਅਸੀਂ ਇਨਕੁਆਇਰੀ ਕਰਦੇ ਤੁਹਾਨੂੰ ਪੁੱਛਣਾ ਚਾਹੁੰਦੇ ਕੀ ਕਰੀਏ, ਕਿਵੇਂ ਕਰੀਏ? ਉਹ ਮੈਂ ਕਿਹਾ ਕਮਲੇ ਬੰਦੇ ਹੋ, ਇੱਕ ਪੀਰੀਅਡ ਲੈ ਲਓ, 1 ਅਪ੍ਰੈਲ 1916 ਲੈ ਲਓ, 1 ਅਪ੍ਰੈਲ 1915 ਲੈ ਲਓ, ਉਸ ਸਾਲ 'ਚ ਮਹਾਰਾਜ ਦੇ ਕਿੰਨੇ ਸਰੂਪ ਪਏ ਸੀ ਉਹ ਟੋਟਲ ਆਊਟ ਕਰ ਲਓ, ਕਿੰਨਾ ਕਾਗਜ਼ ਪਿਆ ਸੀ 2, ਕਿੰਨਾ ਕਾਗਜ਼ ਹੋਰ ਆਇਆ 3, ਉਹ 2 ਕਾਗਜ਼ ਇਕੱਠੇ ਕਰ ਲਓ, ਕਿੰਨੇ ਮਹਾਰਾਜ ਸਰੂਪ ਛਪੇ ਨੇ, ਇੱਕ ਸਰੂਪ 'ਤੇ ਕਿੰਨਾ ਕਾਗਜ਼ ਲੱਗਦਾ, ਇੰਨੀ ਵੇਸਟ ਹੁੰਦੀ ਹੈ, ਇਹਦਾ ਮਤਲਬ ਇੰਨੇ ਸਰੂਪ ਛਪੇ, ਪਹਿਲੀ ਇਨਵੈਂਟਰੀ ਪਲੱਸ ਜਿੰਨੀ ਛਪੀ ਟੋਟਲ ਮਾਈਨਸ ਜਿੰਨੀ ਡਿਲੀਵਰੀ ਹੋਈ ਹੈ, ਬਾਕੀ ਪੈਂਡਿੰਗ ਤੁਹਾਡੇ ਸਰੂਪ ਬਚੇ ਹੋਏ ਨੇ। ਹਾਂਜੀ। ਹੁਣ ਸਵਾਲ ਹੈ ਜੇ ਕੋਈ ਐਂਟਰੀ ਨਾ ਕਰੇ ਤਾਂ ਕੀ ਕਰੋਗੇ? ਉਹ ਕਹਿੰਦੇ ਜੀ ਪੈਨਸ਼ਨ ਨਾਲ ਐਂਟਰ ਕੀਤਾ ਹੋਇਆ। ਅਤੇ ਮੈਂ ਕਿਹਾ ਚਾਰਟਰਡ ਅਕਾਊਂਟੈਂਟ ਨੂੰ ਬੁਲਾ ਦੇਣਾ ਸੀ ਵੀ ਤੂੰ ਸਰਟੀਫਿਕੇਟ ਕਿਵੇਂ ਦਿੱਤਾ ਹੈ ਡਿਪਾਰਟਮੈਂਟ ਬਾਰੇ? ਤੇਰੇ ਸਰਟੀਫਿਕੇਟ 'ਤੇ ਹੀ ਬੈਲੈਂਸ ਸ਼ੀਟ SCPC ਦੀ ਬਣੀ ਹੈ, ਤੇਰੇ ਸਰਟੀਫਿਕੇਟ ਦੀ ਆਮਦਨ ਅਤੇ ਖਰਚੇ ਦਾ ਚੱਠਾ ਬਣਿਆ, ਅਤੇ ਤੂੰ ਭਾਈ ਕਿਵੇਂ ਸਰਟੀਫਿਕੇਟ ਦਿੱਤਾ? ਇਹਦਾ ਮਤਲਬ ਕੀ ਹੈ ਕਿ ਸਾਡੇ ਬੰਦਿਆਂ ਨੂੰ ਇੱਕ ਮਾਫ਼ ਕਰਨਾ, ਮੇਰੇ ਕੋਲ ਪ੍ਰੂਫ ਤਾਂ ਨਹੀਂ ਇਸ ਗੱਲ ਦਾ, ਪਰ ਮੈਂ ਕਹਿ ਰਿਹਾ। ਹਾਂਜੀ। ਹੁੰਦਾ ਕੀ ਹੈ ਜੀ, ਜਿਹੜੇ ਮਹਾਰਾਜ ਦੇ ਸਰੂਪ ਦਿੱਤੇ ਜਾਂਦੇ ਨੇ ਉਹ ਪ੍ਰਧਾਨ ਪਾਸ ਕਰਦਾ ਜਾਂ ਚੀਫ ਸੈਕਟਰੀ ਪਾਸ ਕਰਦਾ। ਅੱਛਾ ਜੀ। ਚੀਫ ਸੈਕਟਰੀ ਕਿਵੇਂ ਕਰਦਾ ਹੈ? ਜੇ ਪ੍ਰਚਾਰਕ ਸਾਈਨ ਕਰੇ ਅਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਸਾਈਨ ਕਰੇ ਕਿ ਮਹਾਰਾਜ ਦਾ ਸਰੂਪ ਦੇ ਦਿਓ। ਅੱਛਾ ਜੀ।
ਉਹ ਵੈਰੀਫਾਈ ਕਰਦੇ ਨੇ ਕਿ ਘਰ ਤੁਹਾਡੇ ਠੀਕ ਸਥਾਨ ਹੈ, ਹਾਂਜੀ ਇੱਥੇ ਮਹਾਰਾਜ ਦਾ ਸਥਾਨ ਨੂੰ ਸੁਸ਼ੋਭਿਤ ਕੀਤਾ ਜਾ ਸਕਦਾ। ਠੀਕ ਹੈ ਜੀ। ਅਸੀਂ ਲਿਖਦੇ ਹਾਂ ਪੇਟਾ ਲੈ ਕੇ ਸਰੂਪ ਮਹਾਰਾਜ ਦਾ ਸਰੂਪ ਦਿੱਤਾ ਜਾਵੇ। 2 ਸਰੂਪ ਚੀਫ ਸੈਕਟਰੀ ਦੇ ਸਕਦਾ ਹੈ, ਜ਼ਿਆਦਾ ਦੇਣ ਤਾਂ ਪ੍ਰਧਾਨ ਦਿੰਦਾ ਹੈ। ਅੱਛਾ ਜੀ। ਠੀਕ ਹੈ ਜੀ। ਜੇ ਮੰਨ ਲਓ ਮੈਂ ਕਿਸੇ ਨੂੰ ਪ੍ਰਧਾਨ ਨਹੀਂ ਹੈਗਾ, ਕੋਈ ਗੁਰਦੁਆਰੇ ਵਾਲੇ ਆ ਗਿਆ ਨੇ, ਉਹਨਾਂ ਨੂੰ 5 ਸਰੂਪ ਚਾਹੀਦੇ ਨੇ, ਤਾਂ ਮੈਂ ਲਿਖ ਕੇ ਤੇ ਪ੍ਰਧਾਨ ਕੋਲੋਂ ਸਾਈਨ ਕਰਵਾ ਲਿਆ ਬਾਅਦ 'ਚ ਵੀ ਮੈਂ 5 ਸਰੂਪ ਅਲਾਓ ਕਰ ਦਿੱਤੇ ਸੀਗੇ। ਜੀ ਜੀ। ਹੁਣ ਸਵਾਲ ਇਸ ਗੱਲ ਦਾ ਹੈ, ਬੰਦਾ ਸਾਨੂੰ ਸਰੂਪ ਚਾਹੀਦਾ, ਉਹਨੇ ਮੈਨੂੰ ਕਿਹਾ, ਮੈਂ ਕਿਹਾ ਲਓ ਜੀ, ਮੈਂ ਬੰਦੇ ਨੂੰ ਕਿਹਾ ਬਦਮਾਸ਼ ਸਾਹਿਬ ਘਰ ਸਰੂਪ ਦੇ ਦਿਓ ਜੀ, ਬੜੇ ਅੱਛੇ ਦੋਸਤ ਨੇ ਜੀ, ਤੁਸੀਂ ਗਏ ਜੀ ਮਹਾਰਾਜ 500 ਰੁਪਈਆ ਔਰ ਰੋਟੀ ਪਾਣੀ ਖਾਓ, ਚਾਹ ਪਾਣੀ ਰਾਹ 'ਚ ਪੀਣਾ ਹੋਣਾ, ਇਹ 1500 ਸਰੂਪਾਂ ਦੀ ਭੇਟਾ ਵੀ ਲੈ ਲਓ, ਅਤੇ ਜੇ ਤੁਸੀਂ ਉਹਦੀ ਰਸੀਦ ਨਹੀਂ ਮੰਗਣੀ, ਕੁਦਰਤੀ ਗੱਲ ਹੈ, ਸਰੂਪ ਤੁਹਾਡੇ ਘਰ ਆ ਗਿਆ, ਤੁਸੀਂ ਸਰੂਪ ਨਹੀਂ ਮੰਗੀ, ਅਤੇ ਜੇ ਉਹ ਸਰੂਪ ਦੀ ਉਹਨਾਂ ਨੇ ਪੈਸੇ ਜੇਬ 'ਚ ਪਾ ਲੈਣਾ ਅਤੇ ਉੱਥੇ ਐਂਟਰੀ ਵੀ ਨਹੀਂ ਕੀਤੀ, ਨਾ ਘਟਾਇਆ, ਸਰੂਪ ਘਟਿਆ ਇੱਕ, ਨਾ ਪੈਸੇ ਜਮ੍ਹਾਂ ਕਰਾਏ, ਤਾਂ ਫਿਰ ਤੁਸੀਂ ਕੀ ਕਰੋਗੇ? ਸਮਝਿਆ? ਦਿਸ ਮੀਨਸ ਇਹ ਸਿਸਟਮ ਚੈੱਕ ਹੋਣਾ ਚਾਹੀਦਾ ਸੀ। ਅਤੇ ਹੁਣ ਇਹ ਸਿਸਟਮ ਕੌਣ ਚੈੱਕ ਕਰੇਗਾ? ਚੀਫ ਸੈਕਟਰੀ ਚੈੱਕ ਕਰੇਗਾ ਜਾ ਕੇ। ਚੀਫ ਸੈਕਟਰੀ ਕੋਲ ਤਾਂ ਇੰਨੀਆਂ ਫਾਈਲਾਂ ਆਉਂਦੀਆਂ, ਟੇਬਲ ਭਰੇ ਹੋਏ ਹੁੰਦੇ ਨੇ। ਹਾਂਜੀ ਹਾਂਜੀ ਹਾਂਜੀ। ਇਸੇ ਕਰਕੇ ਡਿਫਰੈਂਟ ਡਿਪਾਰਟਮੈਂਟ ਬਣੇ ਹੋਏ ਨੇ, ਧਰਮ ਪ੍ਰਚਾਰ ਕਮੇਟੀ ਬਣੀ ਹੋਈ ਹੈ, ਸੈਕਟਰੀ ਹੈਗਾ, ਐਡੀਸ਼ਨਲ ਸੈਕਟਰੀ ਹੈ, ਡਿਪਟੀ ਸੈਕਟਰੀ ਹੈ, ਅਤੇ ਮਹਿਕਮੇ ਦਾ ਇੰਚਾਰਜ ਹੈ। ਮੇਰਾ ਅਲਟੀਮੇਟਲੀ ਪੋਜੀਸ਼ਨ ਇਹ ਹੈ, ਇਹਦੇ 'ਚ ਕੁਛ ਬੰਦਿਆਂ ਦੀ ਨੀਅਤ ਸਾਫ਼ ਨਹੀਂ, ਪੈਸੇ ਖਾ ਖੂ ਗਏ ਹੋਣੇ ਨੇ। ਬਾਕੀ ਜੇ ਇਨਕੁਆਇਰੀ ਰਿਪੋਰਟ ਹੈ, ਮੇਰੀ ਹੰਚ ਹੈ, ਮੇਰੇ ਮਨ ਦੀ ਇਹ ਆਵਾਜ਼ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਰੌਲਾ ਪੈ ਗਿਆ ਜੀ ਸਰੂਪ ਦੇਤੇ ਹੋਣਾ ਜੀ ਡੇਰੇ ਵਾਲਿਆਂ ਨੂੰ, ਉਹ ਪਾਗਲਾਂ, ਡੇਰੇ ਵਾਲਿਆਂ ਨੂੰ ਸਰੂਪ ਕੌਣ ਦੇਊਗਾ? ਅੱਗੇ ਤਾਂ ਰੌਲਾ ਤਾਂ ਅੱਗੇ ਪਿਆ ਸੀ, ਕੌਣ ਦੇਊਗਾ ਡੇਰੇ ਵਾਲਾ ਸਰੂਪ? ਸਰ ਮੇਰੇ ਜਿਹੜਾ ਕੁਐਸਚਨ ਮੇਰੇ ਥੋੜ੍ਹਾ ਮਨ 'ਚ ਕਾਹਲ ਪਈ ਹੋਈ ਆ ਵੀ ਜਦੋਂ ਜਿਹੜੇ ਉੱਥੇ ਰਹਿੰਦੇ ਆ ਪਬਲੀਕੇਸ਼ਨ ਵਿਭਾਗ ਵਿੱਚ, ਹੈ ਨਾ, ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੇ ਮਨ 'ਚ ਇੰਨਾ ਕੁ ਡਰ ਭਾਵ ਨਹੀਂ ਹੈਗਾ ਕਿ ਉਹ ਗੁਰੂ ਗ੍ਰੰਥ ਸਾਹਿਬ ਵੇਚ ਕੇ ਵੀ ਪੈਸੇ ਜੇਬ 'ਚ ਪਾ ਲੈਂਦੇ ਆ? ਡਰ ਭਾਵ ਨਹੀਂ ਹੈ ਨਾ? ਤੁਸੀਂ ਤਾਂ ਰਹੇ ਹੋ ਨਾ ਜੀ। ਇਹ ਤੁਹਾਡੀ ਗੱਲ ਬਹੁਤ ਠੀਕ ਹੈ। ਇੱਕ ਗੱਲ ਮੈਂ ਇੱਕ ਲਾਈਨ ਹੋਰ ਐਡ ਕਰਦਾ। ਅੱਛਾ ਜੀ। ਸਤਿਕਾਰ ਵੀ ਹੈ ਨਹੀਂ ਗਾ, ਡਰ ਬਹੁਤ ਬੜੀ ਛੋਟੀ ਜਿਹੀ ਗੱਲ, ਪਰੇ ਦੀ ਗੱਲ ਹੈ। ਅੱਛਾ ਜੀ। ਤੁਸੀਂ ਕਹੋ ਮਹਾਰਾਜ ਦੇ ਸਰੂਪ ਛਪਦੇ ਸੀ, ਮੈਂ ਇੱਕ ਵਾਰੀ ਗਿਆ, 2 ਵਾਰੀ ਗਿਆ ਉਸ ਡਿਪਾਰਟਮੈਂਟ 'ਚ, ਮੈਂ ਕਿਹਾ ਆਹ ਤੁਹਾਡਾ ਇਹ ਸਫਾਈ ਹੈ ਤੁਹਾਡੀ, ਅੱਛਾ ਜੀ। ਇੱਥੇ ਕਾਤਰਾਂ ਪਈਆਂ ਨੇ, ਇੱਥੇ ਤੇਰੀ ਬਾਈਂਡਿੰਗ ਹੁੰਦੀ ਪਈ ਹੈ, ਇੱਥੇ ਮੱਥਾ ਟੇਕ ਟੇਕ ਕੇ ਰਗੜ ਕੇ ਬੀਬੀਆਂ ਪੂੰਝਦੀ ਫਰਸ਼ ਪੂੰਝਦੇ ਰਹੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਹੁੰਦਾ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਇੱਦਾਂ ਸੀ ਮਹਾਰਾਜ ਦੀ ਬਾਈਂਡਿੰਗ ਕਰਦੇ ਪਏ ਉੱਥੇ। ਮੈਂ ਕਿਹਾ ਜਿਹੜੀ ਆਹ ਲੋਹੇ ਦੀ ਹੈ, ਇਸ 'ਤੇ ਠੱਕ ਠੱਕ ਕਰਕੇ ਅਸੀਂ ਮਹਾਰਾਜ ਦਾ ਸਰੂਪ ਇੰਝ ਕਰ ਦਿਓ, ਇੰਝ। ਅਤੇ ਮੈਂ ਕਿਹਾ ਜੀ ਇਸ 'ਤੇ ਖੂਬਸੂਰਤ ਜਿਹਾ ਕੱਪੜਾ ਪਾ ਕੇ ਇਹਨੂੰ ਟਾਈਟ ਕਰ ਦਿਓ ਡਰਾਇੰਗ ਪਿੰਨਾਂ ਨਾਲ, ਇੱਥੇ ਕਰੋ, ਚੰਗਾ ਲੱਗੂਗਾ ਨਾ ਜੀ? ਕੀ ਖਿਆਲ ਹੈ ਜੀ? ਬਿਲਕੁਲ ਠੀਕ ਹੈ ਜੀ। ਆਪਾਂ ਰੋਜ਼ ਕਾਗਜ਼ ਨਹੀਂ ਕਰਦੇ, ਇਕੱਠੇ ਕਰਦੇ, ਕਿਵੇਂ ਕਰਦੇ? ਸਤਿਕਾਰ ਵੀ ਕਰੋ। ਮਤਲਬ ਗੱਲ ਕੀ ਹੈ ਕਿ ਨੌਕਰੀ ਸਮਝੀ ਜਾਂਦੀ ਹੈ। ਬੁਰਾ ਨਾ ਮੰਨਿਆ ਜੀ ਮੇਰੀ ਗੱਲ ਦਾ। ਜੀ ਜੀ। ਮੈਂ ਸੀ, ਮੇਰੇ ਸਕਸੈਸਰ ਡਾਕਟਰ ਰੂਪ ਸਿੰਘ ਵੀ ਸੀ, ਇਕੱਠੇ ਗਏ। ਮੈਂ ਕਿਹਾ ਕੀ ਹੁੰਦਾ ਪਿਆ ਤੁਹਾਡਾ ਇੱਥੇ? ਇਹ ਕਾਤਰਾਂ ਪਈਆਂ ਹੋਈਆਂ ਨੇ, ਤੁਸੀਂ ਬਰੂਦ ਹੈ, ਅੱਗ ਲੱਗ ਗਈ ਤੁਹਾਡੀ, ਅੱਗ ਲੱਗ ਜਾਣੀ ਸਾਰੀ ਇੰਨੀ ਤੀਦੀ ਮਾਰਨ ਨਾਲ ਹੀ। ਅਤੇ ਸਾਰੇ ਇੱਕ ਬਣਾ ਦਿਓ, ਦੀਵਾਰ ਜੀ ਬਣਾ ਦਿਓ ਅਤੇ ਕਾਤਰਾਂ ਪਿਛਲੇ ਪਾਸੇ ਰੱਖ ਦਿਓ। ਇਹ ਛੋਟੀ ਜਿਹੀ ਗੱਲਾਂ ਹੁੰਦੀਆਂ ਨੇ, ਪਰ ਬੇਸਿਕਲੀ ਕੋਈ ਰਾਕਟ ਸਾਇੰਸ ਥੋੜ੍ਹੀ ਹੈ, ਇਹ ਨਾਰਮਲ ਕਾਮਨ ਸੈਂਸ ਦੀਆਂ ਗੱਲਾਂ ਨੇ। ਜਿਹੜੀ ਗੱਲ ਹੁਣ ਤੁਹਾਡੇ ਅਨੁਸਾਰ ਵੀ ਇਹ ਜਿਹੜਾ ਕੰਮ ਹੈ ਇਹ ਆਮ ਮੁਲਾਜ਼ਮਾਂ ਦਾ ਹੋ ਸਕਦਾ, ਫਿਰ ਜਿਹੜੇ ਦੋਸ਼ ਲੱਗ ਰਹੇ ਆ ਵੀ ਸ਼੍ਰੋਮਣੀ ਅਕਾਲੀ ਦਲ ਵੱਡੇ ਅਧਿਕਾਰੀ ਨੂੰ ਵਿਚਾਰ ਰਿਹਾ ਇਹਦੇ ਵਿੱਚ, ਫਿਰ ਉਹਦਾ ਕੀ ਤੁਸੀਂ ਵਧਾ ਰਿਹਾ? ਉਹ ਮੇਰਾ ਖਿਆਲ ਹੈ। ਹਾਂਜੀ। ਮੈਨੂੰ ਨਹੀਂ ਪਤਾ ਕੱਲ੍ਹ ਅਲਟੀਮੇਟਲੀ ਇਨਕੁਆਇਰੀ ਕੀ ਨਿਕਲਦੀ ਹੈ। ਹਾਂਜੀ। ਇਨਕੁਆਇਰੀ ਤੋਂ ਪਹਿਲਾਂ ਮੈਂ ਕੋਈ ਜੱਜਮੈਂਟ ਦੇਵਾਂ ਉਹ ਵੀ ਮਾੜੀ ਗੱਲ ਹੈ। ਹਾਂਜੀ ਹਾਂਜੀ। ਪਰ ਮੇਰਾ ਖਿਆਲ ਹੈ ਕਿ ਉਹਨਾਂ ਗੱਲਾਂ 'ਚ ਕੋਈ ਬਹੁਤਾ ਦਮ ਨਹੀਂ ਹੈਗਾ। ਅੱਛਾ ਜੀ। ਮੇਰਾ ਖਿਆਲ ਹੈ, ਮੇਰਾ ਜ਼ਾਤੀ ਵਿਚਾਰ ਹੈ। ਫਿਰ ਇਹੋ ਵਜ੍ਹਾ ਕਿ ਜਿਹੜਾ ਸਰੂਪ ਉੱਥੋਂ ਇਤਿਹਾਸਕ ਸਰੂਪ ਚੋਰੀ ਹੋਇਆ ਪਿੰਡ ਕਲਿਆਣ ਵਿੱਚੋਂ, ਉਹਦੇ ਕਰਕੇ ਧਰਨੇ ਦਿੱਤੇ ਜਾ ਰਹੇ ਆ। ਪਰ ਜਿਹੜੇ 200 ਸਰੂਪ ਚੋਰੀ ਹੋਏ ਆ, 67 ਸਰੂਪ ਚੋਰੀ ਹੋਏ ਆ, ਇਹਨਾਂ ਕਰਕੇ ਅਕਾਲੀ ਦਲ ਚੁੱਪ ਪਿਆ ਵੀ ਉਹਨੂੰ ਲੱਗਦਾ ਕੋਈ ਖਾਸ ਗੱਲ ਨਹੀਂ ਹੈ ਵਿੱਚ, ਤਾਂ ਕਰਕੇ। ਹਾਂਜੀ। ਤੁਸੀਂ ਦੂਜੇ ਪਾਸੇ ਜਾਓ। ਹਾਂਜੀ। ਅੱਜ ਇੱਕ ਸਰੂਪ ਚੋਰੀ ਹੋ ਗਿਆ, ਧਰਨੇ ਮਾਰਦੇ ਪਏ ਹੋ। ਜਦੋਂ ਤੁਹਾਡੇ ਹੁੰਦਿਆਂ 47 ਵਾਰੀ ਵਾਰਦਾਤਾਂ ਹੋਈਆਂ ਨੇ, ਉਦੋਂ ਤੁਸੀਂ ਧਰਨਾ ਕਿਉਂ ਮਾਰਿਆ? ਉਦੋਂ ਜਿਹੜੇ ਧਰਨੇ ਮਾਰਦੇ ਸੀ ਤੁਸੀਂ ਕਹਿੰਦੇ ਸੀ ਵਿਹਲੇ ਬੰਦੇ ਬੈਠੇ ਨੇ। ਮਾਫ਼ ਕਰ, ਗੱਲ ਦੂਜੇ ਪਾਸੇ ਆਖੋ। ਹਾਂਜੀ 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 ਹਾਂਜੀ। ਠੀਕ ਹੈ ਨਾ? ਇਹਦਾ 267 ਨਾਲ ਲਿੰਕ ਤਾਂ ਹੋ ਨਹੀਂ ਸਕਦਾ ਕਿਉਂਕਿ ਇਹਦੀ ਇਨਕੁਆਇਰੀ ਰਿਪੋਰਟ ਆਈ ਨਹੀਂ। ਸੋ ਵਿਦਆਊਟ ਇਨਕੁਆਇਰੀ ਕਿਸੇ ਨੂੰ ਇਹ ਐਟਰੀਬਿਊਟ ਕਰ ਦੇਣਾ ਕਿ ਇਹ ਪੋਲੀਟੀਸ਼ੀਅਨ ਜ਼ਿੰਮੇਵਾਰ ਨੇ ਜਾਂ ਸਟਾਫ ਜ਼ਿੰਮੇਵਾਰ ਹੈ, ਆਈ ਥਿੰਕ ਇਟ ਵਿਲ ਬੀ ਅਨਫੇਅਰ। ਇਹ ਠੀਕ ਨਹੀਂ ਹੋਊਗਾ, ਮੈਂ ਤਾਂ ਕਹਿੰਦਾ ਜੀ। ਸਰ ਇੱਕ ਆਖਰੀ ਸਵਾਲ ਹੈ ਥੋੜ੍ਹਾ ਇਸ ਨਾਲ ਜੁੜਿਆ ਹੋਇਆ, ਮੈਂ ਤੁਹਾਡੇ ਮੁੜ ਕੇ ਤੁਹਾਡੇ ਜੀਵਨ 'ਤੇ ਆਊਂਗਾ। ਆਪਾਂ ਇੱਕ ਮੋਟੇ ਜਿਹੇ ਅੰਦਾਜ਼ੇ ਨਾਲ ਕਹਿ ਲਈਏ ਵੀ
ਸੱਚਮੁੱਚ ਸ਼੍ਰੋਮਣੀ ਕਮੇਟੀ 'ਚ ਕਾਫੀ ਭ੍ਰਿਸ਼ਟਾਚਾਰ ਹੈਗਾ ਆ, ਜਾਂ ਕਿੰਨੇ ਕੁ % ਜਿਹੜੀ ਉਹ ਲੀਵਰੇਜ ਦੇਖੋ ਮੇਰੀ ਗੱਲ ਸਮਝ ਲਓ, ਕਿਉਂਕਿ ਹਾਂਜੀ ਪਹਿਲੀ ਗੱਲ ਤਾਂ ਜਿਹੜਾ ਭ੍ਰਿਸ਼ਟਾਚਾਰ ਦਾ ਜਿਹੜਾ ਵਰਡ ਹੈ ਨਾ ਵੀ ਬਹੁਤ ਭ੍ਰਿਸ਼ਟਾਚਾਰ, ਉਹ ਗੱਲ ਨਹੀਂ ਹੈਗੀ। ਅੱਛਾ ਜੀ। ਬੰਦੇ ਮਾੜੇ ਹੁੰਦੇ ਨੇ ਹਰ ਥਾਂ ਤੇ। ਹਾਂਜੀ ਹਾਂਜੀ। ਲੰਗਰ ਦੇ ਵਿੱਚੋਂ ਘਿਓ ਲੋਕ ਚੁੱਕ ਕੇ ਜਾਂਦੇ ਵੀ ਫੜੇ ਗਏ ਨੇ ਮੁਲਾਜ਼ਮ। ਅੱਛਾ ਜੀ। ਬਿਲਡਿੰਗਾਂ ਵਿੱਚ ਵੀ ਹੇਰਾ ਫੇਰੀ ਹੁੰਦੀ ਪਈ ਹੈ। ਅੱਛਾ ਜੀ। ਤੁਹਾਨੂੰ ਦੱਸੀ ਮੈਂ ਗੱਲ ਕੀਤੀ ਹੈ ਹੁਣ। ਹਾਂਜੀ। ਜੇ ਅਸੀਂ 300 ਬੰਦੇ ਰੋਟੀ ਖਾਣੀ ਹੈ ਤੇ ਤੁਸੀਂ 400 ਦੀ ਪਕਾ ਦਿੰਦੇ ਹੋ, ਤੇ ਇਹ ਵੀ ਇੱਕ ਅਣਗਹਿਲੀ ਔਰ ਵੇਸਟੇਜ ਹੈ। ਠੀਕ ਹੈ ਜੀ। ਦੂਜੇ ਪਾਸੇ ਚੱਲੀਏ, ਸਾਡੀ ਪ੍ਰਿੰਟਿੰਗ ਐਂਡ ਸਟੇਸ਼ਨਰੀ ਡਿਪਾਰਟਮੈਂਟ ਦੀ ਆਪਾਂ ਹੁਣ ਗੱਲ ਕਰਦੇ ਪਏ ਸੀ, ਮਹਾਰਾਜ ਦੇ ਸਰੂਪ ਦੀ ਗੱਲ ਵੀ ਆ ਗਈ ਹੈ। ਪਰਚੇਜ਼ ਹੈ ਜਿਹੜੀ, ਪਰਚੇਜ਼ ਵੀ ਸਾਡੀ ਬਹੁਤ ਸੁਜੀਦਾ ਹੋਣੀ ਚਾਹੀਦੀ ਹੈ, ਜਿਹੜੀ ਕਿਤੇ ਕਿਤੇ ਕਮੀ ਹੈ, ਕਿਤੇ ਕਿਤੇ, ਸਾਰੀਆਂ ਨਹੀਂ ਹੈਗੀਆਂ ਕਮੀਆਂ। ਮੈਂ ਸਮਝਦਾ ਕਿ ਅਸੀਂ ਬੜੀਆਂ ਚੀਜ਼ਾਂ ਪਲੱਗ ਵੀ ਕੀਤੀਆਂ ਨੇ। ਤਾਂ ਮੈਂ ਛੋਟੀ ਜਿਹੀ ਗੱਲ ਦੱਸਦਾ, ਇਹ ਕੋਈ ਸੈਲਫ ਪ੍ਰੇਜ਼ ਦੀ ਗੱਲ ਨਹੀਂ ਹੈਗੀ, ਆਪਣੀ ਤਾਰੀਫ ਵਾਲੀ ਗੱਲ ਨਹੀਂ। ਸਾਡੇ ਕੋਲ 18,000 ਕੁਇੰਟਲ ਕਣਕ ਲੱਗਦੀ ਹੈ ਦਰਬਾਰ ਸਾਹਿਬ ਦੇ ਲੰਗਰ ਵਿੱਚ ਸਾਲ ਦੀ ਜੀ, ਜਿਸ 'ਚ 8-9 ਹਜ਼ਾਰ ਸਾਡੇ ਆਪਣੇ ਫਾਰਮਾਂ ਦੀ ਆ ਜਾਂਦੀ ਹੈ, ਸਾਡੀ ਆਪਣੀ ਜ਼ਮੀਨਾਂ ਦੀ, ਬਾਕੀ ਸਾਨੂੰ ਸੇਵਾ 'ਚ ਆ ਜਾਂਦੀ ਹੈ ਜੀ। 1 ਰੁਪਏ ਦੀ ਕਣਕ ਵੀ ਨਹੀਂ ਖਰੀਦੀ ਜਾਂਦੀ ਦਰਬਾਰ ਸਾਹਿਬ ਦੇ ਲੰਗਰ ਵਾਸਤੇ। ਅੱਛਾ ਜੀ। ਜਾਂ ਫਾਰਮਾਂ ਦੀ ਹੈ ਤੇ ਜਾਂ ਸੇਵਾ 'ਚ ਆਉਂਦੀ। ਠੀਕ ਹੈ ਜੀ। ਹੁਣ ਇਹ ਸਾਰੀ ਫਰਮ ਪਿਸਾਈ ਜਾਂਦੀ ਹੈ ਕਣਕ, ਜੀ। ਆਪਣੀ ਕਿਤਾਬ ਵਿੱਚ ਵੀ ਵੇਰਵਾ ਦਿੱਤਾ ਇਹਦਾ। ਅੱਛਾ ਜੀ। ਹੁਣ ਜਿਹੜੀ ਪਿਸਾਈ ਜਾਂਦੀ ਹੈ ਕਣਕ, ਉਹਦੇ ਉੱਤੇ ਜਦੋਂ ਮੈਂ ਗਿਆ, ਮੈਨੂੰ ਯਾਦ ਹੈ ਜੀ, 7 ਕਿਲੋ ਪਰ ਕੁਇੰਟਲ ਕਾਟ ਦਿੱਤੀ ਜਾਂਦੀ ਹੈ। ਅੱਛਾ ਜੀ। ਪਿਸਾਈ ਕਾਟ ਕਣਕ ਉੱਡ ਜਾਂਦੀ ਹੈ ਨਾ ਜੋ ਹਵਾ 'ਚ। ਕਾਟ। ਠੀਕ ਹੈ ਜੀ। ਪਲੱਸ ਤੁਹਾਨੂੰ ਜੀ 3.5 ਰੁਪਏ ਕਿ ਸ਼ਾਇਦ 7.5 ਰੁਪਏ ਯਾਦ ਨਹੀਂ, ਇਹ ਪਿਸਾਈ ਦੇ ਚਾਰਜਿਸ ਦੇਣੇ ਨੇ। ਅੱਛਾ ਜੀ। ਮੈਂ ਅਗਸਤ ਸਤੰਬਰ 'ਚ ਗਿਆ, ਅੱਗੋਂ ਅਪ੍ਰੈਲ 'ਚ ਆ ਗਈ ਕਣਕ ਆ ਗਈ, ਫਿਰ ਠੇਕਾ ਦੇਣਾ ਸੀ ਅਗਲੇ ਸਾਲ ਮਿਲ ਵਾਲੇ ਨੂੰ। ਹਾਂਜੀ। ਇਹ ਕਰਦੇ ਕੀ ਨੇ, ਸਾਰੀ ਕਣਕ ਉਹਨੂੰ ਦੇ ਦਿੰਦੇ ਨੇ, ਤੇ ਉਸ ਤੋਂ ਹਰ ਹਫਤੇ ਦੀ ਆਟਾ ਮੰਗਾਈ ਜਾਂਦੇ ਨੇ, ਹੌਲੀ ਹੌਲੀ। ਸੋ ਸਾਰੀ ਕਣਕ ਦੀ ਸਟੋਰੇਜ ਉਹੀ ਕਰਦਾ, ਉਹ ਡਿਲੀਵਰੀ ਸਾਨੂੰ ਕਰਦਾ, ਡਿਲੀਵਰੀ ਖਰਚਾ ਉਹਦਾ। ਮੈਂ ਤਾਂ ਸੀ ਬੈਂਕਰ, ਉਹ ਮੈਂ ਕਿਹਾ 18,000 ਕੁਇੰਟਲ ਦੀ ਕੀਮਤ ਕਿੰਨੀ ਹੈ ਜੋ ਮਾਰਕੀਟ ਪ੍ਰਾਈਸ ਹੈ। ਇਹਦਾ ਮਤਲਬ ਹੈ ਕਿ 18,000 ਕੁਇੰਟਲ ਦੀ ਕੀਮਤ ਦਾ ਤੂੰ ਬਿਨਾਂ ਵਿਆਜ ਤੂੰ ਮੇਰਾ ਸਮਾਨ ਰੱਖਿਆ ਹੈ। ਅੱਛਾ ਜੀ। ਠੀਕ ਹੈ। ਤੇ ਤੂੰ ਮੈਨੂੰ ਦਿੰਦਾ ਹੈ ਹਰ ਹਫਤੇ। ਇਹਦਾ ਮਤਲਬ ਹੈ 6 ਮਹੀਨੇ ਐਵਰੇਜ ਲਾ ਲਓ ਨਾ, 6 ਮਹੀਨੇ 18,000 ਕੁਇੰਟਲ ਦੀ ਕੀਮਤ ਤੂੰ ਬਿਨਾਂ ਵਿਆਜ ਦੇ ਖਾ ਰਿਹਾ। ਬਿਲਕੁਲ ਠੀਕ ਹੈ ਜੀ। ਉਹ ਤੂੰ ਮੇਰੇ ਕੋਲ ਪੈਸੇ ਲੈਂਦਾ, ਪੈਸੇ ਤੂੰ ਸਾਨੂੰ ਦੇ, ਮੈਨੂੰ ਤੂੰ 11% ਵਿਆਜ ਦੇ ਦੇ, ਤੂੰ ਵਰਕਿੰਗ ਕੈਪੀਟਲ ਬੈਂਕ ਤੋਂ ਲੈ ਨਹੀਂ ਰਿਹਾ। ਕਹਿੰਦੇ ਸਟੋਰੇਜ ਮੇਰੀ ਹੈ, ਮੈਂ ਤੂੰ ਆਪਣੀ ਸਟੋਰੇਜ ਕਿਤੇ ਹੋਰ ਰੱਖਣ ਜਾਂਦਾ। ਕਸਮਾਂ ਨੂੰ ਕਿ ਸਾਡੇ ਕੋਲ ਇੰਨੀਆਂ ਜ਼ਮੀਨਾਂ ਵੀ ਅਸੀਂ ਸਟੋਰੇਜ ਆਪ ਬਣਾ ਦਿਆਂਗੇ ਆਪਣੀ। ਉਹ ਬੜੀ ਛੋਟੀ ਜਿਹੀ ਗੱਲ ਹੈ। ਮੈਂ ਕਿਹਾ ਮੈਂ ਤਾਂ ਤੈਨੂੰ 7 ਕਿਲੋ ਦੇਣਾ ਨੇ, ਤੁਸੀਂ ਮੰਨ ਸਕਦੇ ਹੋ ਜੀ ਅਸੀਂ ਭਿੜ ਭੜਾ ਕੇ ਜੋ 2.5 ਕਿਲੋ ਤਾਂ ਲਿਆਂਦਾ। ਅੱਛਾ। ਉਸ ਤੋਂ ਅਗਲੇ ਸਾਲ 1 ਕਿਲੋ ਤਾਂ ਲਿਆਂਦਾ। ਅੱਛਾ ਜੀ। ਮੈਂ 2 ਸਾਲ ਹੀ ਰਿਹਾ ਜੀ। ਹਾਂਜੀ। ਹੁਣ ਤੁਸੀਂ ਲਾ ਲਓ 2.5 ਤੋਂ 4.5 ਕਿਲੋ ਕਣਕ ਕਿੰਨੇ ਚਿਰ ਲਈ ਖਾਂਦਾ ਰਿਹਾ? ਨਹੀਂ 4.5 ਕਿਲੋ 1 ਕੁਇੰਟਲ ਦੀ, ਤੇ 18 ਸਾਲ ਮਲਟੀਪਲਾਈ ਕਰ ਲਓ। ਹਾਂਜੀ 18 ਮਲਟੀਪਲਾਈ 4.5, 18 ਚੌਕ 72 ਤੇ 9 81 100 ਕਿਲੋ ਤੁਹਾਡਾ ਆਟਾ ਠੀਕ ਹੋ ਗਿਆ ਜੀ। ਉਹਦੀ ਹੁਣ ਕੀਮਤ ਕੱਢ ਲਓ, ਤੁਸੀਂ ਬੱਚਤ ਹੋ ਗਈ ਤੁਹਾਡੀ। ਹੁਣ ਆ ਗਏ ਪੈਸੇ, ਵੀ ਮੈਂ ਤਾਂ ਪੈਸੇ ਕਾਹਦੇ ਦੇਣੇ ਨੇ? ਕਹਿੰਦੇ ਸਾਡੀ ਬਿਜਲੀ ਲੱਗਦੀ ਹੈ। ਕਹਿੰਦੇ ਜੀ, ਮੈਂ ਕਿਹਾ ਤੇਰੀ ਗੱਲ ਠੀਕ, ਤੇਰੀ ਬਿਜਲੀ ਲੱਗਦੀ ਹੈ, ਤੂੰ ਦੇ ਪੈਸੇ ਲੈ ਲੈ ਤੇ ਸਾਡੇ ਪੈਸੇ ਤੂੰ ਵਿਆਜ ਦੇ ਦੇ। ਹਾਂਜੀ ਵਪਾਰ ਦੀ ਗੱਲ ਕਰੀਏ ਤੁਸੀਂ, ਠੀਕ ਹੈ ਜੀ, ਠੀਕ ਹੈ ਜੀ। ਸ਼ਾਇਦ ਸਾਡੀ ਗੋਲਕ 'ਚ ਪੈਸੇ ਪਾ ਕੇ ਰਸੀਦ ਕਟਾ ਦੇ। ਮਨਾਇਆ ਜੀ ਕਿ 10 ਲੱਖ ਦੀ ਰਸੀਦ ਕਟਾ, 10 ਲੱਖ ਰੁਪਏ ਲੈ ਤੇ ਉਹਦੀ ਰਸੀਦ ਕੱਟ ਕੇ ਹੱਥ ਫੜਾਈ ਸੇਵਾ ਦੀ। ਮੇਰਾ ਕਹਿਣ ਦਾ ਮਤਲਬ ਸੀ, ਮੈਂ ਨਹੀਂ ਕਹਿੰਦਾ ਕਿ ਮੇਰੇ ਆਉਣ ਤੋਂ ਪਹਿਲਾਂ ਕੋਈ ਗਲਤ ਕੰਮ ਹੁੰਦਾ ਪਿਆ ਸੀ, ਉਹਨਾਂ ਦੀ ਆਪਣੀ ਸੋਚ ਹੈ। ਪਰ ਤੁਸੀਂ ਗੁਰੂ ਘਰ ਦਾ ਪੈਸਾ ਬਚਾਓ ਕਿਉਂ ਨਾ। ਬਲਵੈਤ ਸਾਹਿਬ ਆਪਾਂ ਮੈਨੇਜਮੈਂਟ 'ਚ ਕੱਲ੍ਹ ਪੜ੍ਹਦੇ ਸੀਗੇ, ਇਹ ਪੈਨੀ ਸੇਵਡ ਇਜ਼ ਏ ਪੈਨੀ ਅਰਨਡ। ਸਰ ਇੱਕ ਹੋਰ ਤੁਹਾਨੂੰ ਕੱਟ ਰਿਹਾ, ਸੋਰੀ। ਇਸ ਫਿਰ ਇਹ ਜਿਹੜੀ ਚਰਚਾ ਹੁੰਦੀ ਆਮ ਕਰਕੇ ਵੀ ਸ਼੍ਰੋਮਣੀ ਕਮੇਟੀ ਜਾਂ ਜਥੇ ਦਾ ਜਿਹੜੇ ਆ ਉਹ ਬਾਦਲ ਕਿਆਂ ਦੇ ਕਹਿਣ 'ਤੇ ਚੱਲਦੇ ਆ, ਜੋ ਉਹ ਚਾਹੁੰਦੇ ਆ ਉਹੀ ਕੁਛ ਹੁੰਦਾ ਆ।
ਇਹ 'ਚ ਵੀ ਕੋਈ ਸੱਚਮੁੱਚ ਸੱਚਾਈ ਹੈ ਕਾਫੀ? ਇਹ ਸਵਾਲ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੀਦਾ, ਮੈਂ ਤਾਂ ਤੁਸੀਂ ਮੈਨੂੰ ਕਿਉਂ ਪੁੱਛ ਰਹੇ? ਇਹ ਤਾਂ 100% ਹੀ ਠੀਕ ਹੈ, ਇਹ 'ਚ ਕੀ ਰੌਲਾ ਹੈ? ਤੁਸੀਂ ਰੋਜ਼ ਤਾਂ ਲਿਖਦੇ ਹੋ ਅਖਬਾਰਾਂ ਦੇ ਵਿੱਚ। ਇੱਕ ਮਿੰਟ ਛੋਟੀ ਜਿਹੀ ਗੱਲ ਦੱਸੋ ਸਰ, ਅਖਬਾਰਾਂ 'ਚ ਲਿਖਣਾ ਤੇ ਤੁਸੀਂ ਉਸ ਵਿੱਚ ਦੀ ਗੁਜ਼ਰੇ ਹੋ। ਬਿਲਕੁਲ ਠੀਕ ਹੈ, 100% ਹੀ ਠੀਕ ਹੈ ਗੱਲ। ਅੱਛਾ ਜੀ। ਕੋਈ ਜਥੇਦਾਰ ਸਾਹਿਬ ਪਾਰਟੀ ਪ੍ਰਧਾਨ ਤੋਂ ਬਿਨਾਂ ਦੀ ਅੱਖ ਪਾਸੇ ਨਹੀਂ ਹੁੰਦਾ ਹੈਗਾ। ਉਹ ਰਾਮ ਰਹੀਮ ਨੂੰ ਮਾਫੀ ਕਿਵੇਂ ਦਿੱਤੀ ਹੈ? ਮੈਂ ਇੱਕ ਚੈਪਟਰ ਲਿਖਦਾ ਕਿਤਾਬ ਦੇ ਵਿੱਚ, ਕਿਤਾਬ ਪੜ੍ਹ ਲਓ ਪੂਰੀ, ਤੁਹਾਨੂੰ ਸਭ ਕੁਝ ਨਜ਼ਰ ਆ ਜਾਏਗਾ। ਅੱਛਾ ਜੀ। ਉਹ ਜਥੇਦਾਰ ਆਪ ਮੰਨੇ ਨੇ ਵੀ ਸਾਨੂੰ ਚੰਡੀਗੜ੍ਹ ਬੁਲਾਇਆ ਗਿਆ। ਹਾਂਜੀ। ਇੱਕ ਇੰਟਰਵਿਊ ਹੈ ਭਾਈ ਗਿਆਨੀ ਗੁਰਮੁਖ ਸਿੰਘ ਦੀ, ਉਹਨੇ ਕਿਹਾ ਕਿ ਅਸੀਂ ਕਿਹਾ ਵੀ ਸਾਨੂੰ ਕੋਠੇ ਹੀ ਨਾ ਬੁਲਾਇਆ ਕਰੋ ਇਸ ਤਰ੍ਹਾਂ। ਅੱਛਾ ਜੀ। ਹਾਂ, ਮੇਰੇ ਕੋਲ ਹੈਗੀ। ਅੱਛਾ ਜੀ। ਮੇਰਾ ਕਹਿਣ ਦਾ ਮਤਲਬ ਹੈ ਸ਼੍ਰੋਮਣੀ ਕਮੇਟੀ ਦੀ ਪ੍ਰੋਬਲਮ ਕੀ ਹੈ? ਬੜੀ ਸ਼੍ਰੋਮਣੀ ਕਮੇਟੀ ਦੀ ਪ੍ਰੋਬਲਮ ਇਹ ਹੈ ਜੀ ਕਿ ਸਿਆਸਤ ਧਰਮ ਵਿੱਚ ਵੜ ਗਈ ਹੈ। ਤੇ ਕਹਿੰਦੇ ਇੱਕ ਪੋਇਮ ਆਉਂਦੀ ਹੈ ਕਿ ਵੜੀ ਸਿਆਸਤ ਧਰਮ ਵਿੱਚ ਤੇ ਮੀਰ ਬਣੇ ਹੁਣ ਪੀਰ, ਤੇ ਟੁੱਟੇ ਹੋਏ ਪੰਜਾਬ ਦੇ ਤਾਂ ਸਿੱਖੀ ਲੀਰੋ ਲੀਰ। ਹਾਲਤ ਸਾਡੀ ਹੋਈ ਪਈ ਹੈ ਜੀ। ਤੁਸੀਂ ਕਿਉਂ ਨਾ ਹੋਵੇ ਕਿ ਸਿਆਸਤ ਦਾ ਕੀ ਕੰਮ ਹੈ? ਜਿਹੜਾ ਸਾਡਾ ਜਜ਼ਰ ਅਕਾਲ ਤਖਤ ਸਾਹਿਬ ਹੈ ਜਾਂ ਜਜ਼ਰ ਸਾਹਿਬ ਕੇਸਗੜ੍ਹ ਸਾਹਿਬ ਨੇ ਜਾਂ ਦਮਦਮਾ ਸਾਹਿਬ ਨੇ, ਇਹ ਸਾਡੇ ਰਿਲੀਜੀਅਸ ਹੈੱਡ ਨੇ। ਤੇ ਜੇ ਇਹ ਇੰਡੀਪੈਂਡੈਂਟ ਰਿਲੀਜੀਅਸ ਤੌਰ ਤੇ ਫੈਸਲਾ ਨਹੀਂ ਕਰ ਸਕਦੇ ਤੇ ਉਹਨਾਂ ਦੇ ਫੈਸਲੇ ਕਲਰਡ ਹੈਗੇ ਥਰੂ ਦੀ ਪੋਲੀਟੀਸ਼ੀਅਨ ਦੇ, ਤਾਂ ਫਿਰ ਰੱਬ ਹੀ ਰੱਖਿਆ ਸਾਰੇ ਕੰਮ ਦਾ। ਇਹ ਕੁਝ ਹੁੰਦਾ ਪਿਆ, ਇਹਦੇ ਤੁਸੀਂ ਕੁਝ ਨਹੀਂ ਕਰ ਸਕਦੇ। ਚਲੋ ਹੁਣ ਮੈਂ ਤੁਹਾਡੇ ਮੁੜ ਕੇ ਫਿਰ ਆਵਾਂ ਨਿੱਜੀ ਜੀਵਨ ਵੱਲ। ਤੁਸੀਂ ਚੰਡੀਗੜ੍ਹ ਤੋਂ ਬਾਹਰ ਆ ਕੇ ਜਿਹੜਾ ਐਡਾ ਵੱਡਾ ਇਹਦਾ ਤੁਹਾਡੇ ਮਨ 'ਚ ਕਿਵੇਂ ਵਿਚਾਰ ਆਇਆ? ਇਹ ਇੱਕ ਮਿੰਟ 'ਚ ਗੱਲ ਮੁਕਾ ਦਿੰਦਾ ਜੀ, ਐਵੇਂ ਸੈਲਫ ਪ੍ਰੇਜ਼ਰ ਦੀ ਗੱਲ ਕਾਹਨੂੰ ਕਰਨੀ ਹੈ ਆਪਾਂ। ਇਸ ਤਰ੍ਹਾਂ ਸੀ ਜੀ, ਮੈਂ ਐਕਸਪ੍ਰੈਸਿਵ ਸੀ ਤੇ ਰਸਤੇ 'ਚ ਮੱਥਾ ਟੇਕ ਕੇ ਜਾਈਦਾ ਸੀ ਗੁਰਦੁਆਰੇ ਰਕਾਬਗੰਜ ਸਾਹਿਬ। ਅੱਛਾ, ਰਕਾਬਗੰਜ ਸਾਹਿਬ, ਦਿੱਲੀ। ਹਾਂਜੀ। ਉੱਥੇ ਮੈਨੂੰ ਇੱਕ ਬਜ਼ੁਰਗ ਮਿਲ ਗਿਆ ਜੀ, ਉਹਨੇ ਲਿਫਟ ਮੰਗੀ ਜੀ, ਮੈਨੂੰ ਇੱਥੇ ਛੱਡ ਦਿਓਗੇ? ਮੈਂ ਛੱਡ ਦਿੰਦੇ ਹਾਂ ਜੀ। ਤੇ ਮੈਂ ਉਹਨਾਂ ਨੂੰ ਪੁੱਛ ਲਿਆ, ਬਜ਼ੁਰਗ ਕਿੱਥੇ ਰਹਿੰਦੇ ਹੋ? ਕਹਿੰਦੇ ਬੇਟੇ ਕੋਲ। ਕਿੰਨੇ ਬੇਟੇ ਨੇ? ਕਹਿੰਦੇ 3। ਮੈਂ ਕਿਹਾ ਵੱਡੇ ਕੋਲ ਕਿ ਛੋਟੇ ਕੋਲ? ਕਹਿੰਦੇ ਜਿਹੜਾ ਰੋਟੀ ਦੇ ਦੇਵੇ। ਅੱਛਾ ਜੀ। ਮੇਰੇ ਮਨ ਨੂੰ, ਸਰਦਾਰ ਜੀ ਸੀਗੇ, ਮੇਰੇ ਮਨ ਨੂੰ ਠੇਸ ਵੱਜੀ ਵੀ ਇਹ ਗੱਲ ਕੀ ਹੋਈ। ਅੱਛਾ ਜੀ। ਮੇਰਾ ਮਨ 'ਚ ਆਇਆ ਵੀ ਨਹੀਂ, ਇੱਕ ਬਿਰਧ ਘਰ ਬਣਾਉਣਾ ਚਾਹੀਦਾ, ਜਿਹੜਾ ਫ੍ਰੀ ਰੱਖਣਾ ਚਾਹੀਦਾ। ਅੱਛਾ ਜੀ। ਵੀ 40 ਬੰਦੇ, 30 ਬੰਦੇ, 40 ਬੰਦੇ, ਜਿੰਨੇ ਤੁਸੀਂ ਸਾਰੇ ਜਾਣ ਨੂੰ ਤਾਂ ਰੱਖ ਹੀ ਸਕਦੇ। ਤੇ ਬਣਾਵੇ ਬੰਦਾ ਬੜਾ ਮਾਡਰਨ ਫਸਟ ਕਲਾਸ ਬਣਾਵੇ। ਅੱਛਾ ਜੀ। ਇਹ ਨਹੀਂ ਕਿ ਇੱਕ ਵੱਡਾ ਜਿਹਾ ਹਾਲ ਬਣਾ ਕੇ ਤੇ ਹਾਂਜੀ, ਮੰਜੀਆਂ ਕੁਰਸੀਆਂ ਪਾ ਦਈਏ ਇੱਥੇ। ਅੱਛਾ ਜੀ। ਸੋ ਵੱਡੇ ਬ੍ਰਦਰ ਨਾਲ ਸਲਾਹ ਕੀਤੀ, ਮੇਰੇ ਮਦਰ ਲਾਈਵ ਸੀ, ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਹਾਂ ਠੀਕ ਹੈ, ਬਣਾ ਦਈਏ। ਸੋ ਅਸੀਂ ਜਗ੍ਹਾ ਲੱਭਣੀ ਸ਼ੁਰੂ ਕਰ ਦਿੱਤੀ ਜੀ ਖਰੀਦਣ ਵਾਸਤੇ। ਪਰ ਜਿਹੜੀ ਜਗ੍ਹਾ ਮਹਾਰਾਜ ਨੇ ਨਿਸ਼ਚਿਤ ਕੀਤੀ ਹੁੰਦੀ ਉੱਥੇ ਆਉਣਾ ਹੁੰਦਾ। ਹਾਂਜੀ ਹਾਂਜੀ। ਅਸੀਂ ਗੁਰਦੁਆਰੇ ਵਾਲਿਆਂ ਕੋਲ ਆ ਗਏ ਜੀ ਇੱਥੇ। ਅੱਛਾ ਜੀ। ਅਸੀਂ ਕਿਹਾ ਸਾਨੂੰ ਜਗ੍ਹਾ ਦੇ ਦਿਓ ਜੀ। ਅਸੀਂ ਬਣਾਵਾਂਗੇ, ਚਲਾਵਾਂਗੇ ਅੱਛਾ ਜੀ। ਤੇ 15 ਸਾਲਾਂ ਬਾਅਦ ਤੁਹਾਨੂੰ ਵਾਪਸ ਕਰ ਦਿਆਂਗੇ। ਹਾਂਜੀ। ਉਹ ਕਹਿਣ ਲੱਗੇ ਅੱਛਾ ਜੀ। ਉਹਨਾਂ ਕਿਹਾ ਜਗ੍ਹਾ ਸਾਡੀ ਲੈ ਲਓ ਸੀ। ਸੋ ਸਾਨੂੰ 10 ਸਾਲ ਹੋ ਗਏ ਬਨਵੈਤ ਸਾਹਿਬ, ਅਸੀਂ ਨੇ ਇੱਥੇ ਬਣਾਇਆ ਜੀ। ਅਸੀਂ 2 ਕਰੋੜ ਰੁਪਈਆ ਖਰਚ ਕੀਤਾ ਸੀ ਜਦੋਂ ਅਸੀਂ ਬਿਲਡਿੰਗ ਬਣਾਈ ਹੈ ਸਾਰੀ। ਅੱਛਾ ਜੀ। ਤੇ ਹੁਣ ਸਾਡੇ ਕੋਲ 29 ਬੰਦੇ ਹੈਗੇ ਜੀ ਇਸ ਵੇਲੇ। 6 ਬੰਦੇ ਦੀ ਡੈਥ ਹੋਈ ਹੈ ਇਸ ਸਾਲ 'ਚ। ਇਹ ਤੁਸੀਂ ਜਿਹੜੇ ਇੱਥੇ 29 ਪਰਿਵਾਰ ਰੱਖੇ ਹੋਏ ਆ, ਥੋੜ੍ਹਾ ਉਹਨਾਂ ਬਾਰੇ ਦੱਸੋਗੇ ਜੀ? ਉਹਨਾਂ ਦਾ ਖਾਣਾ ਪਾਣੀ, ਰਹਿائش, ਮੈਡੀਕਲ? ਇਸ ਤਰ੍ਹਾਂ ਜੀ, ਪਹਿਲੀ ਗੱਲ ਤਾਂ ਇਹਨਾਂ ਦੀ ਕੋਈ ਐਡਮਿਸ਼ਨ ਦਾ ਖਰਚਾ ਨਹੀਂ। ਅੱਛਾ ਜੀ। ਕੋਈ ਇਹਨਾਂ ਦੇ ਕੱਪੜੇ ਦਾ ਖਰਚਾ ਨਹੀਂ। ਅੱਛਾ ਜੀ। ਕੋਈ ਇਹਨਾਂ ਦੇ ਬਿਸਤਰੇ ਦਾ ਖਰਚਾ ਨਹੀਂ, ਕੋਈ ਇਹਨਾਂ ਦਾ ਰਹਿਣ ਦਾ ਖਰਚਾ ਨਹੀਂ, ਕੋਈ ਇਹਨਾਂ ਦੇ ਜੀ। ਖਾਣ ਦਾ ਖਰਚਾ ਨਹੀਂ, ਕੋਈ ਇਹਨਾਂ ਨੂੰ ਮੈਡੀਕਲ ਖਰਚਾ ਨਹੀਂ ਹੈ। ਠੀਕ, ਅੱਛਾ। ਬੋਰਡਿੰਗ, ਲੌਜਿੰਗ, ਮੈਡੀਕਲ ਟ੍ਰੀਟਮੈਂਟ ਆਲ ਫ੍ਰੀ। ਨੰਬਰ 1। ਅੱਛਾ ਜੀ। 2 ਸਾਲ ਹੋਏ ਸਾਡੇ ਮਨ 'ਚ ਇੱਕ ਵਿਚਾਰ ਆਇਆ ਵੀ ਜੇ ਮੰਨ ਲਓ ਕੋਈ ਗੁਰਦੁਆਰੇ ਜਾਂਦਾ ਹੈ, ਅਸੀਂ ਅਨੰਦਪੁਰ ਸਾਹਿਬ ਲੈ ਜਾਂਦੇ ਹਾਂ, ਫਤਿਹਗੜ੍ਹ ਲੈ ਜਾਂਦੇ ਹਾਂ, ਅੰਮ੍ਰਿਤਸਰ ਵੀ ਲੈ ਗਏ ਹਾਂ, ਉਹ ਕਹਿੰਦੇ ਨੇ ਵੀ ਅਸੀਂ ਮੱਥਾ ਟੇਕਣਾ ਹੈ, ਤਾਂ ਉਹਨਾਂ ਕੋਲ ਪੈਸੇ ਨਾ ਹੋਣ ਤਾਂ ਕੀ ਕਰਨਗੇ ਵਿਚਾਰੇ। ਅਸੀਂ ਨਾ ਬਨਿਆਦ ਸਾਹਿਬ ਸ਼ੌਂਕ ਹੋ ਜਾਓ, ਪਿਛਲੇ 2 ਸਾਲ ਤੋਂ 200 ਰੁਪਏ ਪਰ ਮੰਥ ਪਰ ਇਨਮੇਟ ਨੂੰ ਪਹਿਲੀ ਤਰੀਕ ਨੂੰ ਲਿਫਾਫੇ 'ਚ ਪਾ ਕੇ ਦੇ ਦੇਈਦਾ। ਮੱਥਾ ਟੇਕਣ ਲਈ? ਨਹੀਂ, ਅੱਛਾ, ਮੱਥਾ ਟੇਕੋ, ਜੋ ਜੀ ਕਰੇ, ਜੋ ਜੀ ਕਰੇ ਕਰੋ। ਅੱਛਾ ਜੀ। ਪੈਸੇ ਨੂੰ ਜੀ। ਅੱਛਾ ਜੀ। ਮੈਂ ਤਾਂ ਮੱਥਾ ਟੇਕਣ ਦੀ ਐਗਜ਼ਾਮਪਲ ਦਿੱਤੀ ਤੁਹਾਨੂੰ ਇੱਕ ਜੀ। ਹਾਂਜੀ ਹਾਂਜੀ। ਸੋ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਇਸ ਸਿਲਸਿਲੇ 'ਚ ਅਸੀਂ ਇਹ ਜਿਹੜੇ 32 ਪਰਿਵਾਰ ਹੈਗੇ ਅਸੀਂ ਕਹਿੰਦੇ ਹਾਲ ਦੀ ਘੜੀ, ਉਹਨਾਂ ਦੀ ਚੋਣ ਕਿਵੇਂ ਕਰਦੇ ਹੋ? ਜਾਂ ਤੁਹਾਡਾ ਸੰਪਰਕ ਕਰਦੇ, ਤੁਸੀਂ ਸੰਪਰਕ ਕਰਦੇ ਹੋ, ਕਿਵੇਂ ਹੁੰਦਾ? ਇਸ ਤਰ੍ਹਾਂ ਜੀ, ਇਹ ਹੁੰਦਾ ਕੀ ਹੈ ਜੀ ਕਿ ਵਰਡ ਆਫ ਮਾਊਥ ਹੈ ਜਿਹੜਾ ਉਹ ਚੱਲਦਾ ਇੱਥੇ ਬਹੁਤਾ ਤਾਂ। ਅੱਛਾ। ਇੱਕ ਦੂਜੇ ਲੋਕ ਦੱਸਦੇ ਨੇ, ਸਾਡੇ 'ਚ ਆਉਂਦਾ ਵੀ ਹੈ। ਸਾਡੀ ਗੂਗਲ ਖੋਲੋ, ਅਕਾਲ ਓਲਡ ਏਜ ਹੋਮ ਪਾਓ ਤਾਂ ਲੱਭ ਪੈਂਦਾ ਉੱਥੇ। ਅੱਛਾ ਜੀ। ਪਰ ਇਹ ਵਿਚਾਰੇ ਅਨਪੜ੍ਹ ਬੰਦੇ ਨੇ, ਇਹ ਕਿੱਥੋਂ ਪੜ੍ਹਦੇ ਨੇ? ਗੂਗਲ ਸ਼ੂਗਲ ਕਿਹਨੂੰ ਵੇਖਣਾ ਆਉਂਦਾ ਹੈਗਾ ਜੀ। ਹਾਂਜੀ ਹਾਂਜੀ। ਬਈ ਵਰਡ ਆਫ ਮਾਊਥ ਹੀ ਲੋਕ ਆਉਂਦੇ ਨੇ, ਗੁਰਦੁਆਰੇ ਲੋਕ ਆਉਂਦੇ ਨੇ ਬੜੇ ਇੱਥੇ, ਇਹਨਾਂ ਦੇ ਸਮਾਗਮ ਸਮੂਗਮ ਹੁੰਦੇ ਨੇ, ਸੰਡੇ ਦਾ ਹੁੰਦਾ ਦੀਵਾਨ, ਲੋਕ
ਸਾਡਾ ਕ੍ਰਾਈਟੇਰੀਆ ਹੈ ਕਿ ਬੰਦੇ ਦੀ ਉਮਰ 65 ਸਾਲ ਤੋਂ ਉੱਪਰ ਹੋਵੇ, ਅੱਛਾ ਜੀ, ਸ਼ਰਾਬ ਨਾ ਪੀਂਦਾ ਹੋਵੇ, ਨਸ਼ਾ ਨਾ ਕਰਦਾ ਹੋਵੇ, ਅੱਛਾ ਜੀ, ਕਿਸੇ ਮੁਕੱਦਮੇਬਾਜ਼ੀ 'ਚ ਇਨਵੋਲਵ ਨਾ ਹੋਵੇ, ਅੱਛਾ ਜੀ, ਵਾਕਈ ਗਰੀਬ ਹੋਵੇ। ਜੀ, ਤੇ ਪੰਜਵੀਂ ਗੱਲ ਇਹ ਕਿ ਉਹ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਸਾਡੇ ਤੇ ਕੋਈ ਅਸਰ ਹੈ ਨਹੀਂ, ਅੱਛਾ ਜੀ। ਜਿਹੜਾ ਮਰਜ਼ੀ ਹੋਵੇ। ਤੁਸੀਂ ਇਹਦੇ ਲਈ ਕੋਈ ਡੋਨੇਸ਼ਨ ਪ੍ਰਵਾਨ ਨਹੀਂ ਕਰਦੇ? ਤੁਸੀਂ ਕੋਈ ਸਹਾਇਤਾ ਨਹੀਂ? ਇਹਨਾਂ ਕੋਲੋਂ ਅਸੀਂ 1 ਰੁਪਇਆ ਨਹੀਂ ਨਹੀਂ, ਲੈਂਦੇ। ਬਾਹਰੋਂ ਕਿਸੇ ਕੋਲੋਂ ਵੀ? ਨਹੀਂ, ਇਸ ਤਰ੍ਹਾਂ ਜੀ, ਜੇ ਸਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਦੇਣ ਆਵੇ, ਅੱਛਾ ਜੀ, ਨਾ ਨਹੀਂ ਕਰੀਦੀ। ਅੱਛਾ ਜੀ, ਮੰਗਣ ਕਿਸੇ ਕੋਲ, ਗੁਰੂ ਦੀ ਕਿਰਪਾ, ਅਜੇ ਤੱਕ ਮੰਗਣ ਗਿਆ ਹੀ ਨਹੀਂ ਕਿਸੇ ਕੋਲੋਂ, ਅੱਛਾ ਜੀ, ਅਜੇ ਤੱਕ ਨਹੀਂ ਮੰਗਿਆ ਕਿਸੇ ਕੋਲੋਂ, ਕਿਸੇ ਕੋਲ ਨਹੀਂ ਮੰਗਿਆ। ਅੱਛਾ ਜੀ। ਤੇ ਸਾਡਾ 4.5 ਲੱਖ ਰੁਪਏ ਮੰਥਲੀ ਖਰਚ ਹੁੰਦਾ ਅੱਜ ਕੱਲ੍ਹ ਜੀ। ਅੱਛਾ ਜੀ, ਕਦੀ ਕਿਸੇ ਕੋਲ ਨਹੀਂ ਮੰਗਿਆ ਪੈਸਾ ਜੀ। ਅੱਛਾ ਜੀ, ਹੁਣ ਜੇ ਦੋਸਤ ਮਿੱਤਰ ਕੋਈ ਆ ਗਿਆ ਵੀ ਮੈਂ ਤਾਂ 10,000 ਰੁਪਏ ਦੇਣਾ, ਤਾਂ ਸਤਿਕਾਰ ਸਾਥ ਲੈ ਦਈਦਾ, ਫਿਰ ਨਹੀਂ ਕੋਈ ਨਾ ਰਸੀਦ ਦੇ ਦੀ ਉਹਨੂੰ। ਇਹ ਤੁਸੀਂ ਇਕੱਲੇ ਦੇ ਦਿਓ ਜਾਂ ਬਾਕੀ ਭਰਾਵਾਂ ਦੇ ਸਹਿਯੋਗ ਨਾਲ? ਇਹ ਸਾਰੇ ਤਿੰਨੇ ਭਰਾ ਜੀ, ਵੀ ਆਰ ਆਲ ਟਰਸਟੀ, ਤਿੰਨੇ ਭਰਾ ਟਰਸਟੀ ਆ ਜੀ। ਅੱਛਾ ਜੀ। ਤੇ ਤਿੰਨੇ ਭਰਾ ਆਪਣੇ? ਮੇਰੇ ਲਵਾ ਮਿਲਵਾ ਭਰਾਵਾਂ ਦਾ ਕੰਮ ਕੀਤਾ, ਭਰਾਵਾਂ ਦਾ ਕਾਹਦਾ ਹਿਸਾਬ ਹੁੰਦਾ ਜਿਸ ਤੱਕ ਰੱਖੇ ਕੋਈ ਨਹੀਂ। ਹਾਂਜੀ 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 ਹਾਂਜੀ। ਤੇ ਫਿਰ ਇੱਥੇ ਤੁਸੀਂ ਮੈਨੂੰ ਲੱਗਦਾ ਕੋਈ ਉਹ ਵੀ ਬਣਾਇਆ ਹੋਇਆ ਕੋਈ ਫਿਜ਼ੀਓਥੈਰੇਪੀ ਸੈਂਟਰ, ਨਰਸਾਂ ਹੋਣਗੀਆਂ? ਸਾਡੇ ਜੀ 2 ਨਰਸਾਂ ਹੋਲ ਟਾਈਮ ਨੇ, ਅੱਛਾ 17 ਬੰਦੇ ਸਟਾਫ ਦੇ ਕੰਮ ਕਰਦੇ ਨੇ ਇੱਥੇ। ਅੱਛਾ ਜੀ। ਇੱਥੇ ਇਸ ਤੋਂ ਇਲਾਵਾ ਸਾਡੇ ਕੋਲ ਕੀ ਹੈ ਜੀ ਬੈਂਸ ਸਾਹਿਬ, ਅਸੀਂ ਨਾ 27 ਪਿੰਡਾਂ ਦੇ ਵਿੱਚ ਡਾਕਟਰ ਜਾਂਦੇ ਨੇ ਹਫ਼ਤੇ 2 ਵਾਰੀ। ਅੱਛਾ ਜੀ। ਉਹਨਾਂ 'ਚ 3 ਸੈਂਟਰ ਅਡਾਪਟ ਕੀਤੇ ਨੇ, ਲੋਕ ਪਿੰਡਾਂ ਦੇ ਬੰਦੇ ਆ ਜਾਂਦੇ ਨੇ, ਉਹਨਾਂ ਨੂੰ ਦਵਾਈ ਫ੍ਰੀ ਦੇ ਟੈਸਟ ਕਰਦੇ ਨੇ, ਦਵਾਈ ਵੀ ਫ੍ਰੀ ਦੇ ਜਾਂਦੇ ਨੇ, ਡਾਕਟਰ ਜਾਂਦੇ ਨੇ 4-5 ਘੰਟੇ ਲਾ ਕੇ ਵਾਪਸ ਆ ਜਾਂਦੇ ਨੇ ਜੀ। ਅੱਛਾ ਜੀ। ਇਹਨਾਂ ਦਵਾਈਆਂ ਫ੍ਰੀ ਮਿਲਦੀਆਂ ਨੇ ਜੀ। ਹੁਣ ਕਰੋਨਾ ਕਰਕੇ ਉਹ ਕੰਮ ਬੰਦ ਕੀਤਾ ਹੋਇਆ, ਕਿਉਂਕਿ ਫਿਰ ਦਿੱਕਤ ਹੁੰਦੀ ਸੀ। ਜਿਹੜੀ ਪਿੰਡਾਂ ਦੀ ਚੋਣ ਹੈ ਤੁਸੀਂ ਕਿਵੇਂ ਕੀਤੀ ਬਈ? ਕਿਵੇਂ ਪਿੰਡ ਜਿਹੜੇ ਤੁਹਾਨੂੰ ਪਤਾ ਲੱਗਾ ਕਿ ਬਥੇਰੇ ਲੋੜਵੰਦ ਆ? ਜਿੱਥੇ ਕੋਈ ਡਿਸਪੈਂਸਰੀਆਂ ਨਹੀਂ ਹੈਗੀਆਂ, ਅੱਛਾ, ਵੇਖਿਆ ਵੀ ਇਹ ਸੈਂਟਰ ਕੋਈ ਡਿਸਪੈਂਸਰੀ ਨਹੀਂ ਹੈਗੀ, 8-9 ਪਿੰਡ 10 ਪਿੰਡ ਵਿੱਚ ਡਿਸਪੈਂਸਰੀ ਆਈ ਕੋਈ ਨਹੀਂ, ਚਲੋ ਇੱਥੇ ਲਾ ਦਿਓ ਇੱਕ। ਅੱਛਾ ਦੱਸੋ, ਇਹ ਤੁਹਾਨੂੰ ਜਿਹੜਾ ਪ੍ਰੇਰਨਾ ਤਾਂ ਉੱਥੋਂ ਮਿਲੀ ਜਾਂ ਤੁਹਾਨੂੰ ਜਿਹੜਾ ਤੇ ਤੁਹਾਡੇ ਲਈ ਕੋਈ ਵਿਸ਼ੇਸ਼ ਸਹਿਯੋਗ ਤੁਹਾਡੇ ਟੋਟਲ ਜ਼ਿੰਦਗੀ 'ਚ ਕਿਹਦਾ? ਬੇਸਿਕ ਗੱਲ ਹੁੰਦੀ ਹੈ ਕਿ ਤੁਹਾਡੇ ਪਹਿਲੇ ਤਾਂ ਮਨ ਦੀ ਭਾਵਨਾ ਹੁੰਦੀ ਹੈ ਭਰਾਵਾਂ ਦੀ। ਹਾਂਜੀ। ਮਾਈ ਮਦਰ ਵਾਜ਼ ਵੈਰੀ ਕਾਈਂਡ ਹਾਰਟਡ ਜੀ। ਦੱਸਿਆ ਉਹਨਾਂ ਨੇ ਬੜੀ ਹਾਰਡ ਟਾਈਮ ਵੇਖਿਆ ਸੀਗਾ ਜੀ। ਹਾਂਜੀ। ਸੜ ਕਹਿੰਦੀ ਇਹ ਕੰਮ ਕਰਦੇ ਰਿਹਾ ਕਰੋ, ਪੈਸੇ ਦਾ ਕੀ ਹੁੰਦਾ ਜੀ? ਹਾਂਜੀ, ਆਉਣ ਜਾਣਾ ਦੀ ਚੀਜ਼ ਹੁੰਦੀ ਹੈ। ਸੋ ਇਹ ਪੋਜੀਸ਼ਨ ਹੈਗੀ ਜੀ। ਇਹ ਸ਼ੌਂਕ ਨਾਲ ਕੰਮ ਸ਼ੁਰੂ ਕੀਤਾ ਜੀ। ਹੁਣ ਅਸੀਂ ਕਿਹਾ ਵੀ ਇੱਕ ਸ਼ਮਸ਼ਾਨ ਘਾਟ ਹੈ ਜੀ ਮੁੱਲਾਂਪੁਰ ਦਾ ਜੀ। ਅੱਛਾ। ਐਡਾ ਅਮੀਰ ਪਿੰਡ ਹੈ, ਇਹਨਾਂ ਦੀ ਜ਼ਮੀਨਾਂ ਅਕਵਾਇਰ ਹੋਈਆਂ, ਕਰੋੜਾਂ ਰੁਪਏ ਮਿਲ ਗਿਆ। ਹਾਂਜੀ ਹਾਂਜੀ। ਸ਼ਮਸ਼ਾਨ ਘਾਟ ਰੋਣ ਆਉਂਦਾ ਸੀ ਵੇਖ ਕੇ ਜੀ। ਹਾਂਜੀ। ਅਸੀਂ ਤਾਂ ਸ਼ਮਸ਼ਾਨ ਘਾਟ ਨੂੰ ਮਾਡਰਨਾਈਜ਼ ਕਰਦੇ ਪਏ ਜੀ ਅੱਜ ਕੱਲ੍ਹ ਆਪ ਹੀ। ਅੱਛਾ ਜੀ। ਇਹ ਕਰ ਦਿਆਂਗੇ ਜੀ। ਹੁਣ ਜੇ ਕਰੋਨਾ ਕਰਕੇ ਜੀ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਰੋਜ਼ 150 ਬੰਦੇ ਦਾ ਲੰਗਰ ਤੁਹਾਨੂੰ ਪੰਚਾਇਤ ਨੂੰ ਅਸੀਂ ਭੇਜਿਆ ਕਰਾਂਗੇ, ਰਾਤ ਨੂੰ ਤੁਸੀਂ ਵੰਡਿਆ ਕਰੋ ਜੀ। ਅੱਛਾ। 2-3 ਮਹੀਨੇ ਭੇਜਦੇ ਰਹੇ ਜੀ। ਫਿਰ ਅਸੀਂ ਕਿਹਾ ਵੀ ਸਾਡੇ ਕੋਲ ਪੈਸੇ ਹੀ ਲੈ ਲਓ, ਸਾਡੇ ਕੋਲ ਪਕਾਉਣ ਦਾ ਕੰਮ ਨਹੀਂ, ਤੁਸੀਂ ਆਪੇ ਪਕਾਈ ਚੱਲੋ ਜੋ ਕਰਨਾ। ਅੱਛਾ ਜੀ। ਜਿੰਨਾ ਹੋ ਸਕੇ ਬੰਦਾ ਕਰ ਲਵੇ ਜੀ। ਸਰ ਫਿਰ ਜਿਹੜੀ ਐਡੀ ਵੱਡੀ ਸੇਵਾ ਆਰੰਭੀ ਹੋਈ ਆ, ਇਹਦੇ ਲਈ ਤੁਹਾਨੂੰ ਤੁਹਾਡੀ ਗਾਹਾਂ ਅਗਲੀ ਜਨਰੇਸ਼ਨ ਬੱਚੇ ਤੁਹਾਡੇ ਜਾਂ ਭਰਾਵਾਂ ਦੇ ਬੱਚੇ ਵੀ ਇਸ ਪਾਸੇ? ਇਸ ਤਰ੍ਹਾਂ ਹੁੰਦਾ ਜੀ ਕਿ ਇਹ ਕੰਮ ਨਾ, ਇਹ ਜਿਹੜੀ ਸੋਚ ਹੈ ਨਾ ਜੀ, ਇਹ ਆਉਂਦੀ ਹੈ ਬੰਦੇ ਦੀ ਉਮਰ ਨੂੰ 60 ਸਾਲ ਤੋਂ ਬਾਅਦ, ਪਹਿਲਾਂ ਆਉਂਦੀ ਨਹੀਂ ਜੀ। ਜੀ। ਸੱਚੀ ਗੱਲ ਤੇ ਜੇ ਜੀ। ਤੇ ਸਾਡੇ ਕੋਲ 15 ਸਾਲ ਹੀ ਹੈਗਾ, 5 ਸਾਲ ਸਾਡੇ ਰਹਿ ਗਏ ਨੇ ਜੀ। ਅੱਛਾ ਜੀ। ਐਕਸਟੈਂਡ ਕਰ ਦੇਣ ਦਾ ਹੋਰ ਕਰ ਲਾਂਗੇ, ਨਹੀਂ ਕਰਨਗੇ ਤਾਂ ਗੁਰੂ ਫਤਿਹ ਤਾਂ ਕੀ ਹੋਇਆ ਜੀ। ਅੱਛਾ। ਬੱਚੇ ਆਪ ਸਿਆਣੇ ਨੇ ਜੀ। ਇਵਨ ਮਾਈ ਡਾਟਰ ਆਲਸੋ ਕੰਟਰੀਬਿਊਟਸ ਮਨੀ ਹੇਅਰ। ਜੀ। ਸ਼ੌਂਕ ਦੀ ਗੱਲ ਹੈ ਨਾ। ਜੀ ਜੀ ਜੀ। ਇਹ ਤਾਂ ਜੋ ਪਰਸਨਲ ਵਿਚਾਰ ਹੁੰਦੇ ਨੇ, ਤੁਹਾਨੂੰ ਕਹਿੰਦੇ ਕਿਸੇ ਨੂੰ ਫੋਰਸ ਕਰੀਦੇ ਨਹੀਂ, ਬੱਚਿਆਂ ਨੂੰ ਕਦੀ ਫੋਰਸ ਨਹੀਂ ਕਰੀਦਾ, ਸਮਝਾਈਦਾ ਜੀ 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 ਕਿ ਪੈਸਾ ਨਾਲ ਨਹੀਂ ਜਾਣਾ ਕਿਸੇ ਦੇ ਵੀ। ਔਰ ਤੁਸੀਂ ਆਪਣੇ ਬੱਚਿਆਂ ਦੀ 5 ਕਰੋੜ ਛੱਡ ਜਾਓ, ਮਾਫ ਕਰਨਾ, ਤਾਂ ਵੀ ਕੋਈ ਬਹੁਤੀ ਕਦਰ ਨਹੀਂ, ਤੇ 500 ਕਰੋੜ ਛੱਡ ਦਿਓ ਤਾਂ ਵੀ ਕਦਰ ਕੋਈ ਨਹੀਂ। ਰੋਟੀ ਤੁਸੀਂ 2 ਹੀ ਖਾਣੀਆਂ ਨੇ। ਠੀਕ ਹੈ ਜੀ। ਮੇਰੇ ਤੇ ਭਾਵਨਾ ਹੈ ਜੀ। ਕਿਤਾਬਾਂ ਲਿਖਣ ਤੋਂ ਬਿਨਾਂ ਹੋਰ ਤੁਹਾਡੀ ਕੋਈ ਭਵਿੱਖ ਦੀ ਕੋਈ ਯੋਜਨਾ? ਕਿਤਾਬਾਂ ਪੜ੍ਹ ਲਈਦੀਆਂ ਨੇ, ਫਿਰ ਤੁਹਾਡੇ ਵਰਗੇ ਲਾਇਕ ਭਰਾਵਾਂ ਨਾਲ ਗੱਲਾਂ ਕਰ ਲਈਦੀਆਂ ਨੇ। ਦਰਸ਼ਕੋ, ਸਰਦਾਰ ਹਰਚਰਨ ਸਿੰਘ ਹੁਣਾਂ ਨਾਲ ਗੱਲਾਂ ਕਰਕੇ ਮੈਨੂੰ ਤਾਂ ਕਈ ਕੁਝ ਦਾ ਚਾਨਣ ਹੋ ਗਿਆ। ਵਿਸ਼ੇਸ਼ ਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਚੋਰੀ ਹੋਏ ਸਰੂਪ ਆ, ਉਹਨਾਂ ਬਾਰੇ ਜਿਹੜਾ ਇੱਕ ਗੰਢ ਖੁੱਲ੍ਹੀ ਆ, ਉਹ ਅੱਜ ਦੇ ਸਮੇਂ ਵਿੱਚ ਅਹਿਮ ਵੀ ਹੈ ਅਤੇ ਸਾਡੇ ਜਿਹੜੇ ਸਾਰਿਆਂ ਲਈ ਇੱਕ ਸਵਾਲ ਵੀ ਖੜ੍ਹਾ ਸੀ। ਸੋ ਇਹਨਾਂ ਨਾਲ ਗੱਲਬਾਤ ਜਿਹੜੀ ਆ ਤੁਹਾਨੂੰ ਕਿਹੋ ਜਿਹੀ ਲੱਗੀ? ਅਸੀਂ ਭਵਿੱਖ ਵਿੱਚ ਅਗਲੇ ਐਪੀਸੋਡ ਵਿੱਚ ਆਪਣੇ ਜਿਹੜਾ ਸ਼ੋਅ ਆ ਉਹਨੂੰ ਹੋਰ ਬਿਹਤਰ ਬਣਾਉਣ ਲਈ ਕੀ ਕਰ ਸਕਦੇ ਹਾਂ, ਤੁਸੀਂ ਆਪਣੇ ਜਿਹੜੇ ਸੁਝਾਅ ਆ ਸਾਨੂੰ ਜ਼ਰੂਰ ਦੇਣਾ। ਤੁਸੀਂ ਦੇਖਦੇ ਰਹੋ ਘੈਂਟ ਪੰਜਾਬ।